ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜੋ ਵਿਚਾਰਾਂ ਉੱਪਰ ਆਈਆਂ ਗੁਰਮੁਖਾਂ ਵੱਲੋਂ, ਉਹਨਾਂ ਦੀ ਥੋੜ੍ਹੀ ਜਿਹੀ ਸਮਰੀ। ਭਾਈ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਤੋਂ ਬਿਨਾਂ, ਮੈਂ ਆਪਣੇ ਬਾਰੇ ਕਹਿ ਰਿਹਾ, ਦੂਜਿਆਂ ਦੀ ਗੱਲ ਘੱਟ ਕਰੂੰਗਾ, ਇਹ ਨਹੀਂ ਪੋਸੀਬਲ ਹੋਣਾ ਸੀਗਾ ਵਿਚਾਰ ਇਸ ਤਰ੍ਹਾਂ ਹੋਣੀ। ਗਰੁੱਪ ਭਾਵੇਂ ਭਾਈ ਰਵੀ ਜੀ ਨੇ ਬਣਾਇਆ, ਉਹਨਾਂ ਨੂੰ ਦਾਦ ਜਾਂਦੀ ਇਸ ਗੱਲ ਦੀ, ਪਰ ਇਸ ਗਰੁੱਪ ਦੀ ਅਸਲ 'ਚ ਜਿਹੜੀ ਰੂਹੇ ਰਵਾਂ ਪਿੱਛੇ ਹੈ ਉਹ ਭਾਈ ਰਣਜੀਤ ਸਿੰਘ ਜੀ। ਇੰਨਾ ਵਿਸ਼ਾਲ ਭੰਡਾਰ ਜਿਹੜਾ ਦੂਜਾ ਸਾਡਾ ਵਿਚਾਰ ਹੈ ਟਕਸਾਲਾਂ ਦੀ, ਉਹ ਹੁੰਦੇ ਹੋਏ ਵੀ ਦੂਜੀ ਵਿਚਾਰ ਸੁਣਨੀ ਕਮਾਲ ਦੀ ਬਾਤ। ਕੋਈ ਨਹੀਂ ਕਰ ਸਕਦਾ। ਹੋਰ ਬਹੁਤ ਸਾਰੇ ਟਕਸਾਲੀਆਂ ਨਾਲ ਦੱਸਦਾ ਵੀ ਵਾਹ ਪਿਆ, ਇੱਕ ਨਹੀਂ ਕੋਈ ਵੀ ਕਰਦਾ। ਤੋ ਮੇਰਾ ਆਪਣਾ ਇਹ ਕਮਿਟਡ ਨਿਸ਼ਚਾ ਹੈ ਵੀ ਭਾਈ ਰਣਜੀਤ ਸਿੰਘ ਜੀ ਤੋਂ ਬਿਨਾਂ ਜਿਹੜੀ ਇਹ ਵਿਚਾਰ ਹੈ, ਦੈਟ ਵਾਜ਼ ਨਾਟ ਪੋਸੀਬਲ, ਨਹੀਂ ਹੋਣੀ ਸੀ। ਕਿਉਂਕਿ ਜਿੱਥੇ ਕਦਰਦਾਨ ਨਾ ਹੋਵੇ ਉੱਥੇ ਬੰਦਾ ਆਪਣੇ ਗੁਣ ਨੂੰ ਐਕਸਪ੍ਰੈਸ ਨਹੀਂ ਕਰ ਸਕਦਾ। ਤੋ ਇਹ ਉਹਨਾਂ ਦੀ ਕਦਰਦਾਨੀ ਹੈ ਸਾਡੇ ਪ੍ਰਤੀ, ਜਿਹੜਾ ਅੰਦਰ ਤੋਂ ਪਤਾ ਨਹੀਂ ਕਿਆ ਕਿਆ ਕੁਹਾਈ ਜਾ ਰਹੇ ਹੈ। ਕਿਤੇ ਛੁਪੀਆਂ ਪਈਆਂ ਪਿੱਛੇ ਗੱਲਾਂ, ਸਾਰੀ ਜ਼ਿੰਦਗੀ ਦੇ ਤਜਰਬੇ ਉਹ ਨਿਕਲੀ ਜਾਂਦੀਆਂ। ਤੋ ਸੀਸ ਝੁਕਦਾ, ਇਸ ਤੋਂ ਵੱਧ ਹੋਰ ਕਿਆ ਉਹਨਾਂ ਦੀ ਵਡਿਆਈ ਕਰੀ ਜਾ ਸਕਦੀ ਹੈ। ਸਾਧ ਸੰਗਤ ਜੀਓ, ਜਿਹੜੀ ਵਡੇਰਿਆਂ ਦੀ ਵਡਿਆਈ ਦੀ ਗੱਲ ਹੈ, ਬਜ਼ੁਰਗਾਂ ਦੀ, ਇੱਕ ਮਿਸਾਲ ਆਪ ਜੀ ਨਾਲ ਸਾਂਝੀ ਕਰਾਂ ਸਿੱਖ ਇਤਿਹਾਸ 'ਚੋਂ। ਜਦੋਂ ਗੁਰੂ ਅੰਗਦ ਦੇਵ ਜੀ ਬਣ ਗਏ ਭਾਈ ਲਹਿਣੇ ਤੋਂ, ਗੁਰਿਆਈ ਮਿਲ ਗਈ, ਉਹਨਾਂ ਦੇ ਕੋਲ ਇੱਕ ਯੋਗੀਆਂ ਦੀ ਮੰਡਲੀ ਆ ਗਈ। ਜਿਵੇਂ ਅੱਜ ਕੱਲ੍ਹ ਅਖਬਾਰਾਂ ਵਾਲੇ ਜਾਂਦੇ ਆ ਨਾ, ਹਰ ਬੰਦੇ ਕੋਲ ਪਹਿਲਾਂ ਉਹ ਤੋਂ ਕਹਾਉਣੀ ਹੈ ਗੱਲ, ਫਿਰ ਦੂਜੇ ਤੋਂ ਕਹਾਉਣੀ ਹੈ, ਫਿਰ ਉਹਨਾਂ ਨੂੰ ਲੜਾਉਣਾ ਆਪਸ ਵਿੱਚ। ਜਿਵੇਂ ਇੱਕ ਵਾਰ ਇੰਦਰਾ ਪ੍ਰਧਾਨ ਮੰਤਰੀ ਸੀਗੀ, ਉਹ ਚਿਕਮਗਲੂਰ ਕਰਨਾਟਕ ਤੋਂ ਜਿੱਤੀ ਜਾ ਕੇ, ਇੱਧਰ ਹਾਰ ਗਈ ਸੀ ਨਾਰਥ ਵਿੱਚ। ਐਂਟੀ ਇੰਦਰਾ ਵੇਵ ਸੀਗੀ ਉਦੋਂ, 77 ਦੀ ਗੱਲ ਹੈ ਸ਼ਾਇਦ। ਉਹ ਫਿਰ ਜਿਹੜਾ ਉੱਥੇ ਸੀਗਾ ਦੇਵਰਾਜ ਅਰਸ਼, ਮੁੱਖ ਮੰਤਰੀ ਕਾਂਗਰਸ ਦਾ, ਉਹਨੂੰ ਕਿਸੇ ਨੇ ਪੁੱਛ ਲਿਆ ਅਖਬਾਰਾਂ ਵਾਲੇ ਨੇ ਵੀ ਜੀ ਇਹ ਜਿੱਤ ਤੁਹਾਡੇ ਕਰਕੇ ਹੋਈ ਹੈ ਜਾਂ ਇੰਦਰਾ ਦੀ ਹੈ? ਉਹ ਕਹਿੰਦਾ ਉਹ ਇੰਦਰਾ ਹੈ, ਮੈਂ ਹੂੰ। ਬਸ ਐਸੇ ਗੱਲ ਦੇ ਉੱਤੇ ਗੱਲ ਜਦੋਂ ਇੰਦਰਾ ਕੋਲ ਗਈ, ਅਖੀਰ ਨੂੰ ਉਹ ਕੱਢ ਕੇ ਹਟੀ ਦੇਵਰਾਜ ਅਰਸ਼ ਨੂੰ। ਸਿਆਸਤ ਦੇ ਵਿੱਚ ਸ਼ੱਕ ਪੈ ਜਾਣੀ ਬਹੁਤ ਬੜੀ ਗੱਲ ਹੁੰਦੀ ਹੈ। ਤਾਂ ਉਹ ਜਿਹੜੀ ਮੰਡਲੀ ਆਈ, ਉਹਨਾਂ ਨੇ ਗੁਰੂ ਅੰਗਦ ਪਾਤਸ਼ਾਹ ਨੂੰ ਪੁੱਛਿਆ ਵੀ ਮਹਾਰਾਜ ਇਹ ਜਿਹੜਾ ਤੁਹਾਡੇ ਚਰਨਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਦਾ ਮਾਲਕ ਝੁਕਿਆ ਹੈ ਗੁਰੂ ਨਾਨਕ ਸਾਹਿਬ, ਤੁਹਾਡੇ 'ਚ ਐਸੀ ਕਿਹੜਾ ਗੁਣ ਹੈ, ਕਿਹੜੀ ਵਡਿਆਈ ਹੈ? ਹੁਣ ਜੇ ਤਾਂ ਦੁਨੀਆਦਾਰ ਬੰਦਾ ਹੁੰਦਾ, ਉਹਨੇ ਤਾਂ ਉਹ ਦੇਵਰਾਜ ਅਰਸ਼ ਦੀ ਤਰ੍ਹਾਂ ਕਹਿ ਦੇਣਾ ਸੀਗਾ ਵੀ ਹਾਂ ਮੈਂ ਤਾਂ ਗੁਣਾਂ ਦਾ ਭੰਡਾਰ ਹਾਂ, ਤਾਂ ਹੀ ਮੈਨੂੰ ਮਿਲੀ। ਨਹੀਂ, ਉਹ ਕਹਿੰਦੇ ਭਾਈ ਏਕਣ ਨਹੀਂ ਕਹੀਦਾ ਹੁੰਦਾ। ਗੱਲ ਇਸ ਤਰ੍ਹਾਂ ਹੈ ਵੀ ਜੇ ਇੱਕ ਲਿਬੜਿਆ ਹੋਇਆ ਬੱਚਾ ਮਿੱਟੀ ਘੱਟੇ 'ਚ ਹੇਠਾਂ, ਉਹਨੂੰ ਉਹਦਾ ਬਜ਼ੁਰਗ ਫਾਦਰ ਜਾਂ ਕੋਈ ਉਹਦਾ ਗ੍ਰੈਂਡ ਫਾਦਰ ਕੋਡਾ ਹੋ ਕੇ, ਨੀਵਾਂ ਹੋ ਕੇ ਚੁੱਕ ਕੇ ਉਹਨੂੰ ਪਲੰਘ ਪਰ ਬਿਠਾ ਦੇਵੇ, ਉਹਨੂੰ ਨਲਾ ਧਲਾ ਕੇ, ਉਹਨੂੰ ਵਾਸ਼ ਕਰਕੇ, ਤਾਂ ਵਡਿਆਈ ਵੱਡੇ ਦੀ ਹੈ ਕਿ ਬੱਚੇ ਦੀ ਹੈ? ਉਹ ਸ਼ਾਂਤ ਹੋ ਗਏ। ਨਹੀਂ, ਉਹਨਾਂ ਨੇ ਪਤਾ ਨਹੀਂ ਹੋਰ ਕਿਆ ਕਿਆ ਕਹਾਉਣਾ ਸੀ। ਤੋ ਇਹ ਗੁਰਮਤਿ ਦੇ ਮਾਰਗ ਦੇ ਵਿੱਚ ਜਦੋਂ ਕਿਸੇ ਨੂੰ ਆਪਣੇ ਗੁਰੂ ਦੇ ਬਰਾਬਰ ਜਾਂ ਗੁਰੂ ਤੋਂ ਵੀ ਵੱਧ ਗਿਆਨ ਵੀ ਗੁਰੂ ਵੱਲੋਂ ਬਖਸ਼ਿਸ਼ ਹੋ ਜਾਏ, ਕਿਉਂਕਿ ਗੁਰੂ ਕਦੇ ਨਹੀਂ ਇਹ ਦੇਖਦਾ ਵੀ ਇਹ ਮੇਰੇ ਨਾਲੋਂ ਅੱਗੇ ਜਾਂਦਾ ਜਾਂ ਪਿੱਛੇ ਹੈ, ਉਹ ਤਾਂ ਸਗੋਂ ਚਾਹੂਗਾ ਵੀ ਜਾਵੇ ਅੱਗੇ। ਦੁਨਿਆਵੀ ਟੀਚਰ ਦੀ ਗੱਲ ਹੋਰ ਹੁੰਦੀ ਹੈ। ਦੁਨਿਆਵੀ ਟੀਚਰ ਤੋਂ ਜਿਹੜੇ ਸਟੂਡੈਂਟਸ ਹੈ ਪੜ੍ਹ ਕੇ ਉਹ ਆਪਣੇ ਆਪ ਨੂੰ ਬੜਾ ਵੀ ਸਮਝਦੇ ਹੈ, ਪਰ ਰੂਹਾਨੀਅਤ ਵਿੱਚ ਐਸਾ ਨਹੀਂ। ਰੂਹਾਨੀਅਤ ਦੇ ਵਿੱਚ ਆਪ ਤੋਂ ਬੜੇ ਨੂੰ ਜਿੱਤੋਂ ਕੁਝ ਸਿੱਖਿਆ ਵਾ ਹੁੰਦਾ, ਉਹਨੂੰ ਹਮੇਸ਼ਾ ਹੀ ਬੜਾ ਕਰਿਆ ਜਾਂਦਾ, ਕਦੇ ਵੀ ਨਹੀਂ ਉਹਦੀ ਵਡਿਆਈ ਤੋਂ ਬਾਹਰ ਜਾ ਸਕਦਾ ਬੰਦਾ। ਤੋ ਗੱਲ ਫਿਰ ਭਾਈ ਰਣਜੀਤ ਸਿੰਘ ਜੀ ਨੇ ਇੱਕ ਸੱਪਾਂ ਦੀ ਕਰੀ ਹੈ। ਸੱਪਾਂ ਦੇ ਜਿਹੜਾ ਲਕੇਸਿਸ ਹੈ, ਇਹ ਖੱਬੇ ਪਾਸੇ ਨੂੰ ਇਫੈਕਟ ਕਰਦਾ ਸਰੀਰ ਦੇ ਨੂੰ, ਚਾਹੇ ਸਿਰ ਦਰਦ ਹੋਵੇ ਖੱਬਾ, ਲੱਤ ਦੁਖਦੀ ਹੋਵੇ ਖੱਬੀ, ਜਾਂ ਕੋਈ ਵੀ ਐਨੀ ਅੰਗ ਖੱਬੇ ਪਾਸੇ ਨੂੰ ਜ਼ਿਆਦਾ ਇਹਦੀ ਅਫਿਨਿਟੀ ਹੈ। ਔਰ ਜਿਹੜੀ ਇਹਦੀ ਟੌਕਸਿਨ ਹੈ, ਜਿਹੜੀ ਇਹਦੀ ਜ਼ਹਿਰੀਲਾਪਣ ਹੈ, ਉਹ ਕਲੌਟ ਕਰਦਾ ਬਲੱਡ ਨੂੰ, ਯਾਨੀ ਸਾਰਾ ਬਲੱਡ ਫਟ ਜਾਂਦਾ ਹੈ, ਵੱਢਦੀ ਸਾਰੇ। ਜਿਹੜਾ ਨਾਜ਼ਾ ਹੈ ਉਹਦੀ ਤਸੀਰ ਇੱਕ ਨਹੀਂ ਹੈ। ਨਾਜ਼ਾ ਜਿਹੜਾ ਉਹ ਨਿਊਰੋਟੌਕਸਿਨ ਛੱਡਦਾ ਹੈ, ਉਹਦੇ ਨਾਲ ਪੈਰਾਲਾਈਸਿਸ ਹੁੰਦਾ ਬੰਦੇ ਨੂੰ, ਯਾਨੀ ਜਿਹੜਾ ਸਾਡਾ ਨਰਵਸ ਸਿਸਟਮ ਹੈ ਦਿਮਾਗੀ,
ਉਹ ਡੈਮੇਜ ਹੁੰਦਾ ਇਹਦੇ ਨਾਲ, ਪੈਰਾਲਾਈਸਿਸ ਹੋ ਜਾਂਦਾ, ਖਾਸ ਕਰਕੇ ਬੁਲਬਰ ਪੈਰਾਲਾਈਸਿਸ ਜਿਹਨੂੰ ਆਪਾਂ ਕਹਿੰਦੇ ਵੀ ਜ਼ਬਾਨ ਚਲੀ ਜਾਂਦੀ ਹੈ, ਉਹ ਉਹਦੇ ਨਾਲ ਹੁੰਦਾ ਹੈ। ਇਹਨਾਂ ਦੀਆਂ ਅਲੱਗ-ਅਲੱਗ ਤਸਵੀਰਾਂ, ਇਹ ਕਿਸੇ ਅਨਾੜੀ ਬੰਦੇ ਦਾ ਕੰਮ ਹੈ ਜਿਹੜਾ ਉਹ ਕਹਿ ਰਿਹਾ ਵੀ ਨਾਜਾ ਦੇ ਨਾਲ ਜ਼ਹਿਰ ਖੜ ਜਾਂਦੀ ਹੈ। ਨੋ ਨੋ, ਕੋਈ ਨਿਊਰੋਟੌਕਸਿਨ ਵਾਲਾ ਸੱਪ ਹੋਵੇ ਉਹਦੀ ਤਾਂ ਨਾਜਾ ਦੇ ਨਾਲ ਸੰਭਾਵਨਾ ਵੀ ਉਹ ਠੀਕ ਹੋ ਜਾਏਗਾ, ਲੇਕਿਨ ਜਿਹੜੀ ਕੋਈ ਕਲੌਟਿੰਗ ਵਾਲਾ ਕੋਈ ਸੱਪ ਹੈਗਾ, ਲਕੇਸਿਸ ਹੈਗਾ, ਕਰੋਟੈਲਸ ਹੈਗਾ, ਇਹ ਜਿਹੇ ਹੋਰ ਹੈ, ਇਲੈਪਸ ਹੈਗਾ, ਉਹ ਨਾਜਾ ਨਾਲ ਨਹੀਂ ਠੀਕ ਹੋ ਸਕਦਾ, ਕਿਉਂਕਿ ਹੋਮੋਪੈਥਿਕ ਸਿਸਟਮ ਤਾਂ ਹੈ ਉਹ ਐਸਾ ਵੀ ਇੰਡੀਵਿਜੂਅਲਾਈਜੇਸ਼ਨ ਕਰੀ ਜਾਂਦੀ ਹੈ ਬਿਮਾਰੀ ਦੀ, ਸਰੀਰ ਦੀ, ਫਿਰ ਉਹ ਦਵਾਈ ਦੇ ਨਾਲ ਮਿਲਾਏ ਜਾਂਦੇ ਸਿੰਪਟਮ, ਤਾਂ ਦਿੱਤੇ ਜਾਂਦੇ। ਇੱਕ ਨਹੀਂ ਹੈ ਕੋਈ ਸਪੈਸੀਫਿਕ ਵੀ ਇਹਦੇ 'ਚ ਇਸ ਤਰ੍ਹਾਂ ਦੀ ਗੱਲ ਹੈ। ਉਹ ਠੀਕ ਹੈ ਵੀ ਇੱਕ ਫਸਟ ਏਡ ਦੇ ਤੌਰ 'ਤੇ ਚਲੋ ਨਾਜਾ ਦੇ ਦਿਓ, ਇਹੀ ਜੋ ਗੱਲ ਹੈ। ਵੈਸੇ ਅਦਰਵਾਈਜ਼ ਕੋਈ ਇਹਦੇ ਭਰਮ ਵਿੱਚ ਨਾ ਰਹੇ ਵੀ ਨਾਜਾ ਦੇ ਨਾਲ ਸੱਪ ਦੇ ਕੱਟੇ ਹੋਏ ਬਿਲਕੁਲ ਸਾਰੇ ਹੀ ਠੀਕ ਹੋ ਜਾਣਗੇ। ਨੋ ਨੋ, ਐਸਾ ਨਹੀਂ ਹੈ। ਅਤੇ 1890 ਵਾਲੇ ਭਰਾ ਜੀ ਨੇ ਵੀ ਗੱਲ ਦੱਸੀ ਸੱਪਾਂ ਦੇ ਬਾਰੇ 'ਚ, ਉਹ ਸਹੀ ਹੈ ਜਾਣਕਾਰੀ। ਕੰਨਾਂ ਦੀਆਂ ਦੋ ਖੱਡਾਂ ਜਿਹੀਆਂ ਤਾਂ ਹੁੰਦੀਆਂ, ਉਹ ਤਾਂ ਸਾਨੂੰ ਸਪੇਰਿਆਂ ਨੇ ਵੀ ਦਿਖਾਈਆਂ। ਦਾਸਰੇ ਨੇ ਇਹ ਸਵਾਲ ਕਰਿਆ ਸੀ ਵੀ ਇਹਨਾਂ ਦੇ ਕੰਨ ਤਾਂ ਹੁੰਦੇ ਨਹੀਂ, ਤੁਸੀਂ ਕਹਿੰਦੇ ਵੀ ਬੀਨ ਵਜਾਏ ਤੇ ਮਸਤ ਹੁੰਦਾ, ਫਿਰ ਉਹਨੇ ਉਹ ਖੱਡਾਂ ਜਿਹੀਆਂ ਦਿਖਾਈਆਂ ਸੀ ਕਰੰਗ ਵਿੱਚ, ਸੱਪ ਦਾ ਕਰੰਗ ਲਈ ਫਿਰਦਾ ਸੀ ਹੈਡ ਦਾ। ਇਹ ਗੱਲ ਠੀਕ ਹੈ ਵੀ ਉੱਪਰ ਚਮੜੀ ਹੁੰਦੀ ਹੈ, ਸੱਪ ਨੂੰ ਬੀਨ ਸੁਣਦੀ ਨਹੀਂ ਹੈ ਕੰਨਾਂ ਦੇ ਰਾਹੀਂ, ਚਮੜੀ ਦੇ ਰਾਹੀਂ ਜਾਂ ਧਰਤੀ ਦੇ ਰਾਹੀਂ ਜਿਹੜੀਆਂ ਵਾਈਬ੍ਰੇਸ਼ਨ ਪੈਦਾ ਹੁੰਦੀਆਂ ਉਹ ਉਹਨੂੰ ਪਕੜਦੀ ਹੈ। ਚਮੜੀ ਜਿਹੜੀ ਸੈਂਸਿਟਿਵ ਹੁੰਦੀ ਹੈ ਬਹੁਤ, ਕੰਨਾਂ ਦਾ ਕੰਮ ਕਰਦੀ ਹੈ ਉਹਦੀ। ਸੱਪ ਦੇ ਮੂਹਰੇ ਬੀਨ ਵਜਾਈ ਜਾਓ, ਪਟਾਰੀ ਦੇ ਵਿੱਚ ਪਿਆ ਰਹੂਗਾ, ਕੁਛ ਨਹੀਂ ਹੁੰਦਾ ਉਹਨੂੰ, ਕੋਈ ਹਿਲਜੁਲ ਨਹੀਂ ਹੁੰਦੀ। ਜਦ ਉਹਦੇ ਪਰ ਐਂ ਸੱਟ ਮਾਰ ਕੇ ਨਾ ਉਹਨੂੰ ਖੋਲ੍ਹਦਾ ਸਪੇਰਾ, ਫਿਰ ਉਹ ਖੜਾ ਹੁੰਦਾ, ਉੱਪਰ ਨੂੰ ਸਿਰੀ ਚੱਕਦਾ। ਤੋ ਜਿਹੜੀ ਆਹਟ ਕਰਨੀ ਹੈ, ਅਸੀਂ ਭਾਈਆਂ ਤੋਂ ਸੁਣਿਆ ਇਹ ਗੱਲ, ਜਿਹੜੇ ਇੱਧਰ ਕੰਮ ਕਾਰ ਕਰਨ ਆਉਂਦੇ ਪੰਜਾਬ 'ਚ, ਕਿਤੇ ਗੱਲਾਂ ਚੱਲੀਆਂ ਸੀ, ਉਹ ਕਹਿੰਦੇ ਸਰਦਾਰ ਜੀ ਆਹਟ ਕੀਜੀਏ। ਆਹਟ ਦਾ ਮਤਲਬ ਹੁੰਦਾ ਖੜਕਾ ਕਰਨਾ, ਜਿੱਥੇ ਤੇ ਸ਼ਬਦ ਅਨਾਹਤ ਬਣਿਆ ਉਹ ਆਹਟ ਤੋਂ ਹੀ ਬਣਿਆ ਹੋਇਆ। ਆਹਟ ਕੀਜੀਏ, ਆਹਟ ਕੀਜੀਏ, ਇਸ ਤਰ੍ਹਾਂ ਬੋਲਦੇ ਹੋ, ਖੜਕਾ ਕਰ ਦਿਓ, ਸੱਪ ਨੇ ਭੱਜ ਜਾਣਾ। ਕਿਉਂਕਿ ਖੜਕਾ ਕਰਨ ਦੇ ਨਾਲ ਜਿਹੜੀ ਵਾਈਬ੍ਰੇਸ਼ਨ ਪੈਦਾ ਹੋਣੀ ਹੈ, ਉਹ ਧਰਤੀ ਦੇ ਰਾਹੀਂ, ਉਹਦੀ ਚਮੜੀ ਦੇ ਰਾਹੀਂ ਉਹ ਪਕੜ ਲੈਂਦਾ ਉਹਨੂੰ। ਹਵਾ ਦੇ ਰਾਹੀਂ ਉਹ ਬਹੁਤ ਘੱਟ ਸੁਣਦਾ, ਕਿਉਂਕਿ ਕੰਨ ਸਿੱਧੇ ਹੈ ਨਹੀਂ ਖੁੱਲ੍ਹੇ ਉਹਦੇ। ਧਰਤੀ ਦੇ ਰਾਹੀਂ ਵਾਈਬ੍ਰੇਸ਼ਨ ਬਹੁਤ ਛੇਤੀ ਪਕੜਦਾ ਉਹ। ਜਦ ਵੀ ਕੋਈ ਪੈੜ ਚਾਲ ਹੁੰਦੀ ਹੈ ਜਾਂ ਕੋਈ ਖੜਕਾ ਹੁੰਦਾ ਹੈ ਤਾਂ ਉਹ ਸੱਪ ਜਦੇ ਪਕੜ ਲੈਂਦਾ, ਸਮਝ ਜਾਂਦਾ ਉਹਨੂੰ। ਤੋ ਬੀਨ ਦੇ ਉੱਪਰ ਵੀ ਜਿਹੜਾ ਉਹ ਇਸ ਤਰ੍ਹਾਂ ਘੁਮਾਉਂਦਾ, ਉਹ ਗੱਲ ਵੀ ਸਹੀ ਹੈ, ਉਹਨੂੰ ਮਸਤੀ ਕੋਈ ਨਹੀਂ ਆਉਂਦੀ ਬੀਨ 'ਤੇ। ਉਹ ਬੀਨ ਜਿਹੜੀ ਵੱਜਦੀ ਹੈ, ਉਹਦੀਆਂ ਵਾਈਬ੍ਰੇਸ਼ਨਾਂ ਧਰਤੀ ਦੇ ਰਾਹੀਂ ਉਹਦੀ ਚਮੜੀ ਜ਼ਰੂਰ ਪਕੜਦੀ ਹੈ। ਇਸ ਤਰ੍ਹਾਂ ਦੀ ਬਾਤਾਂ, ਇਹ ਹੋਰ ਵੀ ਇਹਨਾਂ ਦੀ ਖੋਜ ਦੀ ਲੋੜ ਹੈ। ਜੇ ਕੋਈ ਇਸ ਐਂਗਲ ਤੋਂ ਕਰੇ ਤਾਂ ਚੰਗੀ ਗੱਲ ਹੈ। ਤੋ ਸਾਧ ਸੰਗਤ ਜੀ, ਉਹ ਭਾਈ ਜਸਪਾਲ ਵੀਰ ਸਿੰਘ ਜੀ ਦੇ ਕਿਆ ਕਹਿਣਾ ਉਹਨਾਂ ਦੇ ਬਾਰੇ 'ਚ, ਉਹ ਜਿਹੜੀ ਜੋ ਵੀ ਵਿਚਾਰ ਰੱਖਦੇ ਉਹ ਸਟੀਕ ਹੁੰਦੀ ਹੈ। ਸਟੀਕ ਤੋਂ ਭਾਵ ਹੈ ਤਾਂ ਸਾਰੇ ਗੁਰਮੁਖ ਸਟੀਕ ਵਿਚਾਰ ਕਰਦੇ ਆ, ਪਰ ਫਿਰ ਵੀ ਸਾਤੋਂ ਕੁਛ ਨਾ ਕੁਛ ਇੱਧਰ ਉੱਧਰ ਦੀ ਗੱਲ ਹੋ ਜਾਂਦੀ ਹੈ। ਜਦ ਵਿਸਥਾਰ ਕਰਦੇ ਉਹ ਬਿਲਕੁਲ ਸਟੀਕ ਤੋਂ ਬਾਹਰ ਨਹੀਂ ਜਾਂਦੇ, ਉਹ ਵਿਚਾਰ ਨੂੰ ਉਸੇ ਤਰ੍ਹਾਂ ਰੱਖਦੇ ਜਿਵੇਂ ਹੈ, ਗੁਰਬਾਣੀ ਦੇ ਪ੍ਰਮਾਣਾਂ ਦੇ ਨਾਲ। ਉਹ ਪ੍ਰਮਾਣਾਂ ਤੋਂ ਬਾਹਰ ਨਹੀਂ ਜਾਂਦੇ ਕਦੇ ਵੀ। ਇਹ ਬੜੀ ਅੱਛੀ ਗੱਲ ਹੈ, ਦਾਤ ਦੇਣੀ ਬਣਦੀ ਉਹਨਾਂ ਦੀ। ਜਿਹੜਾ ਭਾਈ ਰਣਜੀਤ ਸਿੰਘ ਜੀ ਨੇ ਹੁਕਮ ਲਗਾਇਆ, ਇਹ ਠੀਕ ਕਿਹਾ ਉਹਨਾਂ ਨੇ। ਗਿਆਨੀ ਜੀ ਅਗਰ ਚਾਹਣਗੇ ਉਹ ਤਾਂ ਉਹ ਵਿਚਾਰ ਕਰਨ, ਅੱਛੀ ਗੱਲ ਹੈ। ਜਿਹੜੀ ਵੀ ਬਾਣੀ ਦਾ ਸੰਗਤ ਹੁਕਮ ਕਰੂਗੀ, ਆਪਣਾ ਸਾਰੀ ਸੰਗਤ ਦੇ ਨਾਲ ਹੈ। ਜਿਵੇਂ ਵੀ ਹੁਕਮ ਹੋਊਗਾ ਉਵੇਂ ਸੰਗਤ ਦੇ ਵਿੱਚ ਕਰਿਆ ਜਾਊਗਾ। ਤੋ ਗਿਆਨੀ ਜੀ ਨੂੰ ਦਾਸਰਾ ਵੀ ਕਹੂਗਾ ਵੀ ਉਹ ਕਰਨ ਵਿਚਾਰ। ਹੋਰ ਵੀ ਜੇ ਸੰਗਤ ਚਾਹੂਗੀ ਤਾਂ ਕਰਨੀ ਚਾਹੀਦੀ ਹੈ। ਉਹਨਾਂ ਦੀ ਆਪਣੀ ਇੱਛਾ ਤੇ ਛੱਡ ਦਿਓ। ਤੇ ਬਾਣੀ ਕਿਹੜੀ ਦੀ ਵਿਚਾਰ ਕਰਨੀ, ਇਹ ਵੀ ਸੰਗਤ ਦੀ ਉਹ ਹੈ। ਜਿਵੇਂ ਵੀ ਉਹ ਚਾਹੇ ਸੰਗਤ, ਉਸ ਤਰ੍ਹਾਂ ਦੀ ਵਿਚਾਰ ਕਰਾ ਲਿਓ। ਕਿਸੇ ਗੁਰਮੁਖ ਨੇ ਸ਼ਾਇਦ ਪਹਿਲਾਂ ਐਂ ਵੀ ਕਿਹਾ ਸੀ ਵੀ ਨਿਤਨੇਮ ਦੀ ਕਰਾ ਲਓ, ਉਹ ਕਰਾ ਲਓ, ਸ਼ਲੋਕਾਂ ਦੀ ਕਰਾ ਲਓ, ਜਿਹੜੇ ਭਗਤ ਕਬੀਰ ਜੀ ਦੇ ਜਾਂ ਬਾਬਾ ਫਰੀਦ ਜੀ ਦੇ, ਜਿਵੇਂ ਵੀ ਸੰਗਤ ਚਾਹੁੰਦੀ ਹੈ। ਸੰਗਤ ਚੋਂ ਦੋ ਚਾਰ ਜਿਹੜੇ ਗੁਰਮੁਖ ਮੂਹਰੇ ਹੋ ਕੇ ਗੱਲ ਨੂੰ ਕਹਿ ਦਿਓ ਵੀ ਬਾਈ ਇਹਦੀ ਕਰਾਓ, ਤਾਂ ਉਹ ਉਸ ਤਰ੍ਹਾਂ ਕਰ ਦੇਣਗੇ। ਦਾਸਰਾ ਦਾ ਸਿਰ ਝੁਕਿਆ ਵਾ ਸੰਗਤ ਨੂੰ, ਜਿਵੇਂ ਵੀ ਹੁਕਮ ਹੋਊਗਾ ਕੋਈ ਇਤਰਾਜ਼ ਹੀ ਨਹੀਂ ਹੈ ਕਿਸੇ ਵੀ ਗੱਲ ਦਾ। ਸੁਣਦਾ ਹਰ ਇੱਕ ਦੀ ਵਿਚਾਰ ਬਹੁਤ ਵਧੀਆ ਲੱਗਦੀ ਹੈ। ਤੋ ਆਪਣੀ ਵਿਚਾਰ ਤਾਂ ਫਿਰ ਵੀ ਦੇਈ ਹੋ ਜਾਣੀ ਹੈ, ਉਹਦੇ 'ਚ ਕੋਈ ਇਤਰਾਜ਼ ਨਹੀਂ ਹੈ। ਸੋ ਸਾਧ ਸੰਗਤ ਜੀਓ,
ਹੁਣ ਵਿਚਾਰ ਦਾ ਵੀ ਮੌਕਾ ਆ ਗਿਆ। ਅੱਜ ਦੀ ਜਿਹੜੀ ਵਿਚਾਰ ਕਰਨੀ ਹੈ ਸਹਿਸਾ ਕ੍ਰਿਤੀ ਦੀ, ਦਿਓ ਆਗਿਆ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सोहबते नेकां अगर बाशद नसीब, दौलते जावीद आवी ऐ हबीब। मंत्र राम राम नामं ध्यानं सर्वत्र पूर्णै, ज्ञानं सम दुख सुख्यं जुगत निर्मल निर्वैरणै। दयालं सर्वत्र जिया पंच दोख विवर्जितै, भोजनं गोपाल कीर्तनं अल्प माया। जल कमलै रहते उपदेशं सम, मित्र सत्रै भगवंत भगत भावनी। पर निंदा न स्रोत श्रवणं, आप त्याग सगल रेण कै। खट लखण पूर्ण पुरख है, नानक नाम साध सवजनै। अजा भोगंत कंद मूलम, बसंते समीप घेरै। ततर गते संसारै, नानक सोग हरखं व्याप्ते। अजा भोगंत कंद मूलम, बसंते समीप घेरै। ततर गते संसारै, नानक सोग हरखं व्याप्ते। साध संगत जीओ, गुरमुख जनो, वाहिगुरू जी का खालसा, वाहिगुरू जी की फतेह। ਅੱਜ ਦੀ ਵਿਚਾਰ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਨੇ, ਸੰਤ ਪੁਰਸ਼ਾਂ ਦੇ ਜਿਹੜੇ 6 ਲੱਛਣ ਹੈ ਉਹਦੀ ਵਿਚਾਰ ਹੈ। ਮੰਤਰ ਰਾਮ ਰਾਮ ਨਾਮ। ਸੰਤਾਂ ਦੇ ਰਸਨਾ ਦੇ ਉੱਤੇ ਰਾਮ ਰਾਮ ਦਾ ਮੰਤਰ ਹੁੰਦਾ ਹੈ, ਵਾਹਿਗੁਰੂ ਦਾ ਮੰਤਰ ਹੁੰਦਾ ਹੈ। ਸਾਧ ਸੰਗਤ ਜੋ ਇਹ ਤਾਂ ਗੱਲ ਸਾਰੀ ਸੰਗਤ ਨੂੰ ਪਤਾ ਹੀ ਹੈ ਵੀ ਕੋਈ ਰੱਬ ਦਾ ਨਾਂ ਇੱਕ ਨਹੀਂ ਹੈ, ਉਹਦਾ ਕੋਈ ਵੀ ਨਾਂ ਨਹੀਂ ਹੈ, ਸਾਰੇ ਨਾਂ ਵੀ ਉਹਦੇ ਹੀ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹੁਕਮਨ ਕੋਈ ਇੱਕ ਨਾਂ ਨੂੰ ਵਡਿਆਈ ਨਹੀਂ ਦਿੱਤੀ ਰੱਬ ਦੇ, ਸਾਰੇ ਹੀ ਨਾਮ ਹੈ। ਹਰ ਹਰ ਸਭ ਤੋਂ ਜ਼ਿਆਦਾ ਵਾਰ ਆਉਂਦਾ। ਤੋ ਸਾਧ ਪੁਰਸ਼ਾਂ ਦੀ ਰਸਨਾ ਦੇ ਉੱਤੇ ਰਾਮ ਰਾਮ ਦਾ ਮੰਤਰ ਹੁੰਦਾ, ਮਤਲਬ ਉਹ ਹਰ ਵਕਤ 24 ਘੰਟੇ 8 ਪਹਿਰ ਜਾਪ ਕਰਦੇ ਆ ਗੁਰਮੰਤਰ ਦਾ। ਉਹ ਜਿਹੜੇ ਅੱਜ ਕੱਲ੍ਹ ਦੇ ਵਿਦਵਾਨ ਸਾਡੇ ਕੁਛ ਸੋ ਕਾਲਡ ਵਿਦਵਾਨ, ਉਹ ਕਹਿੰਦੇ ਆ ਨਾ ਵੀ ਜਪਣ ਦੀ ਲੋੜ ਹੀ ਨਹੀਂ ਹੈ, ਜਾਪ ਨੂੰ ਸਿਰੇ ਤੇ ਨਿਖੇਰਨ ਮਤਲਬ ਨਦਾਰਦ ਕਰਨ ਲੱਗ ਪਏ ਆ ਆਪਣੀ ਜ਼ਿੰਦਗੀ 'ਚ। ਪ੍ਰਚਾਰ ਵੀ ਇਹੀ ਕਰਦੇ ਆ ਵੀ ਜਪਣ ਦੀ ਤਾਂ ਕੋਈ ਲੋੜ ਹੀ ਨਹੀਂ ਹੈ। ਇਹ ਤਾਂ ਭਾਈ ਰਸਨਾ ਦੇ ਨਾਲ ਹਰ ਸਵਾਸ ਜਪਣਾ, ਰੋਮ ਰੋਮ ਬਲਕੇ ਜਪੇ। ਧਿਆਨ ਸਰਬੱਤਰ ਪੂਰਨ, ਉਹ ਧਿਆਨ ਉਹਦੇ ਉੱਤੇ ਲਾਉਣੇ ਜਿਹੜਾ ਸਰਬੱਤਰ ਜਗ੍ਹਾ ਪੂਰਿਆ ਹੋਇਆ ਪਰਮਾਤਮਾ। ਰਸਨਾ ਦੇ ਉੱਤੇ ਰਾਮ ਹੁੰਦਾ, ਵਾਹਿਗੁਰੂ ਹੁੰਦਾ, ਧਿਆਨ ਪਰਮਾਤਮਾ ਦੇ ਵਿੱਚ ਹੁੰਦਾ। ਗਿਆਨੰ ਸਮ ਦੁੱਖ ਸੁਖਿ, ਜੁਗਤ ਨਿਰਮਲ ਨਿਰਵੈਰਣ। ਉਹਨਾਂ ਦਾ ਗਿਆਨ ਇਹ ਹੁੰਦਾ ਵੀ ਉਹ ਦੁੱਖ ਸੁੱਖ ਨੂੰ ਸਮ ਸਮਝਦੇ, ਬਰਾਬਰ ਸਮਝਦੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂ ਕਹਿ, ਕੰਚਨ ਮਾਟੀ ਮਾਨੈ। ਦੁੱਖ ਵੀ ਸੁੱਖ ਵੀ ਉਹਨਾਂ ਵਾਸਤੇ ਬਰਾਬਰ ਹੁੰਦੇ। ਕੋਈ ਬਹੁਤ ਬੜੀ ਜਗਤ ਦੇ ਵਿੱਚ ਦੁਨਿਆਵੀ ਖੁਸ਼ੀ ਮਿਲ ਜਾਏ, ਇਟਸ ਆਲ ਰਾਈਟ, ਕੋਈ ਗੱਲ ਨਹੀਂ। ਕੋਈ ਦੁੱਖ ਵੀ ਆ ਜਾਏ, ਇਟਸ ਆਲ ਰਾਈਟ, ਤੇਰਾ ਹੁਕਮ ਹੈ। ਜੁਗਤ ਨਿਰਮਲ ਨਿਰਵੈਰਣ, ਉਹਨਾਂ ਦੀ ਜਿਹੜੀ ਜ਼ਿੰਦਗੀ ਜਿਉਣ ਦੀ ਜੁਗਤ ਹੈ ਉਹ ਬੜੀ ਨਿਰਮਲ ਹੁੰਦੀ ਹੈ, ਨਿਰਵੈਰ ਹੁੰਦੀ ਹੈ। ਕਿਸੇ ਨਾਲ ਵਿਰੋਧ ਨਹੀਂ, ਕਿਸੇ ਦੇ ਪ੍ਰਤੀ ਮੈਲ ਨਹੀਂ, ਦੁਆਇਸ਼ ਨਹੀਂ। ਦਿਆਲੰ ਸਰਬੱਤਰ ਜੀਆ, ਉਹ ਸਾਰਿਆਂ ਜੀਵਾਂ ਦੇ ਉੱਤੇ ਦਇਆ ਕਰਦੇ। ਦਇਆ ਕਰਨਾ ਬਹੁਤ ਬੜਾ ਗੁਣ ਹੈ। ਧਰਮ ਜਿਹੜਾ ਹੈ ਉਹ ਦਇਆ ਦਾ ਹੀ ਪੁੱਤਰ ਹੈ, ਦਇਆ ਮਾਂ ਹੈ, ਦਇਆ ਚੋਂ ਧਰਮ ਨਿਕਲਦਾ ਹੈ। ਸਭ ਦੇ ਉੱਤੇ ਦਇਆ ਕਰਦੇ ਆ। ਇਹਦੇ ਚ ਸਾਧ ਸੰਗਤ ਜੀ ਉਹ ਇੱਕ ਗੱਲ ਹੋਰ ਵੀ ਆ ਜਾਵੇ, ਇਹ ਜਿਹੜਾ ਇੱਕ ਧਰਮ ਸਾਡਾ ਫਿਰਕਾ ਐਸਾ ਵੀ ਹੈ ਹਿੰਦੁਸਤਾਨ ਦੇ ਵੀ, ਜਿਹੜੇ ਪੈਰਾਂ ਤੋਂ ਨੰਗੇ ਰਹਿੰਦੇ ਆ ਔਰ ਲੱਕੜੀਆਂ ਵੀ ਧੋ ਧੋ ਕੇ ਜਲਾਉਂਦੇ ਆ,
ਔਰ ਮੂੰਹ ਨੂੰ ਵੀ ਬੰਨ੍ਹ ਕੇ ਰੱਖਦੇ ਆ ਵੀ ਹਵਾ ਦੇ ਰਾਹੀਂ ਜੀਵ ਨਾ ਅੰਦਰ ਜਾਣ। ਇਹ ਜਿਹੜੀ ਹੈ ਇਹ ਵਹਿਮ ਭਰੀ ਹਿੰਸਾ, ਇਹਦੇ ਵਾਸਤੇ ਗੁਰਬਾਣੀ ਨੇ ਨਹੀਂ ਉਪਦੇਸ਼ ਕਰਿਆ ਕਦੇ ਵੀ। ਇਹਨੂੰ ਡਾਕਟਰ ਜੀਤ ਸਿੰਘ ਸੀਤਲ ਵਿਦਵਾਨ ਹੋਏ ਇੱਕ, ਉਹਨਾਂ ਨੇ ਵਹਿਮ ਭਰੀ ਹਿੰਸਾ ਕਿਹਾ ਵੀ ਇੱਕ ਜੀਵ ਨਾ ਮਰ ਜੇ ਸਾਡੇ ਕੋਲੋਂ। ਉਹ ਜੀਵ ਤਾਂ ਭਾਈ ਸਾਡੇ ਖੂਨ ਵਿੱਚ ਵੀ ਹੈ, ਜੀਵ ਸਾਡੇ ਅੰਦਰ ਵੀ ਹੈ, ਅੰਤੜੀਆਂ ਵਿੱਚ ਵੀ ਰਹਿੰਦੇ ਹੈ, ਜੀਵ ਦਹੀਂ ਵਿੱਚ ਵੀ ਹੈ, ਜੀਵ ਲੱਸੀ 'ਚ ਵੀ ਹੈ, ਹਰ ਜਗ੍ਹਾ ਜੀਵ ਹੈ, ਭਾਵੇਂ ਉਹ ਛੋਟੇ ਹੈ, ਜਿਹਨੂੰ ਆਪਾਂ ਵਾਇਰਸ ਜਾਂ ਬੈਕਟੀਰੀਆ ਕਹਿ ਦਿੰਦੇ ਹਾਂ। ਇਹ ਵਹਿਮ ਭਰੀ ਹਿੰਸਾ ਦਾ ਨਹੀਂ ਇੱਥੇ ਕੋਈ ਮਤਲਬ ਹੈ। ਜੀਵਾਂ ਦੇ ਉੱਤੇ ਦਇਆ ਕਰਨੀ ਹੈ, ਪਰ ਵਹਿਮ ਨਹੀਂ ਰੱਖਣਾ ਕਦੇ ਵੀ। ਪੰਜ ਦੋਖ ਵਿਵਰਜਿਤ, ਪੰਜ ਦੋਖਾਂ ਨੂੰ ਦੂਰ ਰੱਖਦੇ ਆ। ਪੰਜ ਵਿਕਾਰ ਹੁੰਦੇ ਆ, ਪੰਜੇ ਦੋਖ ਹੁੰਦੇ। ਸਾਧ ਸੰਗਤ ਜੀ, ਇਹਨਾਂ 'ਚ ਥੋੜਾ ਜਿਹਾ ਅੰਤਰ ਹੈ। ਪੰਜ ਵਿਕਾਰ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਤੋਂ ਹੀ ਪੰਜ ਦੋਖ ਪੈਦਾ ਹੁੰਦੇ। ਕਿਹੜੇ? ਕਾਮ ਦਾ ਦੋਖ, ਕ੍ਰੋਧ ਦਾ, ਲੋਭ ਦਾ, ਮੋਹ ਦਾ ਔਰ ਹੰਕਾਰ ਦਾ। ਉਹ ਜਿਹੜੇ ਦੋਖ ਹੈ ਪੰਜ, ਜਿਵੇਂ ਪਤੰਗੇ ਨੂੰ ਦੋਖ ਹੈ ਦ੍ਰਿਸ਼ਟੀ ਦਾ ਰੋਗ, ਭੌਰੇ ਨੂੰ ਹੈਗਾ ਨਾਸਕਾ ਦਾ, ਨੱਕ ਦਾ, ਸੁੰਘਣ ਦਾ ਦੋਸ਼, ਮੱਛੀ ਨੂੰ ਲੋਭ ਹੈ ਖਾਣ ਪੀਣ ਦਾ, ਉਹ ਫਸ ਜਾਂਦੀ ਹੈ ਜਾਲ ਵਿੱਚ, ਕੁੰਡੀ 'ਚ, ਔਰ ਮੌਤ ਆਉਂਦੀ ਹੈ ਫਿਰ ਉਹਦੀ। ਹਾਥੀ ਨੂੰ ਕਾਮ ਰੋਗ ਹੈ। ਕਾਮ ਰੋਗ ਦੇ ਤਹਿਤ ਨਕਲੀ ਹਥਨੀ ਬਣਾ ਕੇ, ਕਲਬੂਤ ਬਣਾ ਕੇ ਉਹਨੂੰ ਟੋਏ 'ਚ ਸਿੱਟ ਲੈਂਦੇ, ਭੁੱਖਾ ਰੱਖ ਕੇ ਫਿਰ ਪਕੜ ਲੈਂਦੇ। ਕਾਮ ਰੋਗ, ਮੈਗਲ ਬਸ ਕੀਨਾ। ਗੁਰਬਾਣੀ ਨੇ ਤਾਂ ਜਿਹੜਾ ਕਾਮ ਦਾ ਰੋਗ ਹੈ ਜ਼ਿਆਦਾ, ਉਹ ਮੈਗਲ ਪਰ, ਹਾਥੀ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਹੋਇਆ। ਸ਼ੂਕਰ ਨੂੰ ਇਹ ਰੋਗ ਹੈਗਾ ਜਾਂ ਸੂਰ ਨੂੰ ਵੀ ਇਹ ਰੋਗ ਹੈਗਾ, ਇਹ ਦੱਸਦੇ ਨੌਲੇਜ 'ਚ ਪਹਿਲੀ ਵਾਰ ਗੱਲ ਆਈ ਹੈ ਸੰਗਤ 'ਚ। ਗੁਰਬਾਣੀ 'ਚ ਕੋਈ ਪ੍ਰਵਾਨ ਹੋਵੇ ਤਾਂ ਜ਼ਰੂਰ ਦੱਸਿਓ। ਬੱਚੇ ਜ਼ਿਆਦਾ ਪੈਦਾ ਕਰਨੇ ਇਹ ਹੋਰ ਚੀਜ਼ ਹੈ, ਕਾਮ ਦੇ ਵਿੱਚ ਜ਼ਿਆਦਾ ਇੰਟੈਂਸਿਟੀ ਹੋਣੀ ਇਹ ਹੋਰ ਚੀਜ਼ ਹੈ। ਇਹਨਾਂ ਦੋਹਾਂ 'ਚ ਫਰਕ ਹੈ ਥੋੜਾ ਜਿਹਾ, ਉਹ ਆਪ ਹੀ ਸਮਝ ਲਿਓ ਇਸ ਗੱਲ ਨੂੰ। ਤੋ ਸਾਧ ਸੰਗਤ ਜੀਓ, ਭੌਰੇ ਨੂੰ ਹੈਗਾ ਨਾਸਕਾ ਦਾ, ਸੁੰਘਣ ਦਾ ਰੋਗ। ਪਤੰਗੇ ਨੂੰ ਦ੍ਰਿਸ਼ਟੀ ਰੋਗ, ਜਦੇ ਜਾ ਕੇ ਛਮਾ ਦੇ ਉੱਪਰ ਜਾ ਕੇ ਜਲ ਜਾਂਦਾ, ਆਪਣੇ ਫੰਗ ਜੇ ਸਾੜ ਲੈਂਦਾ। ਹਾਥੀ ਨੂੰ, ਮੈਗਲ ਨੂੰ ਕਾਮ ਦਾ ਰੋਗ, ਔਰ ਹਿਰਨ ਨੂੰ ਕੰਢੇੜੇ ਦਾ ਰੋਗ। ਕੰਢੇੜਾ ਇੱਕ ਘੜੇ ਦੀ ਆਵਾਜ਼ ਹੁੰਦੀ ਹੈ, ਜਿਹਦੇ ਉੱਤੇ ਹਿਰਨ ਮਸਤ ਹੁੰਦਾ, ਉਹ ਵੀ ਪਕੜਿਆ ਜਾਂਦਾ ਫਿਰ। ਸੋ ਇਹ ਜਿਹੜੇ ਪੰਜ ਦੋਖ ਹੈ, ਇਹ ਇਹਨਾਂ 'ਚੋਂ ਹੀ ਪੈਦਾ ਹੁੰਦੇ, ਵਿਕਾਰਾਂ 'ਚੋਂ, ਪੰਜਾਂ 'ਚੋਂ, ਥੋੜੇ ਜਿਹੇ ਅੰਤਰ ਨਾਲ। ਐਸੇ ਤਰੀਕੇ ਨਾਲ ਅੱਗੇ ਵਿਚਾਰ ਗੁਰੂ ਮਹਾਰਾਜ ਫਰਮਾਉਂਦੇ ਹੈ, ਦਿਆਲੰ ਸਰਬੱਤਰ ਜੀਆ ਪੰਜ ਦੋਖ ਵਿਵਰਜਿਤ ਹੈ। ਪੰਜ ਦੋਖਾਂ ਨੂੰ ਉਹ ਦੂਰ ਰੱਖਦੇ। ਭੋਜਨੰ ਗੋਪਾਲ ਕੀਰਤਨੰ, ਅਲਪ ਮਾਇਆ ਜਲ ਕਮਲ ਰਹਿਤੇ। ਉਹਨਾਂ ਦਾ ਭੋਜਨ ਗੋਪਾਲ ਦਾ ਕੀਰਤਨ ਹੁੰਦਾ, ਉਹਦੀ ਵਡਿਆਈ ਕਰਨੀ, ਕੀਰਤੀ ਕਰਨੀ, ਇਹੀ ਭੋਜਨ ਹੈ ਸੰਤ ਜਨਾਂ ਦਾ। ਔਰ ਉਹ ਅਲੇਪ ਰਹਿੰਦੇ ਹੈ ਸੰਸਾਰ ਤੋਂ, ਪਰਿਵਾਰ ਤੋਂ। ਕਿਵੇਂ? ਜਿਵੇਂ ਜਲ ਦੇ ਵਿੱਚ ਕਮਲ ਰਹਿੰਦਾ ਹੈ, ਗੰਦਗੀ ਦੇ ਵਿੱਚ ਉੱਗਦਾ ਰਹਿੰਦਾ, ਆਪਣੇ ਆਪ ਨੂੰ ਉੱਪਰ ਰੱਖ ਕੇ ਅਲੂਪ ਰਹਿੰਦਾ। ਇਸੇ ਤਰ੍ਹਾਂ ਸਾਨੂੰ ਹੁਕਮ ਹੈ ਵੀ ਇਸ ਪਰਿਵਾਰ ਦੇ ਵਿੱਚ, ਸੰਸਾਰ ਦੇ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਜੁਦਾ ਰੱਖਣਾ। ਉਪਦੇਸੰ ਸਮ ਮਿੱਤਰ ਸਤਰੈ, ਭਗਵੰਤ ਭਗਤ ਭਾਵਨੀ। ਉਹਨਾਂ ਦਾ ਜਿਹੜਾ ਉਪਦੇਸ਼ ਹੁੰਦਾ ਸਾਧੂ ਜਨਾਂ ਦਾ, ਉਹ ਬਰਾਬਰ ਹੁੰਦਾ, ਮਿੱਤਰਾਂ ਨੂੰ ਵੀ, ਦੁਸ਼ਮਣਾਂ ਨੂੰ ਵੀ। ਉਹ ਕਦੇ ਚਲਾਕੀਆਂ ਚੁਸਤੀਆਂ ਵਰਤ ਕੇ ਜਿਹੜਾ ਦੁਸ਼ਮਣ ਹੈ ਉਹਨੂੰ ਗਲਤ ਸੰਦੇਸ਼ ਨਹੀਂ ਦੇ ਸਕਦੇ ਬਈ ਉਹ ਫਸ ਜਾਵੇ ਉਹਦੀ ਗੱਲ 'ਚ। ਨੋ, ਉਪਦੇਸ਼ ਇੱਕੋ ਜਿਹਾ ਹੋਊਗਾ, ਗਲਤ ਨਹੀਂ ਦੇ ਸਕਦੇ। ਪਰਮਾਤਮਾ ਦੀ ਭਾਵਨੀ ਨਾਲ ਭਗਤੀ ਕਰਦੇ ਆ, ਪ੍ਰੇਮ ਨਾਲ। ਪਰ ਨਿੰਦਾ ਨਹਿ ਸਰੋਤ ਸਰਵਣ, ਆਪਣੇ ਕੰਨਾਂ ਤੋਂ, ਸਰਵਣਾ ਤੋਂ ਦੂਜੇ ਦੀ ਨਿੰਦਿਆ ਨਹੀਂ ਸੁਣਦੇ ਕਦੇ ਵੀ। ਨਿੰਦਿਆ ਔਰ ਸੱਚ ਕਹਿਣ 'ਚ ਵੀ ਅੰਤਰ ਹੁੰਦਾ, ਇਹ ਆਪ ਜੀ ਨੂੰ ਗਿਆਤ ਹੈ। ਨਿੰਦਿਆ ਨਹੀਂ ਸੁਣਦੇ ਕਿਸੇ ਦੀ ਵੀ, ਨਾ ਕਰਦੇ, ਔਰ ਆਪਣਾ ਆਪਾ ਤਿਆਗ ਕੇ ਸਾਰਿਆਂ ਦੀ ਰੇਣ ਬਣ ਜਾਂਦੇ, ਧੂੜ ਬਣ ਜਾਂਦੇ। ਤੋ ਥਿਓ ਪਵਾਹੀ ਦੱਬ, ਜੇ ਸਾਈਂ ਲੋੜ ਹੈ ਸਭ। ਜੇ ਸਭ ਨੂੰ ਭਾਈ ਸਾਈਂ ਦੀ ਲੋੜ ਹੈ ਤਾਂ ਪਹੀ ਦੀ, ਰਸਤੇ ਦੀ ਦੱਬ ਬਣ ਜਾਓ। ਇੱਕ ਛਿਜੈ ਬਿਆ ਲਤਾੜੀਏ,
ਤਾਂ ਖਸਮਿਆਂ ਦੇ ਦਰ ਬਾੜੀਏ। ਉੱਪਰ ਨੂੰ ਲੰਘਦੇ ਆ ਲੋਕ, ਦਿਬ ਹੇਠਾਂ ਪਈ ਹੁੰਦੀ ਹੈ ਲੰਬੀ, ਕਿਉਂਕਿ ਉੱਚੇ ਸਾਰਾ ਬੂਟਾ ਹੁੰਦਾ, ਉਹ ਝੁੱਕ ਕੇ ਹੇਠਾਂ ਧਰਤੀ ਤੇ ਆ ਜਾਂਦਾ, ਉਹ ਫਿਰ ਪੈਰਾਂ ਦੇ ਹੇਠ ਲਤਾੜਿਆ ਜਾਂਦਾ। 7-8 ਫੁੱਟ ਲੰਬਾ ਹੁੰਦਾ ਦੱਬ ਦਾ, ਰੱਸੀਆਂ ਬਣਦੀਆਂ ਉਦੋਂ। ਉਹ ਇਸ ਤਰੀਕੇ ਨਾਲ ਸਭ ਦੀ ਰੇਣ ਬਣ ਜਾਂਦੀ। ਖਟ ਲਖਣ ਪੂਰਨੈ ਪੁਰਖ ਹੈ, ਨਾਨਕ ਨਾਮ ਸਾਧ ਸਵਜਨ। ਇਹ ਜਿਹੜੇ 6 ਖਟ ਮੀਨਸ 6, ਇਹ ਜਿਹੜੇ 6 ਲੱਛਣ ਉੱਪਰ ਆਏ ਹੈ, ਪੂਰਨ ਪੁਰਖਾਂ ਦੇ ਹੁੰਦੇ ਆ, ਉਹਨਾਂ ਦਾ ਹੀ ਨਾਮ ਸਾਧੂ ਸੱਜਣ ਹੁੰਦਾ ਹੈ। ਇੱਕ ਦੇਖਣ ਵਾਲੀ ਗੱਲ ਸਾਧ ਸੰਗਤ ਜੀ ਹੋਰ ਹੈ, ਇਹ ਹੈ ਤਾਂ ਇਹ ਖਟ 6 ਹੈ, ਪਰ ਹਰ ਇੱਕ ਤੁਕ ਦੇ ਵਿੱਚ ਇੱਕ ਇੱਕ ਲੱਛਣ ਹੋਰ ਵੀ ਨਾਲ ਆਇਆ ਹੋਇਆ। ਕਈ ਇਹਨਾਂ ਨੂੰ 12 ਗਿਣਦੇ, ਪਰ ਗੁਰੂ ਮਹਾਰਾਜ ਨੇ 6 ਹੀ ਰੱਖੇ। ਪਹਿਲੀ ਵਿੱਚ ਆਏਗਾ ਵੀ ਰਾਮ ਨਾਮ ਦਾ ਮੰਤਰ ਰਸਨਾ ਦੇ ਉੱਤੇ ਹੋਵੇ, ਵਾਹਿਗੁਰੂ ਦਾ ਜਾਪ ਕਰਦਾ ਹੋਵੇ ਤੇ ਪਰਮਾਤਮਾ ਦੇ ਉੱਤੇ ਉਹਦਾ ਧਿਆਨ ਹੋਵੇ। ਦੂਜਾ ਆਏਗਾ ਦੁੱਖ ਸੁੱਖ ਨੂੰ ਸਮ ਕਰਕੇ ਜਾਣੇ, ਤੇ ਜਿਹੜੀ ਜੁਗਤੀ ਹੈ ਉਹ ਨਿਰਮਲ ਨਿਰਵੈਰ ਹੋਵੇ। ਅਗਲਾ ਆਏਗਾ ਸਰਵੱਤਰ ਦੇ ਉੱਪਰ ਦਿਆਲ ਹੋਵੇ, ਉਹ ਸਾਰਿਆਂ ਜੀਆਂ ਦੇ ਉੱਪਰ ਦਿਆਲਤਾ ਰੱਖਦਾ ਹੋਵੇ ਤੇ 5 ਦੁੱਖਾਂ ਨੂੰ ਦੂਰ ਰੱਖੇ। ਉਹਦਾ ਜਿਹੜਾ ਭੋਜਨ ਹੈ ਉਹ ਗੋਪਾਲ ਦੀ ਕੀਰਤੀ ਹੋਵੇ ਔਰ ਮਾਇਆ ਤੋਂ ਅਲੇਪ ਰਹੇ। ਉਪਦੇਸ਼ ਬਰਾਬਰ ਹੋਵੇ, ਮਿੱਤਰਾਂ ਨੂੰ ਵੀ ਦੁਸ਼ਮਣਾਂ ਨੂੰ ਵੀ ਪਰਮਾਤਮਾ ਦੀ ਭਗਤੀ ਹੋਵੇ ਮਨ ਵਿੱਚ, ਔਰ ਨਿੰਦਾ ਨੂੰ ਬਿਲਕੁਲ ਨਾ ਸੁਣੇ ਕਿਸੇ ਦੀ। ਆਪਣੇ ਆਪ ਨੂੰ ਤਿਆਗ ਕਰਕੇ ਰੇਣ ਬਣ ਜਾਵੇ ਲੋਕਾਂ ਦੀ, ਸਾਰੀ ਖਲਕਤ ਦੀ, ਖਾਸ ਕਰਕੇ ਸਾਧੂਆਂ ਦੀ। ਇਹ ਖਟ ਲੱਛਣ ਹੈ ਜਿਹੜੇ ਪਹਿਲਾਂ ਆ ਰਹੇ ਹੈ 6, ਇਹ ਸਾਧੂ ਜਨਾਂ 'ਚ ਹੁੰਦੇ। ਅਜਾ ਭੁਗੰਤ ਕੰਦ ਮੂਲਮ, ਅਜਾ ਬੱਕਰੀ ਨੂੰ ਕਹਿੰਦੇ। ਬੱਕਰੀ ਘਾਹ ਫੂਸ ਖਾਂਦੇ ਹੋਏ ਬਸੰਤੇ ਸਮੀਪ ਕਿਹਰੈ, ਉਹ ਵਸਦੀ ਹੈ ਕਿਹਰ ਦੇ ਨੇੜੇ। ਕਿਹਰ ਸ਼ੇਰ ਨੂੰ ਕਹਿੰਦੇ। ਬੱਕਰੀ ਜੇ ਸ਼ੇਰ ਦੇ ਕੋਲ ਬੰਨੀ ਵੀ ਹੋਵੇ ਔਰ ਉਹ ਆਨੰਦ ਲੈਂਦੀ ਹੋਵੇ ਕੰਦ ਮੂਲ ਦਾ, ਯਾਨੀ ਘਾਹ ਫੂਸ ਦਾ, ਪਰ ਡਰ ਉਹਦੇ ਮਨ 'ਚ ਹਰ ਵਕਤ ਰਹੂਗਾ ਵੀ ਸ਼ੇਰ ਖਾ ਨਾ ਜਾਵੇ ਮੈਨੂੰ। ਤਤਰਗਤੇ ਇਸੇ ਤਰ੍ਹਾਂ, ਤਤਰਗਤੇ ਸੰਸਾਰ ਹੈ ਨਾਨਕ ਸੋਗ ਹਰਖੁ ਵਿਆਪਤੇ। ਸੰਸਾਰ ਨੂੰ ਇਸੇ ਤਰ੍ਹਾਂ ਦੁੱਖ ਔਰ ਸੁੱਖ ਵਿਆਪਤੇ ਰਹਿੰਦੇ ਆ। ਜਿਵੇਂ ਬੱਕਰੀ ਹੈ, ਉੱਧਰ ਆਨੰਦ ਵੀ ਲੈ ਰਹੀ ਹੈ, ਮਜ਼ਾ ਵੀ ਕਰ ਰਹੀ ਹੈ ਆਪਣੇ ਘਾਹ ਫੂਸ ਨਾਲ, ਭੋਜਨ ਨਾਲ, ਉੱਧਰ ਸ਼ੇਰ ਦਾ ਡਰ ਵੀ ਹੈ। ਇਸੇ ਤਰ੍ਹਾਂ ਸਾਨੂੰ ਸੰਸਾਰ ਦੇ ਵਿੱਚ ਦੁੱਖ ਵੀ ਹੈ, ਸੁੱਖ ਵੀ ਹੈ। ਸੋ ਸਾਧ ਸੰਗਤ ਜੀ, ਇਹ ਤਾਂ ਰਹੀ ਅੱਜ ਦੀ ਵਿਚਾਰ ਜਿਹੜੀ ਗੁਰੂ ਮਹਾਰਾਜ ਨੇ ਸਾਨੂੰ ਬਖਸ਼ੀ ਹੈ। 6 ਲੱਛਣ ਮਸਕੀਨ ਜੀ ਨੇ ਬਹੁਤ ਵਧੀਆ ਵਿਆਖਿਆ ਕਰੀ ਹੋਈ ਹੈ, ਨੈੱਟ ਪਰ ਹੈਗੀ ਹੈ। ਇਹ ਮੇਰਾ ਖਿਆਲ ਹੈ ਉਹ ਵਿਆਖਿਆ ਦੇ ਉੱਪਰ ਵਿਆਖਿਆ ਕਰਨੀ ਕੋਈ ਚੰਗੀ ਗੱਲ ਨਹੀਂ ਹੈ। ਹੋਰ ਵੈਸੇ ਤਾਂ ਚਲੋ ਢੰਗ ਹੁੰਦਾ ਹਰ ਬੰਦੇ ਦਾ ਆਪਣਾ ਆਪਣਾ, ਕੋਈ ਗੁਰਮੁਖ ਕਰ ਸਕਦਾ ਹੈ, ਪਰ ਲੱਗਦਾ ਇਹ ਹੈ ਵੀ ਉਹਨਾਂ ਵਰਗੀ ਵਿਆਖਿਆ ਸ਼ਾਇਦ ਨਾ ਹੋਵੇ। ਕਿਵੇਂ ਉਹਨਾਂ ਨੇ ਮਿਸਾਲਾਂ ਦੇ ਦੇ ਕੇ ਸਮਝਾਇਆ ਬੰਦੇ ਨੂੰ। ਸਾਰੀ ਗੁਰਬਾਣੀ ਦੇ ਵਿੱਚੋਂ ਇਹ ਚੀਜ਼ ਆਉਂਦੀ ਹੈ। ਇਹ ਅਲੱਗ ਅਲੱਗ 6 ਲੱਛਣ ਕਿਤੇ ਨਾ ਕਿਤੇ ਇੱਧਰ ਉੱਧਰ ਬਹੁਤ ਜਗ੍ਹਾ ਪਏ ਆ ਗੁਰਬਾਣੀ 'ਚ, ਇੱਥੇ ਇਕੱਠੇ ਕਰ ਦਿੱਤੇ ਆ ਗੁਰੂ ਮਹਾਰਾਜ ਨੇ। ਸੋ ਇਹਦੇ ਵਿੱਚ ਜਿਹੜੀ ਹੋਰ ਵਿਚਾਰ ਆਊਗੀ ਦਿਨ ਦੇ ਵਿੱਚ ਇੱਧਰੋਂ ਉੱਧਰੋਂ, ਉਹਦੇ ਵਿੱਚੋਂ ਕੋਈ ਹੋਰ ਗੱਲਾਂ ਨਿਕਲਣਗੀਆਂ, ਉਹ ਬਾਅਦ 'ਚ ਕਰਾਂਗੇ। ਜਿਹੜੀ ਵਿਆਕਰਨਕ ਸੰਖੇਪ ਵਿਚਾਰ ਹੈ ਉਹ ਇਹੀ ਹੈ। ਜਦੋਂ ਵਿਆਖਿਆ ਕਰਨੀ ਹੈ ਤਾਂ ਇਹਦੇ 'ਚ ਬਹੁਤ ਸਾਰੀਆਂ ਵਿਚਾਰਾਂ ਹੋਰ ਨਿਕਲਣੀਆਂ, ਕਈ ਦਿਨ ਵਿਚਾਰ ਵੀ ਚੱਲ ਸਕਦੀ ਹੈ ਵੀ ਸਾਧੂ ਲੋਕ ਕੈਸੇ ਹੁੰਦੇ। ਕੋਈ ਇੱਕ ਲੱਛਣ ਨੂੰ ਲੈ ਕੇ ਵਿਆਖਿਆ ਕਰੂ, ਕੋਈ ਦੂਜੇ ਨੂੰ, ਉਸ ਤਰ੍ਹਾਂ। ਤੋ ਦਿਓ ਆਗਿਆ ਸਾਧ ਸੰਗਤ ਜੀਓ, ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਧ ਸੰਗਤ ਜੀਓ, ਇੱਕ ਕਰੈਕਸ਼ਨ ਕਰਿਓ ਗੁਰਬਾਣੀ ਦੀ ਤੁਕ ਦੀ। ਥੀਓ ਪਵਾਹੀ ਦੱਬ ਜੇ ਸਾਈਂ ਲੋੜੈ ਸਭ, ਇੱਕ ਛਿਜੈ ਬਿਆ ਲਤਾੜੀਐ ਤਾਂ ਸਾਈਂ ਦੇ ਦਰਬਾਰੀਐ। ਖਸਮ ਦੀ ਜਗ੍ਹਾ ਸਾਈਂ ਸ਼ਬਦ ਹੈ। ਸੋਧ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤ ਕਾਸ। ਭਗਤ ਰਵਿਦਾਸ ਜੀ ਦਾ ਵਚਨ ਹੈ। ਇੱਕ ਇੱਕ ਦੋਖ ਕਰਕੇ ਜਾਨਵਰ ਮਾਰਿਆ ਜਾਂਦਾ। ਜਿਵੇਂ ਉੱਪਰ ਵਿਚਾਰ ਆ ਲਈ ਭੌਰਾ
ਸੁਗੰਧੀ ਤੇ ਕਰਕੇ ਫੁੱਲ ਦੇ ਵਿੱਚ ਜਦ ਫੁੱਲ ਦੀਆਂ ਪੰਖੜੀਆਂ ਰਾਤ ਨੂੰ ਇਕੱਠੀਆਂ ਹੋ ਜਾਂਦੀਆਂ ਵਿੱਚੇ ਸਮਾ ਜਾਂਦਾ, ਫਿਰ ਉਹ ਮਰ ਜਾਂਦਾ। ਪਤੰਗਾ ਸੜ ਕੇ ਮਰਦਾ ਸ਼ਮ੍ਹਾਂ ਦੇ ਉੱਪਰ, ਕਿਸੇ ਵੀ ਰੋਸ਼ਨੀ ਦੇ ਉੱਪਰ ਅੱਗ ਜਿੱਥੇ ਬਲਦੀ ਹੁੰਦੀ ਹੈ। ਜਿਹੜਾ ਹਿਰਨ ਹੈ ਉਹ ਕੰਢੇੜੇ ਦੀ ਆਵਾਜ਼ 'ਚ ਫਸ ਜਾਂਦਾ ਹੈ। ਹਾਥੀ ਨੂੰ ਕਾਮ ਰੋਗ ਹੈ, ਹਥਣੀ ਨੂੰ ਦੇਖ ਕੇ ਉਹ ਫਸ ਜਾਂਦਾ, ਨਕਲੀ ਹਥਣੀ ਦਾ ਕਲਬੂਤ ਬਣਾ ਕੇ। ਮੱਛੀ ਜੀਭ ਵਿੱਚ ਕੁੰਡੀ ਫਸ ਜਾਂਦੀ ਹੈ, ਲੋਭ ਹੁੰਦਾ ਖਾਣ ਦਾ। ਇਹ ਜਿਹੜਾ ਇੱਕ ਇੱਕ ਦੋਖ ਹੈ, ਇਹਦੇ ਕਰਕੇ ਜਾਨਵਰ ਮਰਦੇ ਆ, ਫਸ ਜਾਂਦੇ ਆ। ਬਾਂਦਰ ਇੱਕ ਮੁੱਠੀ ਚਣਿਆਂ ਦੀ ਖਾਤਰ ਆਪਣਾ ਹੱਥ ਫਸਾ ਕੇ ਬਹਿ ਜਾਂਦਾ ਵਿੱਚ, ਤੋਤਾ ਫਸ ਜਾਂਦਾ ਇਸੇ ਤਰ੍ਹਾਂ। ਤਾਂ ਜਿਹੜਾ ਮਨੁੱਖ ਹੈ ਇਹਦੇ 'ਚ 5 ਅਸਾਧ ਰੋਗ ਹੈ, ਨਾ ਸਾਧਣੇ ਵਾਲੇ। ਸਾਧ ਸੰਗਤ ਜੀਓ, ਜਿੱਥੇ 5 ਰੋਗ ਹੋਵੇ, ਫਿਰ 5 ਦੋਖ ਹੋਵੇ, ਉੱਥੇ ਬਚਣ ਦੀ ਕਿੰਨੀ ਕਾਸ ਹੋ ਸਕਦੀ ਹੈ ਬੰਦੇ ਦੀ। ਇਸੇ ਕਰਕੇ ਬੰਦਾ ਬਚਦਾ ਨਹੀਂ, ਫਸਿਆ ਰਹਿੰਦਾ, ਸਾਰੀ ਉਮਰ ਲੰਘ ਜਾਂਦੀ ਹੈ, ਨਾਮ ਕੰਨੀ ਤੁਰਦਾ ਹੀ ਨਹੀਂ। ਕਾਮ ਵੀ ਤੰਗ ਕਰਦਾ ਹੈ, ਦ੍ਰਿਸ਼ਟੀ ਵੀ ਤੰਗ ਕਰਦੀ ਹੈ, ਸਰਵਣ ਜਿਹੜਾ ਕੰਢੇੜੇ ਦਾ ਉਹ ਵੀ ਤੰਗ ਕਰਦਾ, ਹਿਰਨ ਨੂੰ, ਸਾਨੂੰ ਵੀ ਕਰਦਾ। ਇਸ ਤਰ੍ਹਾਂ ਸੰਗੀਤ ਮਸਤ ਹੁੰਦੇ ਅਸੀਂ ਸੁਣ ਸੁਣ ਕੇ, ਇਹੋ ਜਿਹੇ ਗੀਤ ਜਿਹੜੇ ਚੱਲਦੇ ਆ। ਔਰ ਖਾਣ ਦਾ ਵੀ ਚਸਕਾ ਬੰਦੇ ਨੂੰ ਬਹੁਤ, ਲੋਭ ਵੀ ਹੈ, ਲੱਭ ਵੀ ਹੈ, ਦੋਨੋਂ ਹੈ। ਫਿਰ ਕਿਵੇਂ ਬਚਿਆ ਜਾਊ? ਪਰਮਾਤਮਾ ਹੀ ਬਚਾ ਸਕਦਾ, ਗੁਰੂ ਬਚਾ ਸਕਦਾ। ਅਸਾਧ ਰੋਗ ਹੈ, ਲੇਕਿਨ ਇਹ ਸਾਧੇ ਵੀ ਜਾ ਸਕਦੇ। ਇਹ ਵੀ ਗੁਰਬਾਣੀ ਨੇ ਸਾਨੂੰ ਇੱਕ ਤਸੱਲੀ ਦਵਾਈ ਹੈ, ਭਰੋਸਾ ਦਵਾਇਆ ਵੀ ਇਹ ਸਾਧੇ ਜਾ ਸਕਦੇ ਭਾਈ। ਗੁਰੂ ਨਾਲ ਜੁੜ ਜਾਓ, ਸੰਗਤ ਵਿੱਚ ਜਾਣ ਲੱਗ ਜਾਓ, ਮਨ ਨੂੰ ਜੋੜੋ ਪ੍ਰੇਮ ਦੇ ਨਾਲ, ਰੰਗ ਵਿੱਚ ਉਹਦੇ 'ਚ ਆਪੇ ਨਿਕਲ ਜਾਣਗੇ, ਘਟਣਗੇ। ਔਰ ਅਕਥ ਕਥਾ ਦੀ ਵਿਚਾਰ ਥੋੜ੍ਹੀ ਜਿਹੀ ਨਾਲ ਇਹਦੇ ਕਰ ਦੇਵਾਂ। ਜਿਵੇਂ ਅਸਾਧ ਦੀ ਗੱਲ ਆਈ ਹੈ ਨਾ, ਉਸੇ ਤਰ੍ਹਾਂ ਅਕਥ ਕਥਾ ਕਥੀ ਨਹੀਂ ਜਾਂਦੀ ਰੱਬ ਦੀ, ਅਕਥ ਹੈ। ਇੱਕ ਵਾਰ ਕਿਸੇ ਨੇ ਪੁੱਛਿਆ ਵੀ ਸੀ ਦਾਸਰੇ ਨੂੰ, ਵੀ ਜਦ ਹੈ ਹੀ ਇਕੱਠ ਹੈ, ਫਿਰ ਤੁਸੀਂ ਕਿਉਂ ਕੱਥਦੇ ਹੋ ਉਹਨੂੰ? ਜਿੰਨੇ ਵੀ ਕਥਾਕਾਰ ਨੇ, ਕਥਾਵਾਚਕ ਹੈ, ਐਂ ਵੀ ਕਿਹਾ ਉਹਨੇ ਵੀ ਤੁਹਾਡੀ ਗਲਤੀ ਹੈ, ਫਿਰ ਜਦ ਹੈ ਹੀ ਉਹ ਇਕੱਠ, ਬਾਣੀ ਕਹਿੰਦੀ ਹੈ, ਤੁਸੀਂ ਕਿਉਂ ਕੱਥਦੇ ਆ? ਫਿਰ ਉਹ ਆਮ ਬੁੱਧੀ, ਕੌਮਨ ਬੁੱਧੀ ਵਾਲਾ ਬੰਦਾ ਸੀਗਾ, ਸੁਣ ਲਿਆ ਉਹਨੇ ਕਿਤੋਂ ਵੀ ਇਕੱਠ ਹੈ, ਉਹਨੇ ਉਹ ਗੱਲ ਰੱਖੀ ਅੱਗੇ। ਬਿਲਕੁਲ ਇਕੱਠ ਹੈ ਸਾਧ ਸੰਗਤ ਜੀ ਉਹ, ਲੇਕਿਨ ਜੇ ਗੁਰੂ ਚਾਹੇ ਤਾਂ ਕਥਾ ਕਰਵਾ ਲੈਂਦਾ। ਇਹ ਗੱਲ ਗੁਰਬਾਣੀ ਚ ਆਉਂਦੀ ਹੈ 2-4 ਥਾਂ ਵੀ ਹੈ ਤਾਂ ਇਕੱਠ, ਪਰ ਜੇ ਉਹ ਚਾਹੇ ਫਿਰ ਉਹ ਇਕੱਠ ਨਹੀਂ ਰਹਿ ਜਾਂਦੀ, ਫਿਰ ਕਥੀ ਜਾਂਦੀ। ਆ ਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਹੋਰ ਕਿਆ ਕਰਿਆ? ਇਹ ਕਥਿਆ ਬਈ ਹੈ, ਭਗਤਾਂ ਨੇ ਵੀ ਕਥਿਆ ਹੋਇਆ। ਜਿਹਨੂੰ ਉਹ ਬਖਸ਼ ਦਿੰਦਾ, ਨਾਮ ਦੀ ਬਰਕਤ ਦੇ ਦਿੰਦਾ, ਉਹ ਕਥਨ ਲੱਗ ਪੈਂਦਾ। ਹਾਂ, ਜਿਹੜੀ ਦੁਨਿਆਵੀ ਤੌਰ ਤੇ ਕਥਾ ਹੁੰਦੀ ਹੈ, ਉਹ ਕੋਈ ਉਹਦਾ ਲੈਵਲ ਉਸ ਤਰ੍ਹਾਂ ਦਾ ਤਾਂ ਨਹੀਂ ਹੁੰਦਾ ਜਿਵੇਂ ਨਾਮ ਵਾਲੇ ਕਿਸੇ ਮਹਾਂਪੁਰਸ਼ ਦਾ ਹੁੰਦਾ। ਅਸੀਂ ਤਾਂ ਦੁਨਿਆਵੀ ਕਥਾ ਕਰਦੇ ਹਾਂ, ਪਰ ਇਹ ਵੀ ਅੱਛੀ ਉਹ ਅੱਛੀ ਹੈ, ਬੁਰਾ ਇਹਦੇ ਵਿੱਚ ਵੀ ਕੁਛ ਨਹੀਂ ਹੈ। ਜੇ ਆਪ ਨਹੀਂ ਤਾਂ ਦੂਜੇ ਦਾ ਭਲਾ ਤਾਂ ਹੋ ਹੀ ਜਾਂਦਾ। ਜੇ ਬੰਦਾ ਆਪਣੇ ਉੱਪਰ ਨਾ ਵੀ ਲਾਵੇ ਤਾਂ ਵੀ ਇਹ ਲਾਭਦਾਇਕ ਹੈ। ਕੁਛ ਇਹਦੇ ਕੰਨ 'ਚ ਕੋਈ ਗੁਰਬਾਣੀ ਦੀ ਬਾਤ ਪੈ ਜਾਵੇ, ਉਹ ਉਹਨੂੰ ਮੰਨ ਲੈਂਦਾ। ਜਿਵੇਂ ਇੱਕ ਕਥਾ ਵੀ ਆਉਂਦੀ ਹੈ ਵੀ ਕਿਸੇ ਨੇ ਪੰਡਤ ਤੋਂ ਕਥਾ ਸੁਣ ਲਈ ਵੀ ਰਾਮ ਦਾ ਨਾਂ ਲੈ ਕੇ ਨਦੀ ਤੋਂ ਪਾਰ ਹੋ ਜਾਂਦਾ ਬੰਦਾ, ਭਵ ਸਾਗਰ ਤੋਂ ਪਾਰ ਚਲੇ ਜਾਂਦਾ। ਤਾਂ ਕੋਈ ਵਿਚਾਰਾ ਬਿਲਕੁਲ ਸਿੱਧਾ ਸਾਦਾ ਸੀਗਾ, ਜ਼ਿਮੀਂਦਾਰ, ਜੇ ਕਿਸਾਨ ਹੁੰਦਾ, ਉਹਨੇ ਇਹ ਗੱਲ ਸੁਣ ਕੇ ਲਾਗ ਕੋਈ ਨਦੀ ਸੀਗੀ, ਉਹਦੇ 'ਚ ਢਿੱਲ ਗਿਆ ਉਹ ਵੀ ਮੈਂ ਰਾਮ ਰਾਮ ਕਹਿ ਕੇ ਪਾਰ ਕਰ ਲੂੰਗਾ। ਚਲੋ, ਤੋ ਇੱਕਣ ਵਚਨ ਸੁਣ ਲਏ ਪੰਡਤ ਤੋਂ, ਤੋ ਕੁਦਰਤੀ ਪੰਡਿਤ ਵੀ ਉੱਥੇ ਆ ਗਿਆ। ਉਹ ਕਹਿੰਦਾ ਜੀ ਮੈਂ ਤਾਂ ਬੇੜੀ ਦੇਖਦਾ। ਪੰਡਿਤ ਕਹਿੰਦਾ ਵੀ ਇੱਥੇ ਬੇੜੀ ਆਉਂਦੀ ਹੁੰਦੀ ਮੈਂ ਤਾਂ ਲੰਘੂ। ਉਹ ਕਹਿੰਦਾ ਜੀ ਤੁਸੀਂ ਤਾਂ ਕਹਿੰਦੇ ਵੀ ਪਾਰ ਲੰਘ ਜਾਂਦਾ, ਵੀ ਮੈਂ ਤਾਂ ਲੱਗਿਆ ਕੱਪੜੇ ਖੋਲ ਕੇ ਵਿੱਚ ਵੜਨ। ਫਿਰ ਪੰਡਿਤ ਕਹਿੰਦਾ ਉਹ ਨਹੀਂ ਭਾਈ, ਤੂੰ ਠੀਕ ਨਹੀਂ ਸਮਝਿਆ, ਤੂੰ ਡੁੱਬ ਜਾਏਗਾ ਵਿੱਚ, ਤੈਨੂੰ ਤੈਰਨਾ ਤਾਂ ਆਉਂਦਾ ਨਹੀਂ ਹੈ। ਕਹਿੰਦਾ ਨਾ, ਤੈਰਨਾ ਤਾਂ ਨਹੀਂ ਆਉਂਦਾ। ਫਿਰ ਕਹਿੰਦਾ ਤੁਸੀਂ ਕਿਹਾ ਨਹੀਂ ਵੀ ਤੈਰ ਜਾਂਦਾ ਬੰਦਾ, ਪਾਰ ਲੰਘ ਜਾਂਦਾ ਸਮੁੰਦਰ ਨੂੰ, ਵੀ ਆਹ ਤਾਂ ਨਦੀ ਹੋਵੇ ਛੋਟੀ ਜਿਹੀ। ਉਹ ਪੰਡਿਤ ਕਹਿੰਦਾ ਉਹ ਭਾਈ ਨਾ ਨਾ, ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਉਹ ਹੋਰ ਗੱਲ ਹੈ ਜਿਹੜੀ ਮੈਂ ਕਹਿਣਾ, ਉਹਦੇ ਵਿੱਚ ਤਾਂ ਮੈਂ ਵੀ ਨਹੀਂ ਲੰਘ ਸਕਦਾ ਇਹ ਨਦੀ ਵਿੱਚ ਨੂੰ, ਤਾਂ ਉਹ ਜਿਹੜੀ ਮੈਂ ਗੱਲ ਕਹਿਣਾ ਉਹਦਾ ਮਤਲਬ ਹੋਰ ਹੈ। ਕਹਿੰਦਾ ਪੰਡਿਤ ਜੀ ਤੁਸੀਂ ਫਿਰ ਝੂਠ ਬੋਲਦੇ।
ਕਹਿੰਦਾ ਵੀ ਝੂਠ ਤਾਂ ਮੈਂ ਵੀ ਨਹੀਂ ਬੋਲਦਾ, ਲਿਖਿਆ ਵਾ ਤਾਂ ਇੱਕ ਨੇ ਸ਼ਾਸਤਰਾਂ ਦੇ ਵਿੱਚ, ਪਰ ਮੈਨੂੰ ਵੀ ਪ੍ਰੈਕਟੀਕਲ ਨਹੀਂ ਹੈ ਵੀ ਕਿੱਕਣ ਲੰਘ ਹੁੰਦਾ। ਮੈਂ ਤਾਂ ਜੋ ਪੜ੍ਹਿਆ ਮੈਂ ਤੈਨੂੰ ਉਹ ਦੱਸ ਦਿੱਤਾ। ਤਾਂ ਚਲੋ ਕੁਝ ਨਾ ਕੁਝ ਭਲਾ ਸੁਣਨ ਵਾਲੇ ਦਾ ਹੋ ਜਾਂਦਾ, ਜੇ ਕਰਨ ਵਾਲੇ ਦੇ ਨਹੀਂ ਵੀ ਪ੍ਰੈਕਟੀਕਲ ਹੋਊਗਾ ਤਾਂ ਸੁਣਨ ਵਾਲੇ ਕਈ ਵਾਰ ਉਹਨੂੰ ਅਡਾਪਟ ਕਰ ਲੈਂਦੇ। ਸੁਣ ਕੇ ਬਹੁਤ ਬੜਾ ਗਿਆਨ ਪੈਦਾ ਹੋ ਜਾਂਦਾ, ਸੁਣ ਕੇ ਲੋਕ ਮਹਾਤਮਾ ਬਣ ਜਾਂਦੇ, ਸੰਤ ਬਣ ਜਾਂਦੇ। ਸੁਣਨੇ ਦੀ ਬਹੁਤ ਮਹਿਮਾ ਹੈ। ਪੁਰਾਣੇ ਜਦੋਂ ਸਾਡੇ ਬਜ਼ੁਰਗ ਹੁੰਦੇ ਸੀ ਜਿਹੜੇ, ਉਹ ਤਕਰੀਬਨ ਸਾਰੇ ਅਨਪੜ੍ਹੇ ਹੁੰਦੇ ਸੀ, ਪੜ੍ਹੇ ਵੀ ਕਿੰਨੇ ਕੁ ਹੋਣੇ, 1-2% ਹੁੰਦੇ ਸੀ, ਉਹ ਵੀ ਕਿਤੇ ਛੋਟਾ ਮੋਟਾ ਕਿਸੇ ਸਾਧੂ ਤੋਂ ਸਿੱਖ ਲਿਆ ਊੜਾ ਆੜਾ, ਇਸ ਤੋਂ ਵੱਧ ਨਹੀਂ ਸੀ ਹੁੰਦਾ। ਅੱਜ ਤੋਂ 100-200 ਸਾਲ ਪਹਿਲਾਂ ਉਹ ਵੀ ਸੁਣ ਕੇ ਪਰਬ੍ਰਹਮ ਨੂੰ ਪਾਉਂਦੇ ਹੀ ਸੀਗੇ। ਤਾਂ ਹੀ ਤਾਂ ਗੁਰਬਾਣੀ 'ਚ ਵਚਨ ਹੈ ਵੀ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਤਾਂ ਚਲੋ ਕਰੀਏ ਵਿਚਾਰ ਨੂੰ ਸਮਾਪਤ। ਪੰਜ ਦੋਖ ਸਾਡੇ ਵਿੱਚ ਹੈਗੇ ਆ, ਉਹ ਸਾਡੇ ਬਚਣ ਦੀ ਕਿਆਸ ਕਰੀ ਜਾ ਸਕਦੀ ਹੈ। ਕਿਵੇਂ ਕੋਈ ਬਚੂਗਾ ਇਹਨਾਂ ਤੋਂ? ਜੇ ਗੁਰੂ ਨਜ਼ਰ ਕਰਦੇ ਫਿਰ ਸਭ ਕੁਝ ਹੋ ਸਕਦਾ। ਫਿਰ ਇਹ ਅਸਾਧ ਨਹੀਂ ਰਹਿ ਜਾਂਦੇ, ਫਿਰ ਸਾਧੇ ਜਾਂਦੇ। ਸਿਰਫ ਗੁਰੂ ਦੀ ਨਜ਼ਰ ਦੀ ਗੱਲ ਹੈ। ਹੁਣ ਗੁਰੂ ਦੀ ਨਜ਼ਰ ਲੈਣ ਵਾਸਤੇ ਬੇਸ਼ੱਕ ਅਸੀਂ ਬੇਵੱਸ ਹੈ, ਗੁਰਬਾਣੀ ਵੀ ਇਹੀ ਫਰਮਾਉਂਦੀ ਹੈ। ਪਰ ਗੁਰਬਾਣੀ ਇਹ ਵੀ ਦੱਸਦੀ ਹੈ ਵੀ ਜੇ ਇੱਕ ਕਦਮ ਚੱਲੋਗੇ ਗੁਰੂ ਵੱਲ ਨੂੰ, ਤਾਂ ਉਹ ਤਾਂ ਕਰੋੜਾਂ ਕਦਮ ਆਉਣ ਨੂੰ ਤਿਆਰ ਹੈ। ਉਹਨੂੰ ਪਤਾ ਵੀ ਇਹ ਨਾ ਸਮਝੇ ਮੇਰੇ ਪੁੱਤਰ ਹੈ, ਪਰ ਹੈ ਤਾਂ ਨਾ ਸਮਝੇ, ਮੈਂ ਹੀ ਨਾ ਸਮਝ ਬਣਾਇਆ ਹੋਇਆ ਇਹਨਾਂ ਨੂੰ। ਤਾਂ ਜੇ ਬੰਦਾ ਇੱਕ ਕਦਮ ਚੱਲੇ, ਆਪਣੇ ਆਪ ਨੂੰ ਆਪਣੀ ਪਾਤਰਤਾ ਬਣਾਵੇ, ਯੋਗਤਾ ਬਣਾਵੇ, ਤਾਂ ਫਿਰ ਉਹ ਦੂਰ ਤਾਂ ਨਹੀਂ ਹੈ, ਅੰਦਰੇ ਬੈਠਾ ਹੁੰਦਾ। ਜੇ ਪਾਤਰਤਾ ਬਣ ਗਈ ਤਾਂ ਉਹਨੇ ਆਉਣਾ ਹੀ ਆਉਣਾ, ਕਿਉਂਕਿ ਉਹ ਪ੍ਰੇਮ ਦਾ ਭੁੱਖਾ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ। ਜੇ ਸਾਡੇ ਅੰਦਰੋਂ ਤਾਂਘ ਜਾਗ ਪਈ, ਬਿਰਹਾ ਜਾਗ ਪਿਆ ਵੀ ਅਸੀਂ ਉਹ ਤੋਂ ਬਿਰਹੇ ਚ ਵਿਛੋੜੇ ਚ, ਉਹਨੇ ਆਉਣਾ ਹੀ ਆਉਣਾ। ਉਹ ਹੋ ਨਹੀਂ ਸਕਦਾ ਵੀ ਉਹ ਨਾ। ਅਸੀਂ ਨਹੀਂ ਉਹਨੂੰ ਪਕੜਨਾ, ਉਹਨੇ ਸਾਨੂੰ ਆ ਕੇ ਹੱਥ ਪਕੜ ਲੈਣਾ। ਸਾਡਾ ਹੱਥ ਪਕੜਿਆ ਵਾ ਤਾਂ ਕਦੇ ਵੀ ਛੁੱਟ ਸਕਦਾ ਹੈ। ਜੇ ਉਹਨੇ ਪਕੜ ਲਿਆ ਘੁੱਟ ਕੇ, ਜਿਵੇਂ ਬਾਪ ਬੱਚੇ ਦਾ ਪਕੜ ਲੈਂਦਾ ਹੈ, ਤਾਂ ਉਹ ਛੱਡਦਾ ਨਹੀਂ। ਮੇਲੇ 'ਚ ਕਿਤੇ ਦੇਖ ਲਏ ਗੁਬਾਰੇ, ਬੱਚੇ ਨੇ, ਜੇ ਬੱਚੇ ਨੇ ਫੜੀ ਵੀ ਹੋਊ ਨਾ ਉਂਗਲੀ, ਬੱਚੇ ਨੇ ਛਡਾ ਕੇ ਭੱਜ ਜਾਣਾ ਹੁੰਦਾ। ਜੇ ਬਾਪ ਨੇ ਪਕੜੀ ਹੋਈ ਹੈ ਫਿਰ ਉਹ ਭੱਜ ਨਹੀਂ ਸਕਦਾ। ਉਹੀ ਗੱਲ ਗੁਰਬਾਣੀ ਫਰਮਾਉਂਦੀ ਹੈ, ਕੰਤ ਪਕੜ ਹਮ ਕੀਨੀ ਰਾਨੀ, ਬਾਂਹ ਪਕੜ ਹਮ ਕੀਨੀ ਰਾਨੀ। ਉਹ ਪੰਚਮ ਪਾਤਸ਼ਾਹ ਦੇ ਵਚਨ ਹੈ, ਅੱਗੇ 1-2 ਵਾਰ ਆਪਾਂ ਨੇ ਵਿਚਾਰੇ ਵੀ ਹੈਗੇ। ਜਦੋਂ ਵੀ ਬੰਦੇ ਨੇ ਆਪਣੇ ਆਪ ਨੂੰ ਨਿਗੇਟ ਕਰ ਲਿਆ ਵੀ ਮੈਂ ਆਈ ਐਮ ਨਥਿੰਗ, ਮੈਂ ਕੁਛ ਨਹੀਂ ਹੈ, ਪਰ ਇਹ ਗੱਲ ਵੀ ਉਹਦੇ ਹੁਕਮ 'ਚ ਹੁੰਦੀ ਹੈ, ਬੰਦੇ ਦੇ ਬਸ ਨਹੀਂ। ਵੀ ਕੋਈ ਬੰਦਾ ਕਹਿ ਤਾਂ ਦਊਗਾ, ਕਹਿਣਾ ਹੋਰ ਗੱਲ ਹੈ, ਪਰ ਸਮਝਣਾ ਵੀ ਆਈ ਐਮ ਨਥਿੰਗ ਇਹ ਬਹੁਤ ਬੜੀ ਗੱਲ ਹੈ। ਬਸ ਇੱਥੇ ਤੇ ਸ਼ੁਰੂ ਹੁੰਦਾ ਫਿਰ 10ਵੇਂ ਦੁਆਰ ਦਾ ਸਫ਼ਰ, ਉਸ ਤੇ ਉਰੇ ਤਾਂ ਸਭ ਕੱਚੀਆਂ ਗੱਲਾਂ ਹੁੰਦੀਆਂ। ਪਰ ਇਹ ਚੀਜ਼ਾਂ ਸਭ ਸੰਗਤ ਵਿੱਚ ਹੁੰਦੀਆਂ। ਸੰਗਤ ਇਸੇ ਕਰਕੇ ਬਹੁਤ ਉੱਤਮ ਹੈ। ਸੰਗਤ ਦੀ ਵਡਿਆਈ ਦੀ ਮਹਿਮਾ ਇੰਨੀ ਗਾਈ ਹੈ ਗੁਰਬਾਣੀ 'ਚ ਵੀ ਉੱਥੇ ਕੁਛ ਵੀ ਪੋਸੀਬਲ ਹੈ। ਅਕਥ ਨੂੰ ਕਥਨ ਲੱਗ ਪਊਗਾ ਬੰਦਾ, ਅਸਾਧਾਂ ਨੂੰ ਸਾਧ ਵੀ ਲਊਗਾ, ਤੇ ਪਰਮਾਤਮਾ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਦਿਓ ਆਗਿਆ, ਕਿਸੇ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਛਲੰ ਛਿਦਰੰ ਕੋਟ ਵਿਘਨੰ, ਅਪਰਾਧੰ ਕਿਲਵਿਖ ਮਲੰ, ਭਰਮ ਮੋਹੰ ਮਾਨ ਅਪਮਾਨੰ, ਮਦੰ ਮਾਇਆ ਵਿਆਪਤਿੰ, ਮ੍ਰਿਤਯ ਜਨਮ ਭਰਮੰਤ, ਨਰਕੈ ਅਨੇਕ ਪਾਵਨਾ ਸਿਧਯਤੇ, ਮ੍ਰਿਤਯ ਜਨਮ ਭਰਮੰਤ, ਨਰਕੈ ਅਨੇਕ ਉਪਾਵੰ ਨ ਸਿਧਯਤੇ, ਨਿਰਮਲੰ ਸਾਧ ਸੰਗੈ ਜਪੰਤ, ਨਾਨਕ ਗੋਪਾਲ ਨਾਮੰ, ਰਮੰਤ ਗੁਣ ਗੋਬਿੰਦ ਨਿਤ ਪ੍ਰਤੈ, ਤਰਨ ਸਰਨ ਸੁਆਮੀ ਰਮਨ ਸੀਲ ਪਰਮੇਸ਼ਵਰੈ, ਕਰਨ ਕਾਰਨ ਸਮਰਥੈ ਦਾਨ ਦੇਤ ਪ੍ਰਭ ਪੂਰਨੈ, ਨਿਰਾਸ ਆਸ ਕਰਣ ਸਗਲ ਅਰਥ ਆਲਿਐ, ਗੁਣ ਨਿਧਾਨ ਸਿਮਰੰਤ ਨਾਨਕ, ਸਗਲ ਜਾਚੰਤ ਜਾਚਕੈ, ਨਿਰਾਸ ਆਸ ਕਰਣ ਸਗਲ ਅਰਥ ਆਲੈ, ਗੁਣ ਨਿਧਾਨ ਸਿਮਰੰਤ ਨਾਨਕ, ਸਗਲ ਜਾਚੰਤ ਜਾਚਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰਮੁਖ ਜਨੋ,
ਗੁਰੂ ਮਹਾਰਾਜ ਪੰਚਮ ਧੰਨ ਧੰਨ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹੈ ਇਹਨਾਂ ਸ਼ਲੋਕਾਂ ਦੇ ਜਰੀਏ ਸੰਸਕ੍ਰਿਤੀ ਦੇ ਛਲੰ ਛਿਦਰੰ ਕੋਟ ਵਿਘਨ। ਛਲ ਹੁੰਦਾ ਬਲ ਛਲ ਕਰਨਾ, ਧੋਖਾ ਕਰਨਾ। ਛਿਦਰੰ ਦੋਸ਼ ਦੇਖਣਾ ਦੂਜੇ ਦਾ, ਜਿਵੇਂ ਪਰਾਇਆ ਛਿਦਰ ਅਟਕ ਲੈ ਆਪਣਾ ਅਹੰਕਾਰ ਵਧਾਵੇ, ਜਾਂ ਜੋ ਦੇਖੈ ਛਿਦਰ ਤਉ ਨਿੰਦਕ ਉਮਾਹੈ, ਭਲੋ ਦੇਖ ਦੁੱਖ ਭਰੀਐ। ਦੂਜੇ ਦਾ ਛਿਦਰ ਦੇਖ ਕੇ, ਦੂਜੇ ਦਾ ਦੋਸ਼ ਦੇਖ ਕੇ, ਦੂਜੇ ਦਾ ਔਗਣ ਦੇਖ ਕੇ ਬੰਦਾ ਖੁਸ਼ ਹੁੰਦਾ ਹੈ। ਜੇ ਉਹਦੀ ਕੋਈ ਭਲਾਈ ਦੀ ਗੱਲ ਹੋਵੇ ਉਹਨੂੰ ਦੇਖ ਕੇ ਦੁੱਖ ਪਾਉਂਦਾ, ਅੰਦਰੋਂ ਅੰਦਰ ਹੀ ਸਾੜਾ, ਜਿਹਨੂੰ ਦਵੈਸ਼ ਕਹਿੰਦੇ, ਉਹ ਹੁੰਦਾ। ਭਲੇ ਪੁਰਸ਼ ਚੰਗੀ ਗੱਲ ਨੂੰ ਚੰਗਾ ਕਹਿਣਗੇ, ਬੁਰੀ ਨੂੰ ਬੁਰਾ ਕਹਿ ਦੇਣਗੇ। ਜਿਹੜਾ ਸਾਕਤ ਬੰਦਾ ਹੈ ਉਹ ਹਮੇਸ਼ਾ ਦੂਜੇ ਦਾ ਬੁਰਾ ਦੇਖੂਗਾ, ਚੰਗਾ ਨਹੀਂ ਦੇਖ ਸਕਦਾ। ਕੋਟ ਵਿਘਨ, ਕਿੰਨੇ ਹੀ ਵਿਘਨ। ਵਿਘਨ ਹੁੰਦਾ ਜਿਹੜਾ ਦਸਤੂਰ ਦੇ ਉਲਟ ਕੋਈ ਵੀ ਕਰਮ ਹੋਵੇ। ਅਪਰਾਧੰ, ਅਪਰਾਧ ਕਰੇ ਵੇ। ਅਪਰਾਧ ਹੁੰਦੇ ਜਿਹੜੇ ਹੱਥਾਂ ਪੈਰਾਂ ਨਾਲ, ਸਰੀਰ ਨਾਲ ਕਰੇ ਜਾਂਦੇ। ਕਿਲਵਿਖ, ਕਿਲਵਿਖ ਵੀ ਦੁੱਖਾਂ ਨੂੰ ਕਹਿੰਦੇ ਆ, ਪਾਪਾਂ ਨੂੰ ਕਹਿੰਦੇ ਆ। ਤੇ ਮਲੰਗ ਮੈਲ, ਇਹ ਸਾਰੇ ਹੀ ਭਾਈ। ਔਰ ਨਾਲ ਹੋਰ ਭਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤ। ਮਾਇਆ ਦੇ ਵਿੱਚ ਇਹ ਸਾਰਾ ਕੁਛ ਆਉਂਦਾ। ਇਹ ਜਿਹੜੇ ਵੀ ਰੂਪ ਹੈ, ਛਲ ਛਿਦਰ ਕੋਟ ਵਿਘਨ, ਅਪਰਾਧ ਕਿਲਵਿਖ ਮੈਲ ਭਰਮ ਮੋਹ ਮਾਨ ਅਪਮਾਨ ਮਦੰ, ਇਹਨਾਂ ਦੇ ਵਿੱਚ ਮਾਇਆ ਦੇ ਨਾਲ ਮਸਤ ਰਹਿੰਦਾ ਬੰਦਾ। ਮਾਇਆ ਦਾ ਹੰਕਾਰ ਰਹਿੰਦਾ ਬੰਦੇ ਦੇ ਅੰਦਰ। ਮ੍ਰਿਤਯ ਜਨਮ ਪਰਮੰਤ, 84 ਚ ਪਏ ਰਹਿੰਦੇ ਆ। ਮ੍ਰਿਤੂ ਔਰ ਜਨਮ ਦੇ ਗੇੜ ਚ ਪਏ ਰਹਿੰਦੇ ਆ। ਮੁਕਤੀ ਨਹੀਂ ਹੁੰਦੀ। ਮੁਕਤੀ ਤੋਂ ਭਾਵ ਇਸ ਜਨਮ ਵਿੱਚ ਵਿਕਾਰਾਂ ਤੋਂ ਛੁਟਕਾਰਾ ਨਹੀਂ ਹੁੰਦਾ। ਔਰ ਭਰਮਦੇ ਰਹਿੰਦੇ, 84 ਦੇ ਗੇੜ ਚ ਪਏ ਰਹਿੰਦੇ। ਨਰਕ ਹੈ ਅਨੇਕ ਉਪਾਵ ਨਾ ਪਰਮੰਤ ਨਰਕ ਹੈ। ਨਰਕਾਂ ਦੇ ਵਿੱਚ ਪਏ ਰਹਿੰਦੇ ਆ, ਕੋਈ ਯਤਨ ਸਹਾਈ ਨਹੀਂ ਹੁੰਦਾ। ਅਨੇਕ ਉਪਾਵੰ ਨਾ ਸਿੱਧੇ, ਅਤੇ ਜਿੰਨੇ ਵੀ ਮਾਇਆ ਦੇ ਤਹਿਤ ਯਤਨ ਕਰਦਾ ਬੰਦਾ, ਜੋ ਕੁਛ ਹੁੰਦਾ ਰਿਹਾ ਸੰਸਾਰ ਦੇ ਵਿੱਚ, ਕਿਵੇਂ ਧੂਣੀਆਂ ਤਾਪਣੀਆਂ, ਠੰਡਾ ਜਲ ਘੜੇ ਪਾਉਣੇ, ਇੱਕ ਟੰਗ ਦੇ ਭਾਰ ਖੜਨਾ, ਮੂੰਹ ਬੰਨ੍ਹ ਕੇ ਰੱਖਣਾ, ਮੌਨ ਧਾਰਨੇ, ਇਹ ਜਿਹੜੀਆਂ ਬਾਹਰ ਦੀਆਂ ਸਰੀਰਕ ਪ੍ਰਕਿਰਿਆਵਾਂ ਸੀਗੀਆਂ, ਯਾਤਨਾਵਾਂ ਦੇਣੀਆਂ ਸਰੀਰ ਨੂੰ, ਇਹਨਾਂ ਦੇ ਨਾਲ ਭਾਈ ਕੋਈ ਸਿੱਧੀ ਨਹੀਂ ਹੁੰਦੀ। ਸਿੱਧੀ ਤੋਂ ਮਤਲਬ ਹੈ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਨਾ ਹੀ ਮਨ ਨਿਰਮਲ ਹੁੰਦਾ, ਸਗੋਂ ਹੋਰ ਮੈਲ ਲੱਗ ਜਾਂਦੀ ਹੈ। ਜਨਮ ਮਰਨ ਪਿਆ ਰਹਿੰਦਾ, ਬਣਿਆ ਰਹਿੰਦਾ। ਇਹ ਸਭ ਮਾਇਆ ਦੀ ਖੇਡ ਹੈ। ਨਿਰਮਲੰ ਸਾਧ ਸੰਗੈ ਜਪੰਤ ਨਾਨਕ ਗੋਪਾਲ ਨਾਮ। ਨਿਰਮਲ ਕਿਹੜੀ ਚੀਜ਼ ਹੈ? ਫਿਰ ਗੁਰੂ ਸਾਹਿਬ ਨੇ ਕਿਸ ਚੀਜ਼ ਨੂੰ ਕਿਹਾ? ਇਹ ਤਾਂ ਸਾਰਾ ਕੁਛ ਬੇਕਾਰ ਹੈ, ਇਹਨਾਂ ਨੂੰ ਤਾਂ ਛੱਡਣਾ ਜੋ ਸੰਸਾਰ ਕਰਦਾ ਆਇਆ। ਇਹਦੇ ਵਿੱਚ ਜਿਹੜਾ ਪਰਿਵਾਰ ਦਾ ਮੋਹ ਹੈ ਉਹ ਵੀ ਆ ਜਾਂਦਾ ਹੈ। ਮੋਹ ਛੱਡਣਾ ਹੈ, ਪਰਿਵਾਰ ਨਹੀਂ ਛੱਡਣਾ। ਪਰਿਵਾਰ ਨਾਲ ਪ੍ਰੇਮ ਜ਼ਰੂਰ ਕਰਨਾ, ਵਿੱਚ ਰਹਿਣਾ। ਨਿਰਮਲੰ ਸਾਧ ਸੰਗੈ, ਸਾਧੂ ਦੀ ਜਿਹੜੀ ਸੰਗਤ ਹੈ, ਗੁਰੂ ਕੀ ਸੰਗਤ ਜਿਹੜੀ ਹੈ, ਉਹ ਨਿਰਮਲ ਹੁੰਦੀ। ਉਹਦੇ ਵਿੱਚ ਬੈਠ ਕੇ ਬੰਦਾ ਸੁਣ ਕੇ ਵਿਚਾਰ ਕੇ ਫਿਰ ਨਿਰਮਲ ਹੋ ਸਕਦਾ, ਹੋਰ ਕੋਈ ਤਰੀਕਾ ਨਹੀਂ ਹੈ। ਤੋ ਸਾਧ ਸੰਗਤ ਜੀਓ, ਕਈ ਦਫਾ ਸਾਡੇ ਸਿੱਖ ਵਿਚਾਰਕ ਵੀ ਇਹੀ ਜਿਹੀਆਂ ਗੱਲਾਂ ਕਰਦੇ ਸੁਣੇ, ਦੱਸਦੇ ਨੇ ਵੀ ਨਹੀਂ ਜੀ, ਜੋ ਉਹ ਵੀ ਕਰਦੇ ਉਹਦੇ 'ਚ ਵੀ ਕੁਛ ਭਲਾ ਹੈ। ਉਹ ਭਾਈ ਹੁੰਦਾ ਹੋਊਗਾ, ਉਹਨਾਂ ਨੂੰ ਨਹੀਂ ਹੁੰਦਾ, ਉਹ ਆਪਾਂ ਕਹਿ ਲੈਣਾ ਆਪਾਂ ਗੁਰੂ ਦੀ ਗੱਲ ਨੂੰ ਮੰਨ ਲਈਏ ਬਈ ਉਹਨਾਂ ਦੇ ਨਾਲ ਨਹੀਂ ਸਿੱਧੀ ਪ੍ਰਾਪਤ ਹੁੰਦੀ, ਨਹੀਂ ਮਨ ਨਿਰਮਲ ਹੁੰਦਾ, ਨਹੀਂ ਰੱਬ ਦਾ ਮੇਲ ਹੋ ਸਕਦਾ। ਜੇ ਮੇਲ ਕਰਨਾ ਹੈ ਤਾਂ ਕੇਵਲ ਔਰ ਕੇਵਲ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ। ਫਿਰ ਸਾਨੂੰ ਆਹ ਵਿਧੀ ਅਪਣਾਉਣੀ ਪੈਣੀ ਹੈ, ਸਾਧ ਸੰਗਤ ਵਾਲੀ। ਇੱਕੋ ਹੀ ਇੱਕ ਇਹ ਕਰਮ ਹੈ ਜਿਹਦੇ ਨਾਲ ਅਸੀਂ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ। ਜਪੰਤ ਨਾਨਕ ਗੋਪਾਲ ਨਾਮ, ਸੰਗਤ ਦੇ ਵਿੱਚ ਰੱਬ ਦਾ, ਗੋਪਾਲ ਦੇ ਨਾਮ ਦੇ ਗੁਣ ਗਾਉਣੇ, ਉਹਨੂੰ ਜਪਣਾ, ਇਹੀ ਇੱਕ ਉਪਾਅ ਹੈ, ਹੋਰ ਕੋਈ ਉਪਾਅ ਨਹੀਂ। ਸਾਰੀ ਬਾਣੀ ਨਾਮ ਦੇ ਆਲੇ ਦੁਆਲੇ ਘੁਮਾਉਂਦੀ ਹੈ ਬੰਦੇ ਨੂੰ, ਮਾਣ ਦੀ ਗਿਆਤ ਕਰਾਉਂਦੀ ਹੈ, ਹਉਮੈ ਦੀ, ਕਿਉਂਕਿ ਹਉਮੈ ਦੇ ਵਿੱਚ ਨਹੀਂ ਹੁੰਦਾ ਨਾਮ। ਦੋਵਾਂ ਦਾ ਇੱਕ ਦੂਜੇ ਨਾਲ ਵਿਰੋਧ ਹੈ, ਡਾਇਰੈਕਟਲੀ ਆਪੋਜਿਟ ਹੈ। ਇਹ ਮਾਣ ਹੈ ਅੰਦਰ, ਜਿਵੇਂ ਸਾਰੇ ਸੰਸਾਰ ਦੇ ਵਿੱਚ ਸਾਡੇ 'ਚ ਹੈ, ਨਾਮ ਅੰਦਰ ਨਹੀਂ ਆ ਸਕਦਾ। ਨਾਮ ਆ ਗਿਆ ਤਾਂ ਮਾਣ ਅੰਦਰ ਰਹਿ ਨਹੀਂ ਸਕਦਾ। ਪਰ ਇਹ ਵਿਰਲੇ ਮਹਾਂਪੁਰਸ਼ਾਂ 'ਚ ਹੁੰਦੀ ਹੈ ਗੱਲ, ਹਰ ਇੱਕ 'ਚ ਨਹੀਂ ਹੁੰਦੀ। ਤਰੀਕਾ ਇਹੀ ਹੈ।
ਅਗਰ ਅਸੀਂ ਵੀ ਚਾਹੁੰਦੇ ਹਾਂ ਸਾਨੂੰ ਇਹ ਅਵਸਥਾ ਮਿਲ ਜਾਏ ਤਾਂ ਸੰਗਤ ਦੇ ਵਿੱਚ ਜਾ ਕੇ ਗੋਪਾਲ ਦੇ ਗੁਣ ਵਾਹਿਗੁਰੂ ਦਾ ਨਾਮ ਜਪਣਾ ਹੀ ਪਊਗਾ। ਰਮੰਤ ਗੁਣ ਗੋਬਿੰਦ ਨਿਤ ਪ੍ਰਤੈ, ਪਰਮਾਤਮਾ ਦੇ ਗੁਣ ਨਿਤਾ ਪ੍ਰਤੀ ਸਵਾਸ ਸਵਾਸ ਜਪਣਾ ਹੀ ਪੈਣਾ ਸਾਨੂੰ। ਸਵਾਸ ਸਵਾਸ ਤੋਂ ਜਾਂ ਸਾਸ ਗ੍ਰਾਸ ਦਾ ਜ਼ਿਕਰ ਵੀ ਸਾਧ ਸੰਗਤ ਜੀ ਗੁਰਬਾਣੀ 'ਚ ਬਹੁਤ ਆਉਂਦਾ ਹੈ। ਕਈ ਸਵਾਲ ਵੀ ਇਹ ਉਠਾਉਂਦੇ ਆ ਜਿਹੜੀ ਬੁੱਧੀ ਤਰਕ ਵਾਲੀ ਹੈ ਬਈ ਸਵਾਸਾਂ ਨਾਲ ਕਿੱਕਣ ਜਪ ਲੂਗਾ ਕੋਈ ਬੰਦਾ। ਉਹ ਭਾਈ ਇਹ ਖੇਡਾਂ ਹੈਗੀਆਂ ਚੌਥੇ ਪਦ ਦੀਆਂ। ਆਪਾਂ ਮੰਨ ਲਈਏ ਇਹਨਾਂ ਨੂੰ ਕਿਉਂਕਿ ਸਾਡੀ ਉੱਥੇ ਪਹੁੰਚ ਨਹੀਂ ਹੈ, ਪਰ ਇਹ ਗੱਲ ਸੱਚੀਆਂ ਗੱਲਾਂ ਇਹ ਉਹਨਾਂ ਨੇ ਲਿਖੀਆਂ ਜਿਨ੍ਹਾਂ ਨੇ ਤਵੀ ਤੇ ਬੈਠ ਕੇ ਵੀ ਆਪਣੇ ਹੁਕਮ ਨੂੰ ਮੰਨਿਆ ਸੀ ਵੀ ਨਹੀਂ ਕਰੀ, ਆਰਿਆਂ ਨਾਲ ਵੀ ਚਰਾ ਹੋ ਗਏ। ਤਾਂ ਸਾਡੀ ਉੱਥੇ ਤੱਕ ਪਹੁੰਚ ਨਹੀਂ ਹੈ, ਮੰਨਣੀਓ ਬਣਦੀ ਹੈ ਗੱਲ। तो ਜੇ ਕੋਈ ਬਾਤ ਕਬੀਰ ਜੀ ਫਰਮਾ ਰਹੇ हैं, ਬਾਬਾ ਰਵਿਦਾਸ ਜੀ ਕਹਿ ਰਹੇ हैं ਯਾਤਨਾਵਾਂ ਉਹਨਾਂ ਨੇ ਵੀ ਚੱਲੀਆਂ ਪਰ ਆਪਣਾ ਸਿਧਾਂਤ ਨਹੀਂ ਛੱਡਿਆ, ਤਾਂ ਉਹ ਗੱਲ ਸੱਚੀ ਹੈ। ਸਾਡੀ ਬੁੱਧੀ ਹੋਰ ਤਰ੍ਹਾਂ ਦੀ ਹੈ, ਮੰਨਣਾ ਹੀ ਠੀਕ ਹੈ। ਤਾਂ ਜਿਹੜਾ ਵੀ ਨਿਤ ਪ੍ਰਤੀ ਦੀ ਗੱਲ ਹੈ, ਸਾਸ ਗ੍ਰਾਸ ਦੀ ਗੱਲ ਹੈ, ਸਵਾਸ ਸਵਾਸ ਦੀ ਗੱਲ ਹੈ, ਅੱਠੇ ਪਹਿਰ ਦੀ ਬਾਤ ਹੈ, ਇਹ ਕੋਈ ਅਲੋਕਾਰੀ ਗੱਲ ਨਹੀਂ ਹੈ। ਦੇਖੋ ਸਾਧ ਸੰਗਤ ਜੀ, ਜਿਹੜਾ ਮਹਾਂਪੁਰਸ਼ ਦਿਨ ਵਿੱਚ ਤਾਂ ਨਜ਼ਰ ਆਉਂਦਾ ਵੀ ਜਪਦਾ ਹੋਊਗਾ, ਵੀ ਸੁੱਤਾ ਪਿਆ ਕਿਵੇਂ ਜਪਦਾ ਹੋਊ। ਸਵਾਸ ਤਾਂ ਉਦੋਂ ਵੀ ਆਉਂਦੇ, ਅੱਠ ਪਹਿਰ ਤਾਂ ਉਹ ਵੀ ਵਿੱਚ ਹੈ। ਉਹਦੀ ਬਾਤ ਇਹ ਹੈ, ਦਾਨਿਆਂ ਨੇ ਦੱਸੀ ਹੋਈ ਬਾਤ ਹੈ ਵੀ ਜਦੋਂ ਆਪਾਂ ਸੌਂ ਜਾਂਦੇ ਹਾਂ ਦਿਲ ਤਾਂ ਉਦੋਂ ਵੀ ਧੜਕਦਾ ਰਹਿੰਦਾ ਆਪਣਾ, ਸਾਸ ਵੀ ਚੱਲਦਾ ਰਹਿੰਦਾ, ਹਾਲਾਂਕਿ ਆਪਾਂ ਨੂੰ ਪਤਾ ਕੋਈ ਨਹੀਂ ਹੁੰਦਾ, ਗੂੜੀ ਨੀਂਦ 'ਚ ਪਏ ਹੁੰਦੇ। ਬਿਲਕੁਲ ਉਸੇ ਤਰ੍ਹਾਂ ਜਿਹੜਾ ਸਾਡਾ ਮਡੂਲਾ ਓਬਲੰਗੇਟਾ ਹੈ, ਗਿੱਚੀ ਦੇ ਪਿੱਛੇ ਜਿਹੜਾ ਦਿਮਾਗ ਦਾ ਹਿੱਸਾ ਹੁੰਦਾ ਹੈ, ਉਹਦੇ ਵਿੱਚ ਇਹ ਪ੍ਰਕਿਰਿਆਵਾਂ ਚੱਲਦੀਆਂ ਸਵਾਸ ਦੀਆਂ ਔਰ ਦਿਲ ਧੜਕਣੇ ਦੀਆਂ, ਉਸੇ ਦੇ ਵਿੱਚ ਨਾਮ ਚੱਲਦਾ ਹੈ। ਇਹ ਜਿਹੜਾ ਅੰਦਰ ਚੱਲਣੇ ਦੀ ਬਾਤ ਹੈ, ਸੁੱਤੇ ਪਿਆਂ ਦੇ ਵੀ ਚੱਲਣ ਦੀ ਬਾਤ ਹੈ, ਇਹ ਬਿਲਕੁਲ ਉੱਕਣੇ ਹੁੰਦੀ ਹੈ ਜਿੱਕਣ ਸਾਨੂੰ ਸਵਾਸ ਆਉਂਦਾ ਜਾਂ ਦਿਲ ਧੜਕਦਾ। ਭਾਵੇਂ ਮੰਨਣਾ ਮੁਸ਼ਕਿਲ ਲੱਗਦੀ ਗੱਲ, ਪਰ ਹੈ ਇਸ ਤਰ੍ਹਾਂ ਹੀ। ਹਰ ਇੱਕ ਬੁਰਕੀ ਦੇ ਨਾਲ ਕੋਈ ਕਰਕੇ ਵੀ ਦੇਖ ਲਵੇ ਤਾਂ ਗੱਲ ਪੋਸੀਬਲ ਹੈ। ਕੋਈ ਦੇਖ ਲਓ ਕਰਕੇ, ਜਦ ਵੀ ਬੁਰਕੀ ਆਪਾਂ ਚੱਬਦੇ ਹਾਂ, ਜਿੰਨੀ ਵਾਰ ਚੱਬਦੇ ਹਾਂ ਉਨੀ ਵਾਰ ਵਾਹਿਗੁਰੂ ਨਿਕਲਦਾ ਹੈ, ਕਹਿ ਹੋ ਜਾਂਦਾ। ਨਿਘਾਰਨ ਦੇ ਟਾਈਮ ਵੀ ਕਹਿ ਹੋ ਜਾਂਦਾ। ਤਾਂ ਕਈ ਇੱਕ ਦੋ ਫਿਰਕਿਆਂ ਨੇ ਇਹੀ ਜਿਹੀ ਵੀ ਗੱਲਾਂ ਪ੍ਰਚਾਰੀਆਂ ਹੋਈਆਂ ਵੀ ਅੰਦਰ ਨੂੰ ਜਦ ਕਹਿਣਾ ਤਾਂ ਵਾਹ ਕਹਿਣਾ, ਬਾਹਰ ਨੂੰ ਗੁਰੂ ਕਹਿਣਾ ਹੈ ਜਾਂ ਦੂਜੀ ਤਰ੍ਹਾਂ ਕਹਿਣਾ ਹੈ। ਇਹ ਇੱਕ ਦੋ ਉਪਨਿਸ਼ਦਾਂ ਵਿੱਚ ਵੀ ਹੈ ਇਹ ਬਾਤਾਂ ਆਉਂਦੀਆਂ, ਪਰ ਸਾਨੂੰ ਜਿਹੜਾ ਸਿੰਪਲ ਮਾਰਗ ਦੱਸਿਆ ਵੀ ਗਿਣਤੀਆਂ ਮਿਣਤੀਆਂ ਨਹੀਂ ਕਰਨੀਆਂ, ਧਿਆਨ ਉਹਦੇ ਵਿੱਚ ਰੱਖਣਾ ਹੈ। ਗੁਰਮੰਤਰ ਕਿਵੇਂ ਜਪਣਾ ਇਹਦੇ ਵਿੱਚ ਧਿਆਨ ਨਹੀਂ ਰੱਖਣਾ, ਗੁਰਮੰਤਰ ਵਿੱਚ ਧਿਆਨ ਰੱਖਣਾ, ਯਾਨੀ ਵਾਹਿਗੁਰੂ ਸ਼ਬਦ ਵਿੱਚ ਧਿਆਨ ਲਾਉਣਾ ਹੈ, ਨਾ ਕਿ ਇਹ ਵੀ ਅਸੀਂ ਅੰਦਰ ਨੂੰ ਕਹਿਣਾ, ਗੁਰੂ ਬਾਹਰ ਨੂੰ ਕਹਿਣਾ ਜਾਂ ਇਹਦੇ ਉਲਟ ਕਹਿਣਾ। ਇਸ ਤਰ੍ਹਾਂ ਦੀ ਵਿਚਾਰ ਗੁਰਮਤਿ ਨੇ ਨਹੀਂ ਪਾਈ ਹੋਈ। ਉਹਨਾਂ ਨੇ ਫਿਰ ਗ੍ਰਾਸ ਦਾ ਅਰਥ ਵੀ ਕੁਛ ਹੋਰੇ ਬਣਾ ਲਿਆ। ਗ੍ਰਾਸ ਦਾ ਅਰਥ ਗ੍ਰਾਹੀ ਹੁੰਦੀ ਹੈ, ਬੁਰਕੀ ਹੁੰਦੀ ਹੈ, ਰੋਟੀ ਚੱਬਣ ਦੇ ਟਾਈਮ ਵੀ, ਖਾਣਾ ਖਾਂਦੇ ਟਾਈਮ ਵੀ ਉਹਨੂੰ ਯਾਦ ਕਰਨਾ। ਹੁਣ ਦੁਨੀਆ ਦੇ ਵਿੱਚ ਸੋਚ ਅਲੱਗ ਅਲੱਗ ਹੈ, ਕਿਆ ਕਹਿ ਸਕਦਾ ਕੋਈ ਕਿਸੇ ਨੂੰ। ਉਹ ਗ੍ਰਾਸ ਦਾ ਮਤਲਬ ਹੀ ਹੋਰ ਬਣਾ ਲਿਆ ਹੋਇਆ। ਹਾਲਾਂਕਿ ਗੁਰਬਾਣੀ 'ਚ ਦਾਸਰੇ ਨੇ ਖੋਜ ਕਰੀ ਹੈ ਇਸ ਗੱਲ ਦੀ, ਇਸ ਤਰ੍ਹਾਂ ਦੀ ਕੋਈ ਬਾਤ ਆਉਂਦੀ ਨਹੀਂ ਹੈ। ਗ੍ਰਾਸ ਦਾ ਹੀ ਮਤਲਬ ਹੈ, ਗ੍ਰਾਹ ਬੁਰਕੀ ਨੂੰ ਇਹ ਕਹਿੰਦੇ ਆ। ਉਹ ਬੁਰਕੀ ਦੇ ਟਾਈਮ ਵੀ, ਚੱਬਣੇ ਦੇ ਟਾਈਮ ਵੀ ਉਹਨੂੰ ਯਾਦ ਕਰਨਾ, ਮਤਲਬ ਕੋਈ ਸਵਾਸ ਵਿਰਥਾ ਨਾ ਜਾਵੇ। ਇਹ ਹੈ ਨਿਤਾ ਪ੍ਰਤੀ ਦੀ ਬਾਤ। ਨਿਤਾ ਪ੍ਰਤੀ ਤੋਂ ਨਿਤ ਪ੍ਰਤੀ ਵੀ ਬਣਦਾ ਹੈ, ਪਰ ਇਹਦਾ ਅਰਥ ਉਹੀ ਹੈ ਜਿਹੜਾ ਅੱਠ ਪਹਿਰ ਵਾਲਾ। ਪਰ ਇਹ ਵਿਰਲੇ ਬੰਦੇ ਹੀ ਕਰ ਸਕਦੇ ਆ, ਮਹਾਂਪੁਰਸ਼ ਹੋਰ ਨਹੀਂ ਕੋਈ ਵੀ ਕਰ ਸਕਦਾ। ਅਸੀਂ ਤਾਂ ਇੱਕ ਪਹਿਰ ਵੀ ਨਹੀਂ ਕਰ ਸਕਦੇ, ਅੱਠ ਪਹਿਰ ਤਾਂ ਇੱਕ ਪਾਸੇ ਰਿਹਾ, ਇੱਕ 10 ਮਿੰਟ ਵੀ ਨਹੀਂ ਕਰ ਸਕਦੇ। ਤਰਨ ਸਰਨ ਸੁਆਮੀ ਰਮਨਸ਼ੀਲ ਪਰਮੇਸ਼ਰ। ਤਰਨ ਤਾਰਨ ਵਾਲੀ ਜਿਹੜੀ ਬੇੜੀ ਹੈ ਉਹਦੀ ਸ਼ਰਨ ਹੈ। ਉਹ ਕਿਹੜੀ ਚੀਜ਼ ਹੈ ਬੇੜੀ? ਜਿਵੇਂ ਨਦੀ ਦੇ ਵਿੱਚੋਂ ਬੇੜੀ ਪਾਰ ਲੰਘਾਉਂਦੀ ਹੈ, ਇਸੇ ਤਰ੍ਹਾਂ ਪਰਮੇਸ਼ਰ ਦਾ ਜਿਹੜਾ ਨਾਮ ਹੈ ਬਹੁਤ ਸਹਿਨਸ਼ੀਲ, ਸ਼ਾਂਤੀ ਵਾਲਾ, ਉਹ ਸਾਨੂੰ ਇਸ ਸੰਸਾਰ ਤੋਂ ਪਾਰ ਲੰਘਾ ਦਿੰਦਾ। ਕਰਨ ਕਾਰਨ ਸਮਰੱਥ ਹੈ, ਦਾਨ ਦੇਤ ਪ੍ਰਭ ਪੂਰਨ ਹੈ। ਉਹ ਕਰਨ ਕਾਰਨ ਸਮਰੱਥ ਹੈ, ਕਾਰਨ ਨੂੰ ਬਣਾਉਣ ਵਾਲਾ ਵੀ ਉਹੀ ਹੈ। ਕਬੀਰ ਕਾਰਨ ਸੋ ਪਿਆ ਜੋ ਕੀਨੋ ਕਰਤਾਰ। ਕਹਿ ਦਿੰਦੇ ਜੀ ਆਹ ਕਾਰਨ ਬਣ ਗਿਆ, ਮੌਤ ਇਹਦੀ ਨਮੂਨੀਏ ਨਾਲ ਹੋ ਗਈ, ਕੈਂਸਰ ਨਾਲ ਹੋ ਗਈ, ਕਰੋਨਾ ਨਾਲ ਹੋ ਗਈ। ਉਹ ਭਾਈ ਇਹ ਕਿਹਨੇ ਬਣਾਏ? ਜੇ ਇਹਨੂੰ ਹੋਰ ਅੱਗੇ ਚੱਲੀਏ ਆਪਾਂ ਤਾਂ ਇਹ ਵੀ ਤਾਂ ਉਹਦੇ ਹੁਕਮ ਵਿੱਚ ਹੈ ਜਿਹੜੀਆਂ ਬਿਮਾਰੀਆਂ। ਕਾਰਨ ਉਹੀ ਹੈ, ਸਮਰੱਥ ਹੈ ਉਹ ਦਾਨ ਦੇਣ ਦਾ ਹੈ, ਹਰ ਇੱਕ ਜਗ੍ਹਾ ਪੂਰ ਹੈ।
परिपूर्ण है, व्यापक है। परमात्मा दान दिंदा सब नूं, गुरु दान दिंदा है, बंदा नहीं दान दे सकदा। ये गल फिर समझण वाली है। दान की निखेधी करी हुई है बहुत गुरबाणी च, हर एक अंग दे उपर, लेकिन वो समझण वाली गल है। असीं अगर दान करते हैं वो हौमे च हुंदा है, असीं सेवा के तौर पर लेना उहनूं। परमात्मा और गुरु दान करते हैं हमेशा। दान हुंदा ही ਉਹੀ है जिहड़ा निष्काम होकर बिना किसी लालच तो लोभ तो करिया जावे। साडे अंदर तो छुपी हुई भावना हुंदी, लोग सानूं चंगा कहें, हौमे दी भावना हुंदी है। या ये भी हुंदा दे दे मंगै सैसा गुणा सोभ करे संसार। 10 रुपये चढ़ा के अपने इष्ट नूं फिर उत्ते 1000 गुणा मंगना, साडी ये भावना भी हुंदी है। तो दानी केवल और केवल गुरु और परमात्मा है। होर कोई भी नहीं संसार का बंदा दानी हो सकता, भावें अपना सारा घर बार भी लुटा देवे, ਉਹਨੂੰ भी दानी नहीं गुरबाणी गिनती है। हरि चंद दान करे जस लेवै, बिन गुर अंत ना पाए अपेवै। तो हरि चंद राजे वर्गा दानी संसार च कौन है होर, जिन्हें घर बार लुटाता, राज भाग भी छड़ दिता, नौकरी भी करी, अपने बेटा बच्चा मर गया ਉਹਦੇ खातर पैसा भी कोई नहीं सीगा, फिर मसाणा ਦੇ ਵਿੱਚ नौकरी करी जाके ਧਾਨ ਕਮਾਉਣ ਕੇ। ਉਹਦੀ भी गुरबाणी ने कोई वडियाई नहीं गिनी, क्योंकि वो सारा कुछ हौमे च हो रहा सी। नाम नहीं उन्हें जपिया, ये कर्म करिया दान वाला। ਇਹਨੂੰ गुरबाणी ने कदे नहीं चंगा किया, किते भी नहीं चंगा आउंदा गुरबाणी च। दान की निखेधी आई है, क्योंकि दान की तो भावना ही वडियाई वाली है। सेवा का कोरसपोंडिंग शब्द है दान का गुरमत विच। फिर उरे क्यों आया? उरे क्योंकि परमात्मा और गुरु जिहड़े है वो दाते हैं दान दे, जिहड़ा नाम दिंदे हो, इस सेंस विच वो दानी है। और जिहड़ा आम भी आपां कोई समग्री दुनियावी पदार्थ भी जो ले रहे हैं, वो भी परमात्मा तो ही आ रहा है, वो दानी है संसार का। असीं नहीं दानी, कोई भी हो सकता, मंगते हैं सब। निराश आस करन सगल अर्थ आलिया, निराशियां नूं आशा कराउण वाला ਉਹੀ है। सगल अर्थ आलिया, बाकी सब मंगते हैं भाई। और जिन्ने भी अर्थ चारा है, पैसा धेला है या कोई रसदा भी है, वो भी विच आ जांदियां। उन्हां दा घर परमात्मा ही है, सब कासे दा ਉਹੀ है। असीं सब मंगते हैं, निराशियां नूं आस करन वाला ਉਹੀ है। गुण निधान सिमरंत नानक सगल जाचंत जाचकै। उस परमात्मा नूं, उस गुणां दे खजाने नूं, धनी नूं, मालक नूं सिमरना ही बनता है। नानक भी उसे नूं सिमरदा है। गुरु नानक पातशाह फरमाउने हैं, उस गुणां दे खजाने नूं भाई सिमरन करो। मैं भी उसे नूं सिमरदा है जिन्हों सारे मंगते चाहुंदे हैं भी सानूं तू मिल जा। जाचंत जाचकै, याचना करने वाले सब मंगते हैं, ਉਹਨੂੰ ਚਾਹੁੰਦੇ हैं। नानक भी उसे ਨੂੰ ਚਾਹੁੰਦਾ है। गुरु नानक पातशाह जी का या पंजवें पातशाह जी का पंजवें नानक का वचन है। तो साध संगत जियो, अज की विचारता हुई इत्थे समाप्त। बाकी दिन विच कोई होर विचारां रिलेटेड आउणगीਆਂ, वो फिर करांगे, क्योंकि इस टाइम फिर निता प्रति ਦੀਆਂ ਜਿਹੜੀਆਂ ਜ਼ਰੂਰਤਾਂ ਹੁੰਦੀਆਂ, इशनान करना पढ़ना, वो करने करके टाइम घट लगता है। फिर हॉस्पिटल जाने की भी तैयारी करनी होंदी है। फिर दिन विच भी 3 बजे तो बाद कुछ ना कोई वेल हो जाता पेशेंटां दा, उदों फिर ये विचारां आ जांदियां मन विच। लेकिन उदों संगत नूं अपना उधर जिवें पश्चिम दे विच शायद उदों रात हुंदी होनी है, वो विचारां फिर सवेरे सुणन नूं मिलदियां। पहलां वो सुणनियां पैंदियां अद्धा पौना घंटा या घंटा भी लग जाता कई बार 3 बजे तो। फिर आप जी समझ लियो भी इस करके फिर जिहड़ी विचार है जे होर भी जिहड़ी खोली जा सकती है, वो घट खुलदी है। समय की बात है, कोई नहीं, वो दिन विच हो जाती है जदों भी ख्याल आउंदा। आप जी इस गल की माफ़ी हो दिओ, कोई अपशब्द की खिमा। सारिआं दे चरनां च बेनती गुजारिश भी सिर दे उत्ते हत्थ रखियो संगत जिओ। इस तरह चलता रहे, सारी संगत का प्रेम बनया रहे। बहुत ऊंची गल है नहीं, ग्रुपां दे विच क्या होंदा है आपां नूं पता है। पहले ग्रुपां 'च भी आपां देखिआ है, बस वाए झगड़े तो होर कुछ नहीं निकलदा।
ਇਹਦੇ ਵਿੱਚ ਵੀ ਇੱਕ ਦੋ ਵਾਰ ਖਲਾਰਾ ਜਿਹਾ ਹੋਣ ਦੀ ਪੈਣ ਦੀ ਕੋਸ਼ਿਸ਼ ਤਾਂ ਹੋਈ ਹੈ, ਪਰ ਮਹਾਰਾਜ ਨੇ ਸਮਰੱਥਾ ਦਿੱਤੀ ਆਪਾਂ ਨੂੰ, ਠੀਕ ਚੱਲ ਰਿਹਾ। ਕੋਈ ਵਧੀਆ ਗੱਲ ਹੈ ਇੱਕ ਦੂਜੇ ਦੇ ਵਿਚਾਰ ਸੁਣਨੇ, ਕਿਉਂਕਿ ਪਰਫੈਕਟ ਕੋਈ ਹੈ ਨਹੀਂ, ਸਾਰਿਆਂ ਦੇ ਅੰਦਰ ਕੁਛ ਨਾ ਕੁਛ ਗੁਣ ਹੁੰਦਾ ਹੈ। ਕੋਈ ਔਗਣ ਵੀ ਹੋ ਸਕਦੇ, ਉਹ ਫਿਰ ਸੰਗਤ ਵਿੱਚੋਂ ਹੀ ਨਿਕਲਣੇ ਇੱਥੋਂ ਹੀ। ਇਸ ਕਰਕੇ ਬਹੁਤ ਵਧੀਆ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਹੋ ਰਹੀ ਹੈ। ਇੱਕ ਦਿਨ ਕਿਸੇ ਨੇ ਪਰਸਨਲ ਤੇ ਪਾਇਆ ਹੈ ਬਈ ਪਰਮਾਤਮਾ ਸ਼ਬਦ ਗੁਰਬਾਣੀ 'ਚ ਨਹੀਂ ਆਉਂਦਾ। ਉਹਨੇ ਬਹੁਤ ਜ਼ੋਰ ਨਾਲ ਕਹੀ ਇਹ ਗੱਲ ਵੀ ਅਸੀਂ ਜਿੰਨੇ ਵੀ ਕਥਾਕਾਰ ਹੈ ਸਭ ਝੂਠੇ ਹੈ। ਜੇ ਕਹੋ ਤਾਂ ਦਾਸਰਾ ਉਹ ਤੁਹਾਨੂੰ ਆਡੀਓ ਪਾ ਵੀ ਦੇਊਗਾ ਕੋਲ ਹੈ ਦਾਸਰੇ ਦੇ। ਕੋਈ ਬਜ਼ੁਰਗ ਹੈ, ਉਹ ਇਹ ਗੱਲ ਨੂੰ ਬਹੁਤ ਵਹੀਮੈਂਟਲੀ ਝੂਠਾ ਸ਼ਬਦ 3-4 ਵਾਰ ਕਿਹਾ ਵੀ ਜਿਹੜੇ ਕਥਾਵਾਚਕ ਹੈ ਸਭ ਝੂਠ ਬੋਲਦੇ, ਪਰਮਾਤਮਾ ਕਿਉਂ ਬੋਲਦੇ ਜਦ ਗੁਰਬਾਣੀ 'ਚ ਨਹੀਂ ਆਇਆ। ਬੜਾ ਧੱਕਾ ਜਿਹਾ ਲੱਗਿਆ ਮਨ ਨੂੰ ਵੀ ਕਿਆ ਐਸੀ ਉਹ ਗੱਲ ਹੈ। ਨਹੀਂ ਸਾਧ ਸੰਗਤ ਜੀ, ਫਿਰ ਖਿਆਲ ਆ ਗਿਆ ਵੀ ਉਹਨੂੰ ਵੀ ਪਾਈਏ ਲਿਖ ਕੇ। ਫਿਰ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਕੋਈ ਵੀ, 3-4 ਦਿਨ ਹੋ ਗਏ। ਜਿਨੀ ਆਤਮ ਚੀਨਿਆ ਪਰਮਾਤਮ ਸੋਈ। ਇਹੀ ਜਿਹੀ ਗੱਲ ਤਾਂ ਨਹੀਂ ਹੈ ਵੀ ਪਰਮਾਤਮ ਸ਼ਬਦ ਆਉਂਦਾ ਨਹੀਂ ਵਿੱਚ। ਉਹ ਕਹਿੰਦਾ ਸੀ ਪਰਾਤਮ ਆਉਂਦਾ, ਪ੍ਰਾਤਮ ਆਉਂਦਾ। 2-3 ਵਾਰ ਉਹਨਾਂ ਨੇ ਕਿਹਾ ਵੀ ਪ੍ਰਾਤਮ ਸ਼ਬਦ ਤਾਂ ਆਉਂਦਾ, ਵੀ ਪਰਮਾਤਮਾ ਨਹੀਂ ਆਉਂਦਾ। ਲੇਕਿਨ ਆਹ ਦੇਖੋ, ਜਿਨੀ ਆਤਮ ਚੀਨਿਆ ਪਰਮਾਤਮ ਸੋਈ। ਜੇ ਆਪ ਜੀ ਵੀ ਸੁਣਨਾ ਚਾਹੁੰਦੇ ਉਹਨਾਂ ਦੇ ਵਚਨ ਤਾਂ ਦਾਸਰਾ ਪਾ ਦੂਗਾ ਗਰੁੱਪ 'ਚ, ਜਾਣ ਕੇ ਨਹੀਂ ਪਾਇਆ ਅਜੇ। ਸੋ ਪਤਾ ਨਹੀਂ ਹੁਣ ਆਪਾਂ ਆਪਣੀ ਬੁੱਧ ਹੈ ਜੇਤੀ, ਜਿੰਨਾ ਕਿਸੇ ਨੂੰ ਕੋਈ ਮੋਤੀ ਮਿਲਦਾ ਗੁਰਬਾਣੀ 'ਚੋਂ ਉਨੀ ਉਹ ਗੱਲ ਕਰ ਸਕਦਾ ਬੰਦਾ। ਜਿਹਨੂੰ ਕੋਈ ਵੱਧ ਮਿਲ ਗਿਆ, ਕੋਈ ਲਾਲ ਮਿਲ ਗਿਆ, ਕਿਸੇ ਨੂੰ ਰਤਨ ਮਿਲ ਗਿਆ, ਤੋ ਰਤਨ ਦੀ ਵੈਲਿਊ ਜ਼ਿਆਦਾ ਹੁੰਦੀ ਹੈ ਬਾਕੀਆਂ ਸਾਰਿਆਂ ਨਾਲੋਂ। ਹਾਲਾਂਕਿ ਕਈ ਸੈਂਸ ਵਿੱਚ ਸਭ ਨੂੰ ਰਤਨ ਵੀ ਆਪਾਂ ਕਹਿ ਦਿੰਦੇ ਹਾਂ, ਪਰ ਰਤਨ ਜੁਦੀ ਗੱਲ ਹੈ, ਕਿਉਂਕਿ ਹੀਰਾ ਵੀ ਛੋਟੀ ਗੱਲ ਹੈ ਉਹਦੇ ਮੁਕਾਬਲੇ 'ਚ ਰਤਨ ਦੇ। ਹੀਰਾ ਕਿਸਕਾ ਬਾਪੜਾ ਪੁੱਜੈ ਨਾ ਰਤਨ ਕਰੋੜ। ਰਤਨ ਜਿਹੜਾ ਹੈ ਉਹ ਬਹੁਤ ਕੀਮਤੀ ਚੀਜ਼ ਹੈ। ਤੋ ਸਾਧ ਸੰਗਤ ਜੀ ਦਿਓ ਖਿਮਾ ਬਖਸ਼ ਦਿਓ, ਖਿਮਾ ਮੰਗਦਾ ਦਾਸਰਾ ਤੁਹਾਡੇ ਕੋਲੋਂ, ਅਸੀਸ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿੰਨ ਹਰੀ ਚੰਦ ਪ੍ਰਿਥਮ ਪਤ ਰਾਜੈ, ਕਾਗਦ ਕੀਮ ਨਾ ਪਾਈ। ਔਗਣ ਜਾਣੈ ਤਾਂ ਪੁੰਨ ਕਰੇ ਕਿਉਂ, ਕਿਉਂ ਨਖਾਸ ਬਿਕਾਈ। ਮਹਾਵਾਕ ਹੈ ਗੁਰਬਾਣੀ ਦਾ। ਤਿੰਨ ਹਰੀ ਚੰਦ ਪ੍ਰਿਥਮ ਪਤ ਰਾਜੈ, ਤਿੰਨ ਤੱਤੇ ਨਸਿਆਰੀ ਨੰਦੇ ਨਸਿਆਰੀ। ਤਿੰਨ ਦਾ ਮਤਲਬ ਹੈ ਉਸ, ਇਹ ਐਡਜੈਕਟਿਵ ਹੈ ਪਰ ਇਹ ਸਿੰਗੂਲਰ ਹੈ। ਜੇ ਬਹੁਤਿਆਂ ਦੀ ਗੱਲ ਉਹਨਾਂ ਦੀ ਹੁੰਦੀ ਤਾਂ ਤੱਤੇ ਨਸਿਆਰੀ ਨੰਨਾ ਆਉਂਦਾ ਗੁਰਬਾਣੀ 'ਚ। ਇਕਣੇ ਜਿਨ ਸ਼ਬਦ ਹੈ, ਜੱਜੇ ਨਸਿਆਰੀ ਨੰਨੇ ਨਸਿਆਰੀ ਇੱਕ ਖਾਤਰ ਆਉਂਦਾ ਜਿਸ। ਤੇ ਜੇ ਬਹੁਤੇ ਹੋਵੇਂ ਜੱਜੇ ਨਸਿਆਰੀ ਸੱਸਾ ਆਉਂਦਾ ਬਿਨਾਂ ਸਿਹਾਰੀ ਤੋਂ, ਉਹਦਾ ਮਤਲਬ ਹੁੰਦਾ ਜਿਨ੍ਹਾਂ ਨੇ। ਤਾਂ ਇੱਥੇ ਹੈ ਜਿਸ ਹਰੀ ਚੰਦ ਪ੍ਰਿਥਵੀ ਪਤ ਰਾਜੈ। ਪ੍ਰਿਥਵੀ ਦੇ ਮਾਲਕ ਬੜਾ ਸਾਰਾ ਛਤਰਪਤੀ ਰਾਜਾ ਸੀ, ਪਰ ਉਹਨੇ ਵੀ ਲਿਖੇ ਹੋਏ ਦੀ ਕੀਮਤ ਨਹੀਂ ਪਾਈ। ਔਗਣ ਜਾਣੇ ਤਾਂ ਪੁੰਨ ਕਰੇ। ਜੇ ਜਾਣਦਾ ਵੀ ਇਹ ਔਗਣ ਹੈ, ਮਿਸਟੇਕ ਹੈ, ਤਾਂ ਕਿਉਂ ਇਹੋ ਜਿਹੇ ਪੁੰਨ ਕਰਦਾ ਫਿਰਦਾ ਉਹ। ਆਪਣਾ ਘਰ-ਬਾਰ ਛੱਡਦਾ, ਆਪਣੇ ਆਪ ਨੂੰ ਵੀ ਵੇਚ ਦਿੰਦਾ, ਸਭ ਕੁਛ ਦਾਨ 'ਚ ਲੰਘਾਤਾ ਉਹਨੇ। ਇਹ ਔਗਣ ਹੈ ਗੁਰਬਾਣੀ ਦੇ ਮੁਤਾਬਕ। ਸੰਸਾਰ ਨਹੀਂ ਇਹਨੂੰ ਔਗਣ ਮੰਨਦਾ, ਸੰਸਾਰ ਤਾਂ ਇਹਨੂੰ ਬਹੁਤ ਉਪਮਾ ਦਿੰਦਾ। ਇਸੇ ਕਰਕੇ ਤਾਂ ਸੰਸਾਰੀ ਦਾ ਤੇ ਜਿਹੜਾ ਭਗਤ ਹੈ ਚੌਥੇ ਪਦ ਵਾਲਾ, ਉਹਦਾ ਮੇਲ ਨਹੀਂ ਬਣਦਾ ਕਦੇ। ਦੋਹਾਂ ਦੀ ਸੋਚ ਅਲੱਗ-ਅਲੱਗ ਹੈ ਬਿਲਕੁਲ। ਇੱਕ ਧਰਤੀ ਤੇ ਹੈ, ਇੱਕ ਅਸਮਾਨ 'ਚ। ਔਗਣ ਜਾਣੇ ਤਾਂ ਪੁੰਨ ਕਰੇ ਕਿਉਂ, ਕਿਉਂ ਨਿਖਾਸ ਬਿਕਾਈ। ਨਿਖਾਸ ਹੁੰਦੀ ਹੈ ਮੰਡੀ, ਖਾਸ ਕਰਕੇ ਜਿੱਥੇ ਆਦਮੀਆਂ ਦਾ ਵਪਾਰ ਹੁੰਦਾ। ਅੱਗੇ ਪੁਰਾਣੇ ਸਮਿਆਂ 'ਚ ਹੋਇਆ ਕਰਦਾ ਸੀ, ਜਿਵੇਂ ਡੰਗਰਾਂ ਦੀ ਮੰਡੀ ਲੱਗਦੀ ਹੈ, ਇਸੇ ਤਰ੍ਹਾਂ ਬੰਦਿਆਂ ਦੀ, ਗੁਲਾਮਾਂ ਦੀ ਵੀ ਮੰਡੀ ਲੱਗਿਆ ਕਰਦੀ ਸੀ। ਉਸ ਮੰਡੀ ਦੇ ਵਿੱਚ ਕਿਉਂ ਵੇਚਦਾ ਆਪਣੇ ਆਪ ਨੂੰ ਜਾ ਕੇ। ਕਿਉਂ ਇਹ ਜਿਹੇ ਜਿਹੜਾ ਸੋ ਕਾਲਡ ਪੁੰਨ ਹੈ, ਔਗਣ ਹੈ, ਉਹ ਕਿਉਂ ਕਰਦਾ ਉਹ। ਉਹਨੂੰ ਸਮਝ ਨਹੀਂ ਸੀ ਇਸ ਗੱਲ ਦੀ ਵੀ ਇਹ ਔਗਣ ਹੈ। ਸੰਸਾਰ ਨੂੰ ਹੁਣ ਤੱਕ ਵੀ ਸਮਝ ਨਹੀਂ ਹੈ ਵੀ ਇਹ ਔਗਣ ਹੈ। ਇਸੇ ਕਰਕੇ ਦਾਨ ਨੂੰ ਜਿਹੜਾ ਪੁੰਨ ਦਾਨ ਜਿਹੜਾ ਹੈ, ਇਹਨੂੰ ਬਹੁਤ ਅੱਛਾ ਨਹੀਂ ਗਿਣਿਆ ਜਾਂਦਾ ਗੁਰਬਾਣੀ 'ਚ, ਗੁਰਮਤਿ ਵਿੱਚ। ਸ਼ਬਦ ਉਹੀ ਹੁੰਦਾ ਹੈ, ਲੇਕਿਨ ਉਹਦੀ ਜਿਹੜੀ ਅੰਦਰਲੀ ਇੰਟ੍ਰਿੰਸਿਕ ਵੈਲਿਊ ਹੈ ਉਹਦਾ ਫਰਕ ਹੁੰਦਾ ਹੈ। ਕੋਈ ਬੰਦਾ 200 ਰੁਪਇਆ ਕਿਸੇ ਨੂੰ ਦਿੰਦਾ ਹੈ ਨੀਵਾਂ ਹੋ ਕੇ, ਵੀ ਗੁਰੂ ਨੇ ਦਿੱਤਾ, ਚਲੋ ਇਹਨੂੰ ਲੋੜ ਹੈ ਵਿਚਾਰੇ ਨੂੰ, ਨੰਗਾ ਫਿਰਦਾ, ਦੇ ਦਿਓ।
ਕੋਈ ਬੰਦਾ ਹਉਮੈ ਦੇ ਵਿੱਚ 200 ਰੁਪਇਆ ਦਿੰਦਾ, ਜਦ ਕੋਲ 5-4 ਬੈਠੇ ਹੋਵੇਂ ਆਪਣੇ ਚਮਚੂ ਵੀ ਮੇਰੀ ਸੋਭਾ ਕਰਨਗੇ, ਉਹਦੀ ਬੋਲੀ ਵੀ ਹੰਕਾਰੀ ਹੁੰਦੀ ਹੈ। ਹਾਕ ਵੀ ਜਦੋਂ ਮਾਰਦਾ ਤਾਂ ਪਤਾ ਚੱਲ ਪੈਂਦਾ ਵੀ ਇਹਦੇ ਅੰਦਰ ਕਿੰਨਾ ਕੁ ਹਉਮੈ ਦਾ ਗੁਬਾਰ ਹੈ। ਸੋ ਇੱਕ ਦੇ ਹਾਰ ਪੈਣੇ ਜਾ ਕੇ ਦਰਗਾਹ 'ਚ, ਦੂਜੇ ਦੇ ਪੌਲੀਆਂ ਪੈਣੀਆਂ, ਜੁੱਤੀਆਂ ਪੈਣੀਆਂ। ਦਿੱਤੇ ਦੋਹਾਂ ਨੇ 200 ਹੈ, ਐਕਸ਼ਨ ਇੱਕ ਜਿਹਾ ਹੀ ਪ੍ਰਤੀਤ ਹੁੰਦਾ ਹੈ, ਪਰ ਦੋਹਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਇਸੇ ਤਰ੍ਹਾਂ ਪੁੰਨ ਔਰ ਸੇਵਾ ਦਾ ਅੰਤਰ ਹੈ, ਚੀਜ਼ ਇੱਕੋ ਹੀ ਹੈ। ਹੁਣ ਭਾਈ ਰਵੀ ਜੀ ਜਿਹੜੀ ਸੇਵਾ ਕਰ ਰਹੇ ਦਿੱਲੀ ਕਿਸਾਨ ਮੋਰਚੇ 'ਚ, ਕੋਈ ਉਹਨਾਂ ਨੂੰ ਆਪਣਾ ਲਾਲਚ ਨਹੀਂ, ਨਿਸ਼ਕਾਮ ਹੈ, ਸੇਵਾ ਦੇ ਭਾਵ ਨਾਲ ਕਰ ਰਹੇ, ਗੁਰਮਤਿ ਦੀ ਸੋਝੀ ਹੈ। ਕਈ ਉੱਥੇ ਇਸ ਤਰ੍ਹਾਂ ਵੀ ਦਾਨ ਦੇ ਰਹੇ, ਉਹ ਪਹਿਲਾਂ ਟੀਵੀ ਦੇ ਵਿੱਚ ਜਾਂ ਮੋਬਾਈਲਾਂ ਦੇ ਵਿੱਚ ਫੋਟੋ ਖਿਚਾਉਣੀ ਉਹਨਾਂ ਨੇ, ਦੇਣਾ ਘੱਟ ਹੈ। ਕਈ ਦਫਾ ਦੇਖਿਆ ਦੱਸ ਰਹੇ ਨੇ, ਇੱਕ ਕੇਲਾ ਦਿੰਨੇ ਕਿਸੇ ਨੂੰ, ਉਹਦੀ ਵੀ ਫੋਟੋ ਖਿਚਾ ਕੇ ਪਾਉਂਦੇ ਵੀ ਮੈਂ ਇਹਨੂੰ ਕੇਲਾ ਦਾਨ ਕਰਿਆ। ਨੌਨਸੈਂਸ। ਗੁਰਬਾਣੀ ਇਹ ਸਭ ਕਾਸੇ ਨੂੰ ਨੌਨਸੈਂਸ ਮੰਨਦੀ ਹੈ। ਲੋਕ ਨਹੀਂ ਮੰਨਦੇ, ਲੋਕ ਤਾਂ ਸਮਝਦੇ ਨੇ ਬੜਾ ਅੱਛਾ ਹੈ, ਪਰ ਆਪਾਂ ਗੁਰੂ ਦੀ ਗੱਲ ਕਰਨੀ, ਇਸ ਕਰਕੇ ਉਸ ਝਰੋਖੇ 'ਚੋਂ ਇਹ ਜਿਹੜਾ ਦਾਨ ਪੁੰਨ ਹੈ, ਇਹ ਔਗਣ ਹੈ। ਗੁਰਬਾਣੀ ਕਹਿ ਰਹੀ ਹੈ, ਅਸੀਂ ਆਪਾਂ ਥੋੜ੍ਹੋ ਕੋਲੋਂ ਕਹਿ ਰਹੇ ਹਾਂ। ਔਗਣ ਜਾਣਾ ਤਾਂ ਪੁੰਨ ਕਰੇ ਕਿਉਂ ਨਖਾਸ ਵਿਕਾਈ, ਕਿਉਂ ਵਿਕਦਾ ਫਿਰਦਾ। ਤਾਂ ਸਾਧ ਸੰਗਤ ਜੀ ਆਗਿਆ, ਕਿਸੇ ਅਪਸ਼ਬਦ ਦੀ ਕਿਸੇ ਨੂੰ ਚੁੱਭ ਸਕਦਾ, ਕਿਉਂਕਿ ਮੈਜੋਰਟੀ ਐਸਾ ਹੀ ਹੈ। 98% ਐਕਣ ਸੋਚਣ ਵਾਲੇ ਨੇ ਜਿਹੜੇ ਗੁਰਮਤਿ ਤੋਂ ਉਲਟ ਜਿਹੜੀ ਵਿਚਾਰਧਾਰਾ ਸਾਨੂੰ ਪੰਡਤ ਨੇ ਦਿੱਤੀ ਹੋਈ ਹੈ, ਉਹਨਾਂ ਨੂੰ ਇਹ ਗੱਲ ਚੁਭੇਗੀ ਜ਼ਰੂਰ। ਪਰ ਅਸੀਂ ਵੀ ਬੇਬਸ ਹਾਂ, ਅਸੀਂ ਗੁਰੂ ਦੀ ਗੱਲ ਤੋਂ ਬਾਹਰ ਜਾ ਨਹੀਂ ਸਕਦੇ, ਸਾਡੀ ਮਜਬੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੁੱਪ ਮੈਂਬਰ ਸਾਹਿਬਾਨ, ਗੁਰਮੁਖ ਜਨੋ ਅਤੇ ਪਿਆਰੀ ਸਾਧ ਸੰਗਤ ਜੀਓ, ਅੱਜ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਅਜੇ ਹੈਗਾ ਅੱਧਾ ਘੰਟਾ। ਜਿਹੜੀਆਂ ਦੱਸ ਰਹੇ ਨੇ ਅੱਜ ਸਾਰੀਆਂ ਸਰਵਣ ਕਰੀਆਂ ਆਡੀਓਜ਼, ਕਿਉਂਕਿ ਰਾਤ ਨੂੰ ਤਾਂ ਘੱਟ ਆਉਂਦੀਆਂ ਨੇ, ਫਿਰ ਉਹ ਇੱਧਰ ਸ਼ਾਇਦ ਪੱਛਮ ਦੇ ਵਿੱਚ ਦਿਨ ਹੁੰਦਾ ਹੋਣਾ, ਫਿਰ ਉਹ ਸਵੇਰੇ ਹੀ ਸੁਣਨੀਆਂ ਹੁੰਦੀਆਂ। 2-3 ਗੱਲਾਂ ਵਿਚਾਰ 'ਚ ਆਈਆਂ। ਪਹਿਲੀ ਬਾਤ, ਜਿਹੜੇ ਸਰੋਤੇ ਦੇ ਰੂਪ 'ਚ ਭਾਈ ਜਸਵੀਰ ਸਿੰਘ ਜੀ, ਭਾਈ ਬਲਦੇਵ ਸਿੰਘ ਜੀ, ਇੱਕ ਹੋਰ ਕੋਈ ਬਜ਼ੁਰਗ ਬਾਬਾ ਜੀ ਹੈ, ਨਾਂ ਤਾਂ ਪਤਾ ਨਹੀਂ, 1-2 ਵਾਰ ਆਏ ਆ ਬਸ, ਬਹੁਤਾ ਨਹੀਂ ਉਹ ਪਤਾ ਲੱਗ ਗਿਆ ਵੀ ਉਹ ਬੈਠੇ ਵਿੱਚ ਸੁਣਦੇ ਆ। ਹੋਰ ਕਿੰਨੇ ਹੀ ਹੈ, ਅਨੇਕਾਂ ਹੀ। ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਬਈ ਵਕਤੇ ਦੀ ਬਜਾਏ ਜਿਹੜੇ ਸਰੋਤੇ ਆ ਉਹ ਸਾਡੇ ਨਾਲੋਂ ਜ਼ਿਆਦਾ ਉੱਚੀ ਅਵਸਥਾ ਹੈ ਉਹਨਾਂ ਦੀ, ਕਿਉਂਕਿ ਸੁਣਨਾ ਸਭ ਤੋਂ ਔਖਾ ਹੈ। ਬੋਲਣਾ ਸੌਖਾ ਹੈ, ਸੁਣਨਾ ਸਭ ਤੋਂ ਔਖਾ ਹੈ। ਭਾਵੇਂ ਕਿ ਸਰੋਤੇ ਉਲਟਾ ਸਮਝਦੇ ਹੋਣੇ ਵੀ ਬੋਲਣਾ ਔਖਾ ਹੈ, ਉਹ ਆਪਣੀ ਜਗ੍ਹਾ ਠੀਕ ਹੈ, ਪਰ ਜੋ ਦਾਸਰਾ ਬਾਤ ਕਹਿ ਰਿਹਾ ਉਹ ਵੀ ਗੱਲ ਸਹੀ ਹੈ। ਸੁਣਨਾ ਬੜਾ ਮੁਸ਼ਕਲ ਹੈ। ਅਸੀਂ 5-5 ਘੰਟੇ ਬੋਲ ਲੈਂਦੇ ਹਾਂ, 10-10 ਘੰਟੇ ਵੀ ਬੋਲ ਸਕਦੇ ਹਾਂ, ਪਰ ਸੁਣਨਾ 1 ਮਿੰਟ ਵਾਸਤੇ ਵੀ ਔਖਾ ਹੈ ਸਾਨੂੰ। ਇਹ ਮਨੁੱਖ ਦੀ ਟ੍ਰੈਜਡੀ ਹੈ। ਉਲਣੇ ਸੱਪ ਦੀ ਗੱਲ ਪੁੱਛੀ ਹੈ ਤੁਸੀਂ ਭਾਈ ਜਸਵੀਰ ਸਿੰਘ ਜੀਓ। ਉਲਣਾ ਸੱਪ ਇਹ ਸੱਚ ਕੋਈ ਨਹੀਂ ਹੁੰਦਾ, ਉਹ ਤੋਂ ਮੁਰਾਦ ਇਹ ਹੁੰਦੀ ਹੈ ਵੀ ਜਿਹੜਾ ਭਾਈ ਜਸਪਾਲ ਵੀਰ ਸਿੰਘ ਜੀ ਨੇ ਗਲਾਈਡਿੰਗ ਦੀ ਬਾਤ ਕਹੀ ਹੈ, ਉਹੀ ਹੈ। ਗਲਾਈਡਿੰਗ ਕਿਵੇਂ ਹੁੰਦੀ ਹੈ? ਇੱਕ ਤਾਂ ਨੋਰਮਲ ਚਾਲ ਵਾਕਿੰਗ ਹੁੰਦੀ ਹੈ, ਜਿਵੇਂ ਆਪਾਂ ਹੌਲੀ ਹੌਲੀ ਚੱਲਦੇ ਹਾਂ। ਇੱਕ ਰੀਂਗਣ ਵਾਲੀ ਹੁੰਦੀ ਹੈ, ਜਿਵੇਂ ਸੱਪ ਹੈ ਐਂ ਬਲ ਖਾ ਕੇ ਇਸ ਤਰ੍ਹਾਂ ਤੁਰਦਾ ਹੈ। ਇੱਕ ਹੁੰਦੀ ਹੈ ਗਲਾਈਡਿੰਗ। ਗਲਾਈਡਿੰਗ ਹੁੰਦੀ ਹੈ ਟਪੂਸੀ ਮਾਰ ਕੇ ਅੱਗੇ ਹੋਣਾ, ਜਿਵੇਂ ਡੱਡੂ ਹੁੰਦਾ ਕਰਦਾ ਹੈ। ਉਹ ਜਿਹੜੀ ਗਲਾਈਡਿੰਗ ਹੈ, ਉਹ ਸੱਪ ਕਈ ਫੁੱਟ ਤੱਕ ਉੱਚਾ ਜਿਹਾ ਐਂ ਉੜ ਕੇ ਗਾਹਾਂ ਹੋ ਜਾਂਦਾ, ਗਾਹਾਂ ਛਾਲ ਮਾਰਦਾ, ਜਾਣੀ 5-7 ਫੁੱਟ ਉੱਚਾ ਵੀ ਉੱਡਦਾ ਤੇ ਉਹ ਗਾਹਾਂ ਛਾਲ ਵੀ ਮਾਰਦਾ। 3-4 ਫੁੱਟ ਉੱਚੀ ਛਾਲ ਤਾਂ ਦੱਸ ਰਹੇ ਨੇ ਵੀ ਦੇਖੀ ਹੋਈ ਹੈ ਇੱਕ ਵਾਰ ਇੱਕ ਸੱਪ ਦੀ। ਇੱਥੇ ਵੀ ਸੱਪ ਨੇ ਜਦੋਂ ਉਹਦੇ ਉੱਤੇ 2-3 ਨੌਜਵਾਨ ਉਹਦੇ ਉੱਤੇ ਹਮਲਾ ਕਰ ਰਹੇ ਸੀਗੇ, ਪਹਿਲੀ ਸੋਟੀ ਉਹਦੇ ਵੱਜੀ ਨਹੀਂ, ਦੂਜੀ ਵਾਰ ਨੂੰ ਉਹ ਮਤਲਬ ਛਾਲ ਜੀ ਮਾਰ ਕੇ ਨਾ ਗਲਾਈਡਿੰਗ ਕਰਕੇ ਆਇਆ ਨੌਜਵਾਨਾਂ ਵੱਲ ਨੂੰ। 4-5 ਫੁੱਟ ਉਹਨੇ ਇਕੱਠਾ ਕਵਰ ਕਰਿਆ, ਚਲੋ ਮਾਰ ਦਿੱਤਾ ਬਾਅਦ ਚ ਉਹ, ਜਾਣੀ ਉਹ ਗਲਾਈਡਿੰਗ ਹੁੰਦੀ ਹੈ। ਇਹਦਾ ਜ਼ਿਕਰ ਰਾਮਾਇਣ ਜਿਹੜੀ ਰਾਮਾਨੰਦ ਸਾਗਰ ਨੇ ਪਿੱਛੇ ਜੇ ਟੀਵੀਆਂ ਤੇ ਵੀ ਚੱਲੀ ਸੀਗੀ, ਉਹ ਰਾਮਾਇਣ ਦਾ ਕਈ ਪਾਸਿਆਂ ਤੋਂ ਉਹਨਾਂ ਨੇ, ਕਿਉਂਕਿ ਰਾਮਾਇਣ ਦੇ ਕਈ ਰੂਪ ਹੈ,
ਇੱਕ ਨਾ ਤਮਿਲਨਾਡੂ ਦੇ ਵਿੱਚ ਜਿਹੜੀ ਰਮਾਇਣ ਹੈ ਉਹਦੇ ਵਿੱਚ ਜ਼ਿਕਰ ਆਉਂਦਾ ਸਰਪ ਅਸਤਰ ਦਾ। ਉਹ ਸਰਪ ਅਸਤਰ ਹੁੰਦਾ ਹੈ ਵੀ ਕਿਸੇ ਵਸਤੂ ਦੇ ਨਾਲ ਸਰਪ ਨੂੰ ਬੰਨ੍ਹ ਕੇ ਜਿਵੇਂ ਤੀਰ ਛੱਡਦੇ ਆ ਇਸ ਤਰ੍ਹਾਂ ਛੱਡਣਾ। ਉਹ ਜਦੋਂ ਦਿਖਾਈ ਰਾਮਾਨੰਦ ਸਾਗਰ ਨੇ ਰਮਾਇਣ ਦੇ ਵਿੱਚ ਤਾਂ ਬਹੁਤ ਸਾਰੇ ਜਿਹੜੇ ਨੇ ਪਹਿਲਾਂ ਇਹ ਗੱਲ ਨਹੀਂ ਸੁਣੀ ਦੇਖੀ ਹੋਈ ਸੀਗੀ, ਉਹਨਾਂ ਨੇ ਇਤਰਾਜ਼ ਵੀ ਕਰਿਆ ਵੀ ਇਹ ਕਿਆ ਬਾਤ ਹੋਈ ਜੀ, ਸਰਪ ਅਸਤਰ ਕਦੇ ਸੁਣੀ ਨਹੀਂ ਗੱਲ, ਕਿਉਂਕਿ ਰਾਮਲੀਲਾ 'ਚ ਇਹ ਗੱਲ ਹੁੰਦੀ ਨਹੀਂ, ਲੋਕਾਂ ਨੇ ਦੇਖੀ ਸੁਣੀ ਨਹੀਂ ਹੈ। ਤਾਂ ਫਿਰ ਉਹਨੇ ਟੀਵੀ 'ਤੇ ਆ ਕੇ ਇਹ ਗੱਲ ਕਹੀ ਸੀ ਵੀ ਅਸੀਂ ਇਹਦਾ ਜਿਹੜਾ ਰੂਪ ਲਿਆ ਇਹ ਤਾਮਿਲ ਦੀ ਜਿਹੜੀ ਰਮਾਇਣ ਹੈ ਉੱਥੋਂ ਲਿਆ। ਚਲੋ ਸ਼ਾਂਤ ਹੋ ਗਏ ਲੋਕ। ਤਾਂ ਉਹ ਵੀ ਇੱਕ ਕਿਸਮ ਦਾ ਉੱਡਣਾ ਸੱਪ ਹੀ ਸੀਗਾ, ਜਿਹੜਾ 2-4 ਮੀਲ ਤੋਂ ਜਾਂ 10 ਮੀਲ ਤੋਂ ਕਿੰਨੇ ਵੀ ਦੂਰ ਤੱਕ ਉਹ ਜਾ ਸਕਦਾ, ਇਸ ਤਰ੍ਹਾਂ ਭੇਜਿਆ ਹੋਇਆ। ਤਾਂ ਇਸ ਤਰ੍ਹਾਂ ਦੀ ਬਾਤ ਤਾਂ ਹੈਗੀ, ਔਰ ਅਦਰਵਾਈਜ਼ ਕੋਈ ਉੱਡਣਾ ਸੱਪ ਦਾਸਰੇ ਨੇ ਕਦੇ ਨਹੀਂ ਸੁਣਿਆ, ਪੜ੍ਹਿਆ ਨਹੀਂ, ਦੇਖਿਆ ਨਹੀਂ। ਗਲਾਈਡਿੰਗ ਜ਼ਰੂਰ ਹੁੰਦੀ ਹੈ। ਜੇ ਕੋਈ ਬੰਦਾ ਜਿਵੇਂ ਆਪਾਂ ਵੀ 5-7 ਫੁੱਟ ਛਾਲ ਮਾਰ ਕੇ ਅੱਗੇ ਹੋ ਜਾਈਏ ਫਿਰ ਅੱਗੇ ਹੋ ਜਾਈਏ, ਉਹਨੂੰ ਚਾਹੇ ਉੱਡਣਾ ਕਹਿ ਦਿੰਦੇ, ਉਹ ਸਾਡੀ ਭਾਸ਼ਾ ਹੀ ਇਸ ਤਰ੍ਹਾਂ ਦੀ ਹੈ। ਦੂਜੀ ਬੇਨਤੀ ਭਾਈ ਰਵੀ ਜੀ ਦੀ ਹੈ। ਰਵੀ ਜੀ ਜਿਹੜੀ ਸੇਵਾ ਨਿਭਾ ਰਹੇ ਹੈ, ਦਾਸਰੇ ਨੂੰ ਇਤਿਹਾਸ 'ਚੋਂ ਇੱਕ ਮਿਸਾਲ ਸਾਹਮਣੇ ਆ ਗਈ ਸੁਣ ਕੇ। ਭਾਈ ਗੜੀਆ ਜੀ ਕਸ਼ਮੀਰ ਦੇ ਪ੍ਰਚਾਰਕ ਸੀ। ਉੱਥੇ ਕੁਛ ਕਾਲ ਪਿਆ, ਜਿਹੜਾ ਦਸਵੰਧ ਆਇਆ ਸੀ ਉਹ ਸੰਗਤ ਦੇ ਉੱਪਰ ਲਗਾਤਾ ਉਹਨਾਂ ਨੇ। ਇੱਧਰ ਬਹੀ ਖਾਤਾ ਖਾਲੀ ਸੀਗਾ। ਸ੍ਰੀ ਅਨੰਦਪੁਰ ਸਾਹਿਬ ਜਦੋਂ ਦੀਵਾਨ ਨੇ ਦੱਸਿਆ ਵੀ ਜੀ ਕਸ਼ਮੀਰ ਤੋਂ ਕੋਈ ਫਲਾਣੇ ਜਿਹੜੇ ਉੱਥੇ ਨਿਯੁਕਤ ਕਰੇ ਹੋਏ ਆਪਾਂ ਨੇ, ਉਹਨਾਂ ਦੀ ਚੜ੍ਹਤ ਨਹੀਂ ਆਈ ਹੈ ਉਰੇ। ਗੁਰੂ ਸਾਹਿਬ ਕਹਿੰਦੇ ਵੀ ਮੁਸ਼ਕਾਂ ਬੰਨ੍ਹ ਕੇ ਲਿਆਓ। ਜਦ ਸਿੰਘ ਗਏ ਉਹਨੂੰ ਲਿਆਉਣ ਤਾਂ ਉਹ ਸੇਵਾ 'ਚ ਲੱਗਿਆ ਵਾ ਸੀ। ਯਾਰ ਉਹਦੇ ਦੇਖ ਕੇ ਉਹਦਾ ਚਿਹਰਾ ਮੋਹਰਾ ਉਹ ਪ੍ਰਭਾਵਿਤ ਹੋ ਗਏ। ਮੁਸ਼ਕਾਂ ਤਾਂ ਨਹੀਂ ਬੰਨੀਆਂ, ਉਹ ਕਹਿੰਦੇ ਜੀ ਗੁਰੂ ਸਾਹਿਬ ਯਾਦ ਕਰਦੇ। ਉਹ ਭਾਈ ਗੜੀਆ ਜੀ ਕਹਿੰਦੇ ਵੀ ਨਹੀਂ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਉਹ ਲੈ ਚੱਲੋ। ਉਹ ਸਿੰਘ ਇਹੀ ਜਿਹੀ ਸ਼ਖਸੀਅਤ ਨੂੰ ਮੁਸ਼ਕਾਂ ਬੰਨ੍ਹਣ ਨੂੰ ਪਿੱਛੇ ਨੂੰ ਹੱਥ ਕਰਕੇ ਉਹ ਨਾ ਚਾਹੁੰਦੇ ਹੋਏ, ਚਲੋ ਉਹਨੇ ਆਪਣੇ ਆਪ ਹੱਥ ਪਿੱਛੇ ਕਰ ਲਏ, ਬੰਨਿਆ ਨਹੀਂ। ਕਹਿੰਦਾ ਜੀ ਹੁਕਮ ਮੰਨਣਾ ਉਹਨਾਂ ਦਾ। ਚਲੇ ਗਏ, ਆ ਗਏ। ਗੁਰੂ ਸਾਹਿਬ ਨੇ ਪਤਾ ਹੀ ਸੀ ਉਹਨਾਂ ਨੂੰ ਸਾਰੀ ਗੱਲ ਦਾ, ਤਾਂ ਇੱਕ ਸੰਗਤ ਨੂੰ ਚੋਜ ਦਿਖਾਉਣਾ ਸੀ। ਕਹਿੰਦੇ ਭਾਈ ਗੜੀਆ ਜੀ ਆਈ ਨਹੀਂ ਹੈ ਤੁਹਾਡੀ ਉਰੇ ਕੁਝ ਵੀ ਚੜ੍ਹਤ ਚੜਾਵਾ ਸੰਗਤ ਦਾ। ਕਹਿੰਦੇ ਮਹਾਰਾਜ ਤੁਹਾਨੂੰ ਪਤਾ ਹੈ, ਮੇਰੇ ਤੇ ਨਾ ਪੁੱਛੋ। ਗੁਰੂ ਸਾਹਿਬ ਕਹਿੰਦੇ ਠੀਕ ਹੈ ਭਾਈ, ਕਬੂਲ ਹੈ, ਲਿਖੋ ਜੀ। ਆਪਣੇ ਦੀਵਾਨ ਨੂੰ ਕਹਿਤਾ ਲਿਖ ਲਓ ਵੀ ਇਹਨਾਂ ਦੀ ਬਹੁਤ ਜ਼ਿਆਦਾ ਆਈ ਹੈ, ਜਿੰਨੀ ਨਹੀਂ ਸੀ ਉੱਥੇ ਵੀ ਵੱਧ ਆ ਗਈ ਹੈ। ਤਾਂ ਬਹੁਤ ਸਤਿਕਾਰ ਦਿੱਤਾ ਫਿਰ ਉਸ। ਤਾਂ ਭਾਈ ਰਵੀ ਜੀ ਉਹ ਤੁਹਾਡੇ ਨਾਲ ਸਾਡੀ ਬੇਨਤੀਆਂ, ਸਾਡੀਆਂ ਅਸੀਸਾਂ, ਸਾਰਾ ਕੁਝ ਸੰਗਤ ਦਾ ਤੁਹਾਡੇ ਨਾਲ ਹੈ। ਡਟੋ, ਕੋਈ ਇਤਰਾਜ਼ ਨਹੀਂ, ਵਧੀਆ ਗੱਲ ਹੈ। ਸਮਝ ਆ ਰਹੀ ਹੈ ਗੱਲ ਦੀ ਵੀ ਇੰਨੇ ਘੰਟੇ ਬੋਲਣਾ, ਬੋਲ ਤਾਂ ਬੈਠਣਾ ਹੀ ਹੈ। ਉਹ ਸੇਵਾ ਬਹੁਤ ਉੱਤਮ ਹੈ। ਇੱਧਰੋਂ ਬੇਸ਼ੱਕ ਨਹੀਂ ਹਾਜ਼ਰੀ ਲੱਗ ਰਹੀ, ਕੋਈ ਗੱਲ ਨਹੀਂ, ਸਾਨੂੰ ਕੋਈ ਗਿਲਾ ਨਹੀਂ, ਅਸੀਂ ਤਾਂ ਖੁਸ਼ ਹਾਂ ਸਗੋਂ ਇਸ ਗੱਲ 'ਚ। ਸੰਗਤ ਦੀ ਸੇਵਾ ਹੋ ਰਹੀ ਹੈ, ਹੋਰ ਕਿਆ ਚਾਹੀਦਾ ਫਿਰ। ਇਹ ਬਾਣੀ ਸੁਣਨ ਦਾ ਮਹਾਤਮ ਵੀ ਤਾਂ ਇਹੀ ਹੁੰਦਾ ਵੀ ਸੇਵਾ ਚਾਹੀਏ। ਬਹੁਤ ਅੱਛੀ ਗੱਲ। ਇੱਕ ਗੱਲ ਕੋਈ ਹੋਰ ਪੁੱਛ ਰਹੇ ਸੀ ਕੋਈ ਸਿੰਘ, ਸ਼ਾਇਦ ਉਹ ਵਿਸਰ ਗਈ ਹੈ ਦਾਸਰੇ ਕੋਲੋਂ ਹੁਣ। ਚਲੋ ਜੀ ਯਾਦ ਆ ਗਈ ਤਾਂ ਦਾਸਰਾ ਕਰੂਗਾ, ਨਿਕਲ ਗਈ ਤਾਂ ਫਿਰ ਨਿਕਲ ਗਈ। ਹਾਂ ਆ ਗਈ ਯਾਦ। ਉਹ ਗੱਲ ਇਹ ਸੀਗੀ ਵੀ ਵਾਈਬ੍ਰੇਸ਼ਨ ਦੀ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਕਮਾਲ ਦੀ ਬਾਤ ਹੈ। ਉਹ ਤਰੰਗਾਂ ਦਾ ਹੀ ਖੇਲ ਹੈ ਸਾਰਾ। ਹੁਣ ਤਾਂ ਆਪਾਂ ਸਾਇੰਸ ਦੇ ਮੁਤਾਬਕ ਵੀ ਸਮਝਦੇ ਵੀ ਜਿਹੜੇ ਰਾਕਟ ਉੱਪਰ ਨੂੰ ਜਾਂਦੇ ਮੰਗਲ ਗ੍ਰਹਿ ਤਾਈਂ ਉਹ ਸਭ ਤਰੰਗਾਂ ਦੇ ਨਾਲ ਸੰਚਾਲਿਤ ਹੁੰਦੇ, ਤਾਰ ਤਾਂ ਕੋਈ ਨਹੀਂ ਜੁੜੀ ਹੋਈ। ਆਪਾਂ ਰਿਮੋਟ ਨਾਲ ਟੀਵੀ ਲਾਉਂਦੇ ਬੰਦ ਕਰਦੇ ਹਾਂ, ਉਹ ਵੀ ਕੋਈ ਤਰੰਗਾਂ ਦੇ ਰਾਹੀਂ ਹੁੰਦਾ, ਕੋਈ ਤਾਰ ਤਾਂ ਕੋਈ ਨਹੀਂ ਹੁੰਦੀ। ਬੈੱਡ ਤੇ ਬੈਠੇ ਕਰੀ ਜਾਂਦੇ। ਤਾਂ ਇਹ ਜਿਹੜੀ ਬਾਤ ਹੈ ਇਹ ਸਾਨੂੰ ਇੱਕ ਪੁਰਾਣੇ ਗ੍ਰੰਥਾਂ 'ਚ ਵੀ ਮਿਲਦੀ ਹੈ। ਇੱਕ ਗ੍ਰੰਥ ਹੈਗਾ ਜਿਹਨੂੰ ਕਹਿੰਦੇ ਆਪਾਂ ਸ਼ਿਵ ਪੁਰਾਣ। ਹਾਲਾਂਕਿ ਪੁਰਾਣਾਂ ਦੇ ਵਿੱਚ ਬਹੁਤ ਸਾਰੀਆਂ ਕਥਾ ਕਹਾਣੀਆਂ ਹੀ ਹੈ, ਪਰ ਕਿਤੇ ਕਿਤੇ ਕੋਈ ਗਿਆਨ ਦੀ ਗੱਲ ਵੀ ਹੈ। ਜਿਵੇਂ ਸ਼ਿਵ ਪੁਰਾਣ 'ਚ ਜੇਕਰ ਆਉਂਦਾ ਵੀ ਜਿਸ ਕਮਰੇ ਦੇ ਵਿੱਚ ਜਾਂ ਜਿਸ ਜਗ੍ਹਾ ਤੇ ਕੋਈ ਗੁਰੂ ਦਾ ਬੰਦਾ, ਕੋਈ ਰੱਬ ਦਾ ਬੰਦਾ ਬੰਦਗੀ ਕਰਦਾ ਹੈ, ਚਾਹੇ ਬੋਲ ਕੇ ਚਾਹੇ ਵਿੱਚ ਨੂੰ ਚੁੱਪ ਰਹਿ ਕੇ, ਉਸ ਕਮਰੇ ਦੀਆਂ ਕੰਧਾਂ, ਉਹਦਾ ਫਰਨੀਚਰ, ਉਹਦੀਆਂ ਜਿੰਨੀਆਂ ਵੀ ਆਰਟੀਕਲਸ ਹੈ ਰੋਜ਼ ਦੀ ਵਰਤੋਂ ਦੀਆਂ, ਮੇਜ਼ ਕੁਰਸੀਆਂ, ਪਰਦੇ, ਫਰਸ਼, ਛੱਤ,
ਉਹ ਸਭ ਚਾਰਜ ਹੋ ਜਾਂਦੇ ਨਾਮ ਦੀਆਂ ਵਾਈਬ੍ਰੇਸ਼ਨਾਂ ਦੇ ਨਾਲ। ਇਹ ਉਹਦੇ 'ਚ ਲਿਖੀ ਹੋਈ ਹੈ, ਕਿੰਨੇ ਸੌ ਸਾਲ ਪਹਿਲਾਂ ਦੀ ਲਿਖੀ ਹੋਈ ਹੈ। ਔਰ ਉਹਦਾ ਇਫੈਕਟ ਇਹ ਹੁੰਦਾ ਵੀ ਉਹ ਉੱਥੇ ਚਾਰਜ ਰਹਿੰਦਾ ਹੈ ਬਹੁਤ ਦੇਰ ਤੱਕ, ਸਦੀਆਂ ਤੱਕ। ਜਿਹੜਾ ਬੰਦਾ ਉੱਥੇ ਜਾਊਗਾ ਉਸ ਜਗ੍ਹਾ ਦੇ ਉੱਤੇ, ਉਹਦੇ ਉੱਤੇ ਪ੍ਰਭਾਵ ਤਰੰਗਾਂ ਪਾਉਣੀਆਂ, ਪਰ ਉਹਦੇ ਨਾਲ ਇੱਕ ਇਹ ਵੀ ਗੱਲ ਹੈ ਵੀ ਉੱਧਰ ਨੂੰ ਮਾਈਂਡ ਵੀ ਹੋਣਾ ਚਾਹੀਦਾ, ਸਾਡਾ ਮਨ ਹੋਣਾ ਚਾਹੀਦਾ, ਰਿਸੈਪਟਿਵ ਮਾਈਂਡ ਜਿਹਨੂੰ ਕਹਿੰਦੇ ਵੀ ਕੋਈ ਚੀਜ਼ ਲੈਣ ਵਾਲਾ। ਨਾਸਤਿਕ ਬਿਰਤੀ ਵਾਲਾ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਗੁਰੂ ਸਾਹਿਬ ਦੇ ਕੋਲ ਬਹਿ ਕੇ ਵੀ ਫਰਕ ਨਹੀਂ ਪੈਂਦਾ ਹੁੰਦਾ ਸੀ। ਆਸਤਿਕਤਾ ਹੋਵੇ ਮਨ ਵਿੱਚ। ਔਰ ਕਿਸੇ ਵਕਤ ਉਹੀ ਬੰਦਾ ਉਹ ਉੱਥੇ ਜਿਹੜਾ ਇੱਕ ਵਾਰ ਵਾਈਬ੍ਰੇਸ਼ਨ ਦੇ ਵਿੱਚ ਆ ਗਿਆ, ਜੇ ਉਹ ਉੱਥੋਂ 10,000 ਕਿਲੋਮੀਟਰ ਤੇ ਵੀ ਚਲਾ ਜਾਵੇ, USA ਕੈਨੇਡਾ ਚਲਾ ਗਿਆ, ਉੱਥੇ ਬੈਠਾ ਜਦ ਵੀ ਯਾਦ ਕਰੂਗਾ ਉਹ ਤਿਰੰਗਾ ਨੇ ਉਹਦੇ ਕੋਲ ਪਹੁੰਚ ਜਾਣਾ। ਦੇਖੋ ਇਹ ਨਵੀਂ ਖੇਡ ਨਹੀਂ ਲੱਗਦੀ, ਪਰ ਅੱਜ ਕੱਲ੍ਹ ਕਿਉਂਕਿ ਸਾਇੰਸ ਦਾ ਯੁੱਗ ਹੈ, ਹੁਣ ਇਹ ਮੰਨਣੀ ਬੜੀ ਸੌਖੀ ਹੋ ਗਈ। ਸਾਡੇ ਜਿਹੜੇ ਪੁਰਖੇ ਸੀ ਉਹਨਾਂ ਨੂੰ ਤਾਂ ਮੰਨਣੀ ਔਖੀ ਲੱਗਦੀ ਸੀਗੀ, ਗ੍ਰੈਂਡ ਫਾਦਰ ਜਾਂ ਫੋਰ ਫਾਦਰ ਜਿੰਨੇ ਵੀ ਥੇ, ਕਿਉਂਕਿ ਉਦੋਂ ਇਹਨਾਂ ਚੀਜ਼ਾਂ ਦੀ ਖੋਜ ਨਹੀਂ ਸੀ ਹੋਈ। ਸਾਇੰਸ ਦੀ ਖੋਜ ਦੇ ਨਾਲ ਉਹ ਗੱਲ ਮੰਨਣੀ ਵੀ ਸੌਖੀ ਹੋ ਗਈ ਵੀ ਵਾਈਬ੍ਰੇਸ਼ਨ ਦਾ ਖੇਲ ਕਿਵੇਂ ਚੱਲਦਾ। ਜਦ 4 ਕਰੋੜ ਮੀਲ ਦੂਰ ਜਾ ਸਕਦਾ ਹੈ, ਜਾ ਸਕਦੀ ਹੈ ਤਿਰੰਗ, ਰਾਕਟ ਨੂੰ ਸੰਚਾਲਿਤ ਕਰ ਸਕਦੀ ਹੈ, ਉਹਦੀ ਰਫ਼ਤਾਰ ਨੂੰ ਵਧਾ ਘਟਾ ਸਕਦੀ ਹੈ, ਤਾਂ ਫਿਰ 10,000 ਮੀਲ ਪਰ ਜਾਣਾ ਤਾਂ ਕੋਈ ਮੁਸ਼ਕਿਲ ਗੱਲ ਨਹੀਂ ਹੈ। ਸੋ ਇਹ ਤਿਰੰਗਾਂ ਦਾ ਖੇਡ ਹੈ। ਸੱਪ ਦਾ ਵੀ ਇਹੀ ਖੇਡ ਹੈ, ਸੱਪ ਦਾ ਵੀ ਤਿਰੰਗਾਂ ਦੇ ਨਾਲ, ਆਹਟ ਦੇ ਨਾਲ ਹੀ ਤਾਲੁਕ ਹੈ। ਇਹ ਜਿਹੜੀਆਂ ਸਾਊਂਡ ਵਾਈਬ੍ਰੇਸ਼ਨਸ ਹੈ, ਇਹ ਧਰਮ ਦਾ ਮੇਨ ਸਿਧਾਂਤ ਹੈ। ਇਲੈਕਟ੍ਰੋਮੈਗਨੈਟਿਕ ਵੇਵਜ਼ ਦੀ ਬਜਾਏ ਜਿਹੜੀਆਂ ਸਾਊਂਡ ਵੇਵਜ਼ ਹੈ, ਇਹਨਾਂ ਦਾ ਮਹੱਤਵ ਜ਼ਿਆਦਾ ਹੈ ਧਰਮ ਦੇ ਵਿੱਚ। ਸਾਇੰਸਦਾਨ ਤਾਂ ਇਲੈਕਟ੍ਰੋਮੈਗਨੈਟਿਕ ਵੇਵਜ਼ ਨੂੰ ਜ਼ਿਆਦਾ ਮਹੱਤਤਾ ਦਿੰਦੇ ਆ, ਲੇਕਿਨ ਜਿਹੜਾ ਗੁਰਮਤ ਦਾ ਫਲਸਫਾ ਹੈ ਉਹ ਸਾਊਂਡ ਵੇਵਜ਼ ਨੂੰ ਦਿੰਦਾ। ਕੁਨ ਸ਼ਬਦ ਵੀ ਉੱਥੋਂ ਹੀ ਉਹੀ ਚੀਜ਼ ਹੈ, ਜਿਹੜਾ ਕੁਨ ਪਰਮਾਤਮਾ ਨੇ ਪਹਿਲਾ ਸ਼ਬਦ ਬੋਲਿਆ। ਇਸਲਾਮ ਦੇ ਮੁਤਾਬਕ ਕੁਨ ਹੈ, ਸਾਡੇ ਵਾਸਤੇ ਇੱਕ ਓਂਕਾਰ ਹੈ। ਕਿਸੇ ਵਾਸਤੇ ਕੁਝ ਵੀ ਹੋ ਸਕਦਾ, ਸੁਣਨ ਵਿੱਚ ਅੰਤਰ ਹੁੰਦਾ, ਸ਼ਬਦ ਤਾਂ ਹੋਇਆ ਜੀ ਹੁੰਦਾ, ਪਰ ਉਹ ਸੁਣਨ ਵਿੱਚ ਅੰਤਰ ਹੁੰਦਾ ਹੈ ਅਵਸਥਾ ਦੇ ਮੁਤਾਬਕ। ਇਹ ਗੱਲਾਂ ਪਹਿਲਾਂ ਆ ਲਈਆਂ ਵਿਚਾਰ ਵਿੱਚ। ਤੋ ਵਾਈਬ੍ਰੇਸ਼ਨ ਦੀ ਤਾਂ ਖੇਡ ਸਾਰੀ ਹੀਓ ਹੈ, ਇਹਦੇ ਵਿੱਚ ਤਾਂ ਕੋਈ ਡਾਊਟ ਹੀ ਨਹੀਂ ਰਹਿ ਗਿਆ। ਹੁਣ ਜਦੋਂ ਵੀ ਕੋਈ ਬੰਦਾ ਬਾਣੀ ਉਚਾਰਦਾ ਹੈ, ਉਹਦੀਆਂ ਤਿਰੰਗਾਂ ਹਵਾ ਦੇ ਵਿੱਚ ਜਾਂਦੀਆਂ, ਤਾਂ ਉਹ ਜਿਹੜੇ ਸਾਡੇ ਕੰਨ ਹੈ ਉਹ ਸੁਣਦੇ, ਕੰਨਾਂ ਦੇ ਰਾਹੀਂ ਮਤਲਬ ਸਾਡਾ ਦਿਮਾਗ 'ਚ ਜਾਂਦੀਆਂ, ਪਰਸੈਪਸ਼ਨ ਬਣਦੀ ਹੈ। ਇਹ ਗੱਲ ਜੁਦੀ ਹੈ ਵੀ ਕੁਛ ਅਨਪੜ੍ਹਤਾ ਕਰਕੇ ਜੇ ਸਾਨੂੰ ਨਾ ਪਤਾ ਹੋਵੇ ਗੁਰਬਾਣੀ ਦੀ ਤੁਕ ਦਾ, ਆਪਾਂ ਗਲਤ ਵੀ ਉਹਦਾ ਭਾਵ ਲੈ ਲੈਂਦੇ ਹਾਂ, ਉਹ ਗੱਲ ਹੋਰ ਹੈ। ਪਰ ਗੁਰਬਾਣੀ ਦੀ ਜਿਹੜੀ ਤਿਰੰਗ ਹੈ ਉਹ ਤਾਂ ਜਾਏਗੀ। ਉਹ ਤਿਰੰਗਾਂ ਦੇ ਨਾਲ ਹੀ ਸਾਡੇ ਜਿਹੜਾ ਮਨੁੱਖੀ ਤਰੱਕੀ ਹੈ ਉਹ ਹੋਈ ਹੈ, ਹੁਣ ਦੀ ਹੋਰ ਵੀ ਹੋ ਰਹੀ ਹੈ, ਇਹ ਹੁੰਦੀ ਉਹ ਜਾਣੀ ਹੈ। ਤੋ ਖੇਡ ਧਰਮ ਦਾ ਵੀ ਇਸ ਤਰ੍ਹਾਂ ਦਾ ਹੀ ਹੈ। ਜਿਹੜੀਆਂ ਵਾਈਬ੍ਰੇਸ਼ਨਸ ਹੈ ਗੁਰਬਾਣੀ ਦੀਆਂ, ਨਾਮ ਦੀਆਂ, ਉਹ ਦਿਖਦੀਆਂ ਨਹੀਂ ਹੈ। ਵੇਵਜ਼ ਕੋਈ ਵੀ ਨਹੀਂ ਦਿਖਦੀ ਹੈ। ਪਾਣੀ ਦੀਆਂ ਵੇਵਜ਼ ਤਾਂ ਦਿਖ ਜਾਂਦੀਆਂ, ਉੱਪਰ ਹੇਠ ਹੁੰਦਾ, ਜਦੋਂ ਪਾਣੀ ਕੋਈ ਡਲਾ ਮਾਰੀਏ ਆਪਾਂ ਵਿੱਚ, ਕੋਈ ਇੱਟ ਸਿੱਟਦੀ ਹੈ ਪਾਣੀ 'ਚ। ਇਹ ਜਿਹੜੀਆਂ ਸਾਊਂਡ ਦੀਆਂ ਵੇਵਜ਼ ਹਵਾ ਵਿੱਚ ਇਹ ਨਹੀਂ ਦਿਖਦੀਆਂ, ਜਾਂ ਕਿਸੇ ਪਦਾਰਥ ਵਿੱਚ ਵੀ ਹੁੰਦੀਆਂ ਜਾਂਦੀਆਂ। ਜਿਵੇਂ ਗੱਡੀ ਆਉਣ ਦਾ ਪਤਾ 2-4 ਮੀਲ ਤੇ ਗੱਡੀ ਹੋਵੇ, ਅਸੀਂ ਛੋਟੇ ਹੁੰਦੇ ਕੰਨ ਲਾ ਕੇ ਸਾਨੂੰ ਦੱਸਿਆ ਹੋਇਆ ਸੀਗਾ ਵੀ ਇੱਕਣ ਸੁਣਦੀ ਹੈ, ਲੋਕਾਂ ਤੋਂ ਸੁਣੀ ਵੀ ਗੱਲ ਸੀ। ਪੜ੍ਹਨ ਜਾਂਦੇ ਗੱਡੀ ਦੀ ਲਾਈਨ ਟੱਪਦੇ ਸੀਗੇ, ਉੱਥੇ ਅਸੀਂ ਕੰਨ ਲਾ ਕੇ ਸੁਣਦੇ ਹੁੰਦੇ ਸੀ ਵੀ ਗੱਡੀ ਕਿੰਨੀ ਕੁ ਦੂਰ ਹੈ। ਤੋ ਇਹ ਵੇਵਜ਼ ਹੈ ਜਿਹੜੀਆਂ, ਇਹ ਸਾਰਾ ਚੱਕਰ ਇਹਨਾਂ ਦਾ ਹੀ ਹੈ ਕੁਦਰਤ ਦੇ ਵਿੱਚ। ਵੇਵਜ਼ ਤੋਂ ਹੀ ਐਨਰਜੀ ਪੈਦਾ ਹੁੰਦੀ ਹੈ, ਐਨਰਜੀ ਤੋਂ ਮਾਸ ਪੈਦਾ ਹੁੰਦਾ। ਮਾਸ ਜਿਵੇਂ ਆਪਾਂ ਦਿਖ ਰਿਹਾ ਸਾਰਾ ਕੁਛ ਇਹ ਮਾਸ ਹੈ, ਇਹ ਐਨਰਜੀ ਤੋਂ ਪੈਦਾ ਹੋਇਆ, ਕਿਉਂਕਿ ਐਨਰਜੀ ਮਾਸ ਵਿੱਚ ਕਨਵਰਟ ਹੋ ਜਾਂਦੀ ਹੈ ਆਇਨਸਟਾਈਨ ਦੇ ਫਾਰਮੂਲੇ ਅਨੁਸਾਰ। ਔਰ ਐਨਰਜੀ ਪੈਦਾ ਹੁੰਦੀ ਹੈ ਵੇਵਜ਼ ਤੋਂ। ਇਹ ਵੀ ਥਿਊਰੀ ਹੈ ਸਾਇੰਸ ਦੀ। ਸਾਰੀ ਖੇਡ ਹੀ ਅਸਲ 'ਚ ਵਾਈਬ੍ਰੇਸ਼ਨ ਦੀ ਹੈ। ਤਾਂ ਹੋ ਨਹੀਂ ਸਕਦਾ ਵੀ ਨਾਮ ਦੀ ਵਾਈਬ੍ਰੇਸ਼ਨ ਅਗਰ ਕਿਸੇ ਦੇ ਉੱਤੇ ਲੱਗ ਗਈ ਹੈ, ਜਿਹਨੂੰ ਕਬੀਰ ਜੀ ਕਹਿੰਦੇ ਵੀ ਜੇ ਇੱਕ ਵਾਰ ਚੋਟ ਲੱਗ ਗਈ ਨਾ ਸ਼ਬਦ ਦੀ, ਲਾਗਤ ਹੀ ਭੋਏ ਗਿਰ ਪਰਿਆ। ਜਦੇ ਲੰਗੜਾ ਹੋ ਜਾਂਦਾ ਮਨ, ਗਿਰ ਪੈਂਦਾ ਉਸੇ ਜਗ੍ਹਾ ਤੇ ਜਿਹਨੂੰ ਸ਼ਬਦ ਦੀ ਇੱਕ ਚੋਟ ਵੱਜ ਜਾਵੇ। ਉਹ ਚੋਟ ਵੱਜਦੀ ਕਿਹਨੂੰ ਹੈ, ਇਹ ਗੱਲ ਜੁਦੀ ਹੈ ਵੀ ਉਹ ਗੁਰੂ ਦੇ ਹੁਕਮ 'ਚ ਹੁੰਦਾ। ਪਰਮਾਤਮਾ 'ਚ ਸਾਰਾ ਕੁਛ, ਪਿਛਲੇ ਸੰਸਕਾਰ ਹੁੰਦੇ, ਮੱਥੇ ਦਾ ਲੇਪ ਹੁੰਦਾ। ਜਦੋਂ ਵੱਜਿਆ ਗੁਰੂ ਅਮਰਦਾਸ ਜੀ ਦੇ, ਅਜੇ ਗੁਰੂ ਨਹੀਂ ਸੀ ਬਣੇ, ਤਾਂ ਗੁਰੂ ਬਣ ਕੇ ਗੁਰੂ ਅੰਗਦ ਦੇਵ ਜੀ ਦੇ ਵੀ ਇਸ ਤਰ੍ਹਾਂ ਹੀ ਵੱਜਿਆ। ਇਹ ਜਿਹੜਾ ਵੇਵ ਦਾ ਚੱਕਰ ਹੈ ਵਾਈਬ੍ਰੇਸ਼ਨ ਦਾ, ਇਹ ਬਹੁਤ ਤਕੜਾ ਚੱਕਰ ਹੈ, ਭਾਵੇਂ ਸਾਨੂੰ ਦਿਖਦਾ ਨਹੀਂ ਹੈ। ਹਾਂ ਹੁਣ ਤਾਂ ਆਪਾਂ ਸਾਇੰਸ ਦੇ ਮੁਤਾਬਕ ਮੰਨ ਲੈਂਦੇ, ਕਿਉਂਕਿ ਦੇਖ ਹੀ ਰਹੇ ਆਲੇ ਦੁਆਲੇ ਕਿਆ ਹੋ ਰਿਹਾ, ਸਾਇੰਸ ਦੀ ਕਿੰਨੀ ਤਰੱਕੀ ਹੋ ਰਹੀ ਹੈ।
ਆ ਜਿਹੜਾ ਹੱਥਾਂ 'ਚ ਫੜੀ ਬੈਠੇ ਮੋਬਾਈਲ, ਇਹ ਵੀ ਸਾਰਾ ਵੇਵ ਦਾ ਹੀ ਖੇਲ ਹੈ, ਵਾਈਬ੍ਰੇਸ਼ਨ ਦਾ ਹੀ, ਸਾਊਂਡ ਵੇਵਸ ਹੀ ਇਹ ਵੀ ਸਾਰੀਆਂ। ਰੇਡੀਓ ਵੀ ਇਸੇ ਤਰ੍ਹਾਂ ਹੈ। ਤੋ ਦਿਓ ਆਗਿਆ, ਆਪ ਜੀ ਜਾਣਦੇ ਹੀ ਹੋ ਸਾਰੇ ਇਹਨਾਂ ਬਾਤਾਂ ਨੂੰ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।